ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ 'ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਸਟੈਟਿਸਟਿਕਸ ਚੈਪਟਰ ਦਾ ਜੋ ਟੈਸਟ ਲਿੱਤਾ ਸੀ ਅਸੀਂ ਉਸ ਦੀ ਸੋਲੂਸ਼ਨ ਵੀਡੀਓ। ਫਸਟ ਕੁਐਸਚਨ ਹੈ ਸਾਡੇ ਕੋਲ, ਦਾ ਮੋਸਟ ਸਟੇਬਲ ਮੈਜ਼ਰ ਆਫ ਸੈਂਟਰਲ ਟੈਂਡੈਂਸੀ ਇਜ਼ ਮੀਨ, ਮੀਡੀਅਨ ਜਾਂ ਫਿਰ ਮੋਡ ਜਾਂ ਫਿਰ ਨਨ ਆਫ ਦੀਜ਼। ਤਾਂ ਮੋਸਟ ਸਟੇਬਲ ਜਿਹੜਾ ਵਰਡ ਯੂਜ਼ ਕੀਤਾ ਇਹਦੇ ਵਿੱਚ ਹੀ ਸਾਰਾ ਇਹਦਾ ਆਨਸਰ ਜਿਹੜਾ ਰਿਲਾਈ ਕਰਦਾ ਹੈ। ਮੋਸਟ ਸਟੇਬਲ ਦਾ ਮਤਲਬ ਹੈ ਵੀ ਜੋ ਹਰ ਵੈਲਿਊ ਨੂੰ ਆਪਦੇ ਅੰਦਰ ਸਮਾ ਲਵੇ। ਮੋਸਟ ਸਟੇਬਲ ਤਾਂ ਉਹੀ ਹੋਊਗਾ ਜੋ ਹਰ ਇੱਕ ਨੂੰ ਪ੍ਰੈਫਰੈਂਸ ਦੇਵੇ। ਹੁਣ ਗੱਲ ਕਰੀਏ ਅਗਰ ਮੋਡ ਦੀ, ਤਾਂ ਮੋਡ ਸਿਰਫ ਉਸ ਵੈਲਿਊ ਨੂੰ ਪ੍ਰੈਫਰੈਂਸ ਦਿੰਦਾ ਹੈ ਜਿਹਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੈ। ਅਤੇ ਜੇ ਅਗਰ ਗੱਲ ਕਰੀਏ ਮੀਡੀਅਨ ਦੀ, ਤਾਂ ਮੀਡੀਅਨ ਸਾਡੇ ਕੋਲ ਉਹ ਵੈਲਿਊ ਹੈ, ਉਹ ਐਵਰੇਜ ਹੈ ਜਿਹੜੀ ਪੋਜੀਸ਼ਨ ਦੇ ਉੱਪਰ ਡਿਪੈਂਡ ਕਰਦੀ ਹੈ। ਜੋ ਵੈਲਿਊ ਸੈਂਟਰ ਦੇ ਵਿੱਚ ਲਾਈ ਕਰੇਗੀ ਉਹੀ ਸਾਡਾ ਮੀਡੀਅਨ ਹੋਵੇਗੀ। ਬਾਕੀ ਸਾਰੀਆਂ ਵੈਲਿਊਜ਼ ਤੋਂ ਇਹਦਾ ਕੋਈ ਲੈਣਾ ਦੇਣਾ ਨਹੀਂ ਮੀਡੀਅਨ ਦੀ ਅਗਰ ਗੱਲ ਕਰੀਏ। ਫਿਰ ਆ ਜਾਂਦਾ ਸਾਡੇ ਕੋਲ ਮੀਨ। ਮੀਨ ਕੀ ਹੈ ਸਾਡੇ ਕੋਲ? ਮੀਨ ਇਜ਼ ਇਕੁਅਲ ਟੂ ਹੈ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। ਤਾਂ ਇਸ ਕੇਸ ਦੇ ਵਿੱਚ ਜਿਹੜਾ ਮੀਨ ਹੈ ਉਹ ਸਾਰੀ ਵੈਲਿਊਜ਼ ਨੂੰ ਅਕਾਊਂਟ ਕਰਦਾ ਹੈ, ਸਾਰੀ ਵੈਲਿਊਜ਼ ਨੂੰ ਪ੍ਰੈਫਰੈਂਸ ਦਿੰਦਾ ਹੈ। ਤਾਂ ਉੱਥੇ ਜਿਹੜਾ ਹੈ ਮੀਨ ਜ਼ਿਆਦਾ ਸਟੇਬਲ ਹੋ ਜਾਂਦਾ ਐਜ਼ ਕੰਪੈਰੀਜ਼ਨ ਟੂ ਮੋਡ ਅਤੇ ਮੀਡੀਅਨ ਦੇ। ਇਸੇ ਲਈ ਸਾਡਾ ਫਸਟ ਆਨਸਰ ਜੋ ਹੈ ਉਹ ਹੈ ਏ। ਸੈਕਿੰਡ ਸਾਡੇ ਕੋਲ ਹੈ ਦਾ ਅਰਥਮੈਟਿਕ ਮੀਨ ਆਫ ਫਸਟ ਐਂਡ ਨੈਚੁਰਲ ਨੰਬਰਸ। ਫਸਟ ਨੈਚੁਰਲ ਨੰਬਰਸ ਦਾ ਮੀਨ ਫਾਈਂਡ ਆਊਟ ਕਰਨਾ, ਤਾਂ ਮੀਨ ਸਾਡੇ ਕੋਲ ਬਰਾਬਰ ਹੁੰਦਾ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। ਤਾਂ ਆਪਾਂ ਕਰਾਂਗੇ ਸਮ ਫਸਟ ਐਨ ਨੈਚੁਰਲ ਨੰਬਰ ਦਾ ਸਮ ਸਾਡੇ ਕੋਲ ਹੁੰਦਾ ਹੈ n ਪਲੱਸ 1 ਡਿਵਾਈਡਡ ਬਾਈ 2 ਅਤੇ ਨੰਬਰ ਆਫ ਵੈਲਿਊ ਸਾਡੇ ਕੋਲ ਕਿੰਨੀਆਂ ਨੇ n। ਤਾਂ ਆਨਸਰ ਕਿੰਨਾ ਆ ਗਿਆ n ਪਲੱਸ 1 ਡਿਵਾਈਡਡ ਬਾਈ 2 ਦੇ। ਤਾਂ ਬੀ ਆਪਸ਼ਨ ਜਿਹੜੀ ਹੈ ਕਰੈਕਟ ਹੋ ਜਾਂਦੀ ਹੈ। ਥਰਡ ਸਾਡੇ ਕੋਲ ਹੈ ਜੀ the mean of the distribution in which the values of x are 1 2 up to n, the frequency of each being unity। ਹੁਣ ਅਸੀਂ ਮੀਨ ਫਾਈਂਡ ਆਊਟ ਕਰਨਾ ਹੈ x ਬਾਰ, ਅਤੇ ਇਹਦੇ ਵਿੱਚ ਸਾਡੇ ਕੋਲ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਦੇ ਰੱਖਿਆ ਜਿਹਦੇ ਵਿੱਚ x ਜੋ ਸਾਡੇ ਕੋਲ ਕਲਾਸ ਹੈ ਨਾ, ਜਿਹਨੂੰ ਅਸੀਂ ਮਾਰਕਸ ਵੀ ਕਹਿ ਸਕਦੇ ਹਾਂ, ਉਹਦੀ ਵੈਲਿਊ ਜਿਹੜੀ ਦੇ ਰੱਖੀ ਹੈ ਉਹ 1 2 3 ਅਪ ਟੂ n ਤੱਕਰ। ਤਾਂ ਮੀਨ ਕਿੱਦਾਂ ਫਾਈਂਡ ਆਊਟ ਕਰਾਂਗੇ? ਸਾਨੂੰ ਪਤਾ ਮੀਨ ਹੁੰਦਾ ਹੈ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਤਾਂ ਸਮ ਆਫ ਆਲ ਵੈਲਿਊਜ਼ ਇਹ ਸਾਡੇ ਕੋਲ ਵੈਲਿਊਜ਼ ਨੇ, ਇਹਨਾਂ ਦਾ ਸਮ ਕੀ ਹੈ? ਸਮ ਆਫ ਵੈਲਿਊਜ਼ ਅਪ ਟੂ n, ਉਹ ਹੁੰਦਾ ਹੈ n ਪਲੱਸ 1 ਡਿਵਾਈਡਡ ਬਾਈ 2 ਦੇ। ਇਹ ਆਪਣੇ ਕੋਲ ਨੈਚੁਰਲ ਨੰਬਰਸ ਨੇ, ਇਹਨਾਂ ਦਾ ਸਮ ਬਰਾਬਰ ਹੁੰਦਾ ਹੈ n ਪਲੱਸ 1 ਡਿਵਾਈਡਡ ਬਾਈ 2 ਦੇ। ਅਤੇ ਨੰਬਰ ਆਫ ਵੈਲਿਊਜ਼ ਕਿੰਨੀਆਂ ਨੇ? n ਨੇ। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ? n ਪਲੱਸ 1 ਡਿਵਾਈਡਡ ਬਾਈ 2। ਤਾਂ ਤੁਸੀਂ ਦੇਖੋਗੇ ਕਿ ਜਿਹੜਾ ਸੈਕਿੰਡ ਕੁਐਸਚਨ ਹੈ ਆਪਣੇ ਕੋਲ ਉਹ ਵੀ ਇਹੀ ਸੀ, ਲੇਕਿਨ ਥਰਡ ਕੁਐਸਚਨ ਨੂੰ ਕਿਸ ਤਰ੍ਹਾਂ ਮਤਲਬ ਪ੍ਰੈਜ਼ੈਂਟ ਕੀਤਾ ਗਿਆ, ਗੱਲ ਸੇਮ ਸੀ ਲੇਕਿਨ ਉਸ ਨੂੰ ਸਟੇਟਮੈਂਟ ਨੂੰ ਚੇਂਜ ਕਰ ਦਿੱਤਾ ਗਿਆ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ, ਕਨਫਿਊਜ਼ ਨਹੀਂ ਹੋ ਜਾਣਾ। ਥਰਡ ਕੁਐਸਚਨ ਹੈ ਕਹਿੰਦੇ ਜਿਓਮੈਟ੍ਰਿਕ ਮੀਨ ਫਾਈਂਡ ਆਊਟ ਕਰਨਾ ਹੈ 4,64, ਐਂਡ 8 ਦਾ। ਤਾਂ ਜਿਓਮੈਟ੍ਰਿਕ ਮੀਨ ਫਾਈਂਡ ਆਊਟ ਕਰਨ ਦਾ ਤਰੀਕਾ ਇਹ ਸੀ ਕਿ ਅਗਰ ਸਾਡੇ ਕੋਲ ਦੋ ਵੈਲਿਊਜ਼ ਨੇ a ਅਤੇ b, ਤਾਂ ਉਹਨਾਂ ਦਾ ਜਿਓਮੈਟ੍ਰਿਕ ਮੀਨ ਬਰਾਬਰ ਹੋਊਗਾ a ਇੰਟੂ b, ਅਤੇ ਉਹਨਾਂ ਦੀ ਪਾਵਰ ਹੋਊਗੀ 1/2। ਅਗਰ ਆਪਣੇ ਕੋਲ ਤਿੰਨ ਵੈਲਿਊਜ਼ ਨੇ ਤਾਂ ਆਪਣੇ ਕੋਲ ਜਿਓਮੈਟ੍ਰਿਕ ਮੀਨ ਬਰਾਬਰ ਹੋਵੇਗਾ a ਇੰਟੂ b ਇੰਟੂ c, ਅਤੇ ਉਹਨਾਂ ਦੀ ਪਾਵਰ ਹੋਊਗੀ 1/3। ਤਾਂ ਜਿੰਨੀ ਵੈਲਿਊਜ਼ ਨੇ ਉਨੀ ਹੀ ਉਹਦੀ ਪਾਵਰ 1/nth ਜਿਹੜੀ ਹੋ ਜਾਵੇਗੀ, ਹੈ ਨਾ, ਜਿੰਨੇ ਨੰਬਰਸ ਨੇ। ਤਾਂ ਇੱਥੋਂ ਅਸੀਂ ਜਿਓਮੈਟ੍ਰਿਕ ਮੀਨ ਫਾਈਂਡ ਆਊਟ ਕਰਨਾ ਜੋ ਸਾਡੇ ਕੋਲ ਗਿਵਨ ਨੰਬਰ ਦੇ ਰੱਖੇ ਨੇ, 3 ਨੰਬਰ ਦੇ ਰੱਖੇ ਨੇ, ਇਸ ਕਰਕੇ 1/3 ਲਗਾਵਾਂਗੇ ਅਤੇ ਨੰਬਰਸ ਨੂੰ ਕੀ ਕਰ ਦਾਂਗੇ ਆਪਸ 'ਚ ਮਲਟੀਪਲਾਈ ਕਰ ਦਾਂਗੇ ਅਤੇ ਉਹਨਾਂ ਦੀ ਪਾਵਰ ਕਿੰਨੀ ਲਿਖ ਦਾਂਗੇ? 1/3 ਲਿਖ ਦਾਂਗੇ। ਇੱਥੋਂ ਜਦੋਂ ਅਸੀਂ ਸੋਲਵ ਕਰਾਂਗੇ ਤਾਂ ਜਿਓਮੈਟ੍ਰਿਕ ਮੀਨ ਤਾਂ ਅੰਦਰ ਆ ਜਾਊਗਾ ਆਪਣੇ ਕੋਲ 512 ਅਤੇ ਉਹਦੀ ਪਾਵਰ ਆ ਜਾਊਗੀ 1/3। ਤਾਂ ਆਨਸਰ ਕਿੰਨਾ ਆ ਗਿਆ? 8 ਆਪਸ਼ਨ ਏ ਆ ਗਿਆ। ਨੈਕਸਟ ਆ ਜੇ ਸਾਡੇ ਕੋਲ ਫਿਫਥ ਕੁਐਸਚਨ, ਕਹਿੰਦਾ 10 ਆਰ ਦਾ ਮੀਨ ਆਫ ਸੈਟ ਆਫ 7 ਆਬਜ਼ਰਵੇਸ਼ਨਸ। n1 ਸਾਨੂੰ ਦੇ ਰੱਖਿਆ 7 ਅਤੇ x1 ਬਾਰ ਦੇ ਰੱਖਿਆ ਆਪਾਂ ਨੇ ਕੋਲ 10, ਅਤੇ ਕਹਿੰਦਾ 5 ਇਜ਼ ਦਾ ਮੀਨ ਆਫ ਸੈਟ ਆਫ 3 ਆਬਜ਼ਰਵੇਸ਼ਨਸ। n2 ਦੇ ਰੱਖਿਆ ਸਾਨੂੰ 3 ਅਤੇ x2 ਬਾਰ ਜਿਹੜਾ ਦੇ ਰੱਖਿਆ ਉਹ ਦੇ ਰੱਖਿਆ 5, ਅਤੇ ਸਾਨੂੰ ਕੰਬਾਈਨਡ ਸੈੱਟ ਫਾਈਂਡ ਆਊਟ ਕਰਨ ਲਈ ਕਿਹਾ ਗਿਆ। ਕੰਬਾਈਨਡ ਮੀਨ ਨੂੰ ਕੈਪੀਟਲ X ਬਾਰ ਨਾਲ ਰਿਪਰਜੈਂਟ ਕਰਦਾ ਜਿਹਦਾ ਫਾਰਮੂਲਾ ਹੁੰਦਾ n1 x1 ਬਾਰ ਪਲੱਸ n2 x2 ਬਾਰ ਡਿਵਾਈਡਡ ਬਾਈ n1 ਪਲੱਸ n2 ਦੇ। ਇਹ ਫਾਰਮੂਲਾ ਅਸੀਂ ਕੀਤਾ ਸੀਗਾ। ਜਦੋਂ ਵੈਲਿਊ ਸਬਸਟੀਟਿਊਟ ਕਰ ਦਾਂਗੇ ਫਾਰਮੂਲੇ 'ਚ ਤਾਂ ਸਾਡੇ ਕੋਲ ਆ ਜਾਊ 85 ਡਿਵਾਈਡਡ ਬਾਈ 10 ਦੇ। ਤਾਂ ਆਨਸਰ ਆ ਗਿਆ 8.5। ਤਾਂ ਆਪਸ਼ਨ ਸਾਡੇ ਕੋਲ ਸੀ ਜਿਹੜੀ ਹੈ ਫਿਫਥ ਕੁਐਸਚਨ ਦੀ ਕਰੈਕਟ ਹੈ। ਸਿਕਸਥ ਕੁਐਸਚਨ ਹੈ ਦਾ ਮੈਜ਼ਰ ਵਿਚ ਟੇਕਸ ਆਲ ਅਕਾਊਂਟ ਕਹਿੰਦੇ ਦਾ ਮੈਜ਼ਰ ਵਿਚ ਟੇਕਸ ਇਨਟੂ ਅਕਾਊਂਟ ਆਲ ਦਾ ਡਾਟਾ ਆਈਟਮਸ ਇਜ਼। ਉਹ ਵੈਲਿਊ, ਉਹ ਮੈਜ਼ਰਮੈਂਟ ਜਿਹੜੀ ਸਾਡੇ ਸਾਰੇ ਡਾਟਾ ਨੂੰ ਜਿਹੜੀ ਪ੍ਰੈਫਰੈਂਸ ਦਿੰਦੀ ਹੈ, ਉਹਨੂੰ ਅਕਾਊਂਟ ਕਰਦੀ ਹੈ,
ਉਹਨੂੰ ਅਟੈਂਸ਼ਨ ਦਿੰਦੀ ਹੈ, ਉਹ ਆਪਣੇ ਕੋਲ ਕੀ ਹੈ ਮੀਨ, ਕਿਉਂਕਿ ਮੀਨ ਬਰਾਬਰ ਹੁੰਦਾ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। 7th ਕੁਐਸਚਨ ਹੈ ਸਾਡੇ ਕੋਲ, ਜਮੈਟ੍ਰਿਕ ਮੀਨ ਫਾਈਂਡ ਆਊਟ ਕਰਨਾ ਹੈ। ਸਾਨੂੰ ਸੀਰੀਜ਼ ਦੇ ਰੱਖੀ ਹੈ। ਸਭ ਤੋਂ ਪਹਿਲਾਂ ਸੀਰੀਜ਼ ਨੂੰ ਅਸੀਂ ਜਿਹੜਾ ਹੈ ਇਸ ਢੰਗ ਨਾਲ ਲਿਖਦੇ ਹਾਂ 2 ਦੀ ਪਾਵਰ 0, 2 ਦੀ ਪਾਵਰ 1, 2 ਦੀ ਪਾਵਰ 2, 2 ਦੀ ਪਾਵਰ 3 ਅਤੇ 2 ਦੀ ਪਾਵਰ 4 ਅਪ ਟੂ ਸੋ ਐਨ 2 ਦੀ ਪਾਵਰ ਐਨ ਦੇ। ਇਹ ਆਪਣੇ ਕੋਲ ਗਿਵਨ ਸੀਰੀਜ਼ ਦੇ ਰੱਖੀ ਹੈ ਅਤੇ ਸਾਨੂੰ ਪਤਾ ਜਮੈਟ੍ਰਿਕ ਮੀਨ ਫਾਈਂਡ ਆਊਟ ਕਰਨ ਦਾ ਤਰੀਕਾ ਕੀ ਹੁੰਦਾ। ਜਮੈਟ੍ਰਿਕ ਮੀਨ ਬਰਾਬਰ ਹੁੰਦਾ ਜਿੰਨੇ ਨੰਬਰਸ ਨੇ ਉਹਨਾਂ ਨੂੰ ਆਪਸ 'ਚ ਮਲਟੀਪਲਾਈ ਕਰ ਦਿਓ, ਇੰਟੂ 2 ਦੀ ਪਾਵਰ 2 ਇੰਟੂ 2 ਦੀ ਪਾਵਰ 3 ਇੰਟੂ 2 ਦੀ ਪਾਵਰ 4 ਅਪ ਟੂ 2 ਦੀ ਪਾਵਰ ਐਨ, ਅਤੇ ਉਹਨਾਂ ਦੀ ਜਿਹੜੀ ਪਾਵਰ ਹੈ ਉਹ ਹੋਵੇਗੀ 1 ਬਾਈ ਨੰਬਰ ਆਫ ਟਰਮਸ ਦੇ। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ, ਇਹ ਆ ਗਿਆ 2 ਦੀ ਪਾਵਰ 0 ਪਲੱਸ 1 ਪਲੱਸ 2 ਪਲੱਸ 3 ਅਪ ਟੂ ਐਨ ਦੇ। ਕਿਉਂਕਿ ਬੇਸ ਸੇਮ ਆ ਤਾਂ ਪਾਵਰਾਂ ਐਡ ਹੋ ਜਾਣਗੀਆਂ, ਪਾਵਰਾਂ ਸਾਰੀਆਂ ਜਿਹੜੀਆਂ ਨੇ ਉਹ ਕੀ ਹੋ ਗਈਆਂ ਐਡ ਹੋ ਗਈਆਂ, ਕਿਉਂਕਿ ਬੇਸ 2 2 2 ਹੈ ਸਾਰਿਆਂ ਦਾ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ ਰਾਜੇ। ਹੁਣ ਆਪਾਂ ਨੂੰ ਪਤਾ ਹੈ ਸਮ ਆਫ ਨੈਚੁਰਲ ਨੰਬਰ ਕਿੰਨਾ ਹੁੰਦਾ ਹੈ ਸਾਡੇ ਕੋਲ, ਉਹ ਹੁੰਦਾ n+1 ਡਿਵਾਈਡਡ ਬਾਏ 2 ਦੇ। ਤਾਂ ਆਪਣੇ ਕੋਲ ਉਸ ਸਾਰੇ ਦੀ ਪਾਵਰ ਕਿੰਨੀ ਆ ਗਈ 1/n। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 2 ਦੀ ਪਾਵਰ n+ ਡਿਵਾਈਡਡ ਬਾਏ 2 ਦੇ ਇਕੁਅਲ ਆ ਗਿਆ। ਤਾਂ ਇਹ ਆਪਸ਼ਨ ਜਿਹੜੀ ਹੈ ਸਾਡੀ 7th ਦੀ ਉੱਥੇ ਕਰੈਕਟ ਹੋ ਜਾਵੇਗੀ। ਨੈਕਸਟ ਹੈ ਸਾਡੇ ਕੋਲ 8th ਕੁਐਸਚਨ। 8th ਕੁਐਸਚਨ 'ਚ ਕਹਿੰਦੇ ਆ ਇਫ ਆਲ ਦਾ ਓਬਜ਼ਰਵੇਸ਼ਨਸ ਇਨ ਅ ਸੈੱਟ ਆਰ ਇਕੁਅਲ ਟੂ p। ਮੈਂ ਇੱਕ ਕੁਐਸਚਨ ਤੁਹਾਨੂੰ ਪਹਿਲਾਂ ਵੀ ਕਰਵਾਇਆ ਸੀਗਾ ਜਦੋਂ ਅਸੀਂ ਸਟੈਟਿਸਟਿਕਸ ਦਾ ਲੈਕਚਰ ਕਰ ਰਹੇ ਸੀ। ਉਸ 'ਚ ਮੈਂ ਕਿਹਾ ਸੀਗਾ ਕਿ ਤੁਹਾਡੇ ਕੋਲ ਅਗਰ ਸਪੋਜ਼ 5 5 5 5 5 5 ਇੱਦਾਂ ਕਰਕੇ ਤੁਹਾਡੇ ਕੋਲ ਕੋਈ ਡਾਟਾ ਕਲੈਕਸ਼ਨ ਦੇ ਰੱਖੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਮੀਨ ਫਾਈਂਡ ਆਊਟ ਕਰਨ ਲਈ ਕਹਿ ਦੇਣ ਤਾਂ ਮੀਨ ਵੀ ਸਾਡੇ ਕੋਲ 5 ਆਵੇਗਾ। ਮੀਡੀਅਨ ਵੀ ਮੈਂ ਫਾਈਂਡ ਆਊਟ ਕੀਤਾ ਸੀਗਾ ਜੋ ਕਿ ਤੁਸੀਂ ਦੇਖ ਸਕਦੇ ਹੋ 5 ਹੈ, ਕਿਉਂਕਿ ਮੀਡੀਅਨ 5 ਹੈ, ਬਾਕੀ ਸਾਰੀ ਵੈਲਿਊਜ਼ ਜਿਹੜੀਆਂ ਸਾਈਡ 'ਤੇ ਲਾਈ ਕਰਦੀਆਂ ਨੇ। ਮੋਡ ਵੀ ਕੀ ਆਪਣੇ ਕੋਲ 5 ਹੈ, ਕਿਉਂਕਿ ਸਭ ਤੋਂ ਵੱਧ ਫ੍ਰੀਕੁਐਂਸੀ ਜਿਹੜੀ ਹੈ 5 ਦੀ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਿਆ ਸੀ ਕਿ ਜਦੋਂ ਸਾਡੇ ਕੋਲ ਵੈਲਿਊਜ਼ ਜਿਹੜੀਆਂ ਨੇ ਉਹ ਸੇਮ ਹੋਣ, ਇਕੁਅਲ ਹੋਣ, ਤਾਂ ਉੱਥੋਂ ਸਾਡੇ ਕੋਲ ਮੀਨ ਮੀਡੀਅਨ ਮੋਡ ਵੀ ਜਿਹੜਾ ਉਹ ਵੈਲਿਊ ਦੇ ਬਰਾਬਰ ਆ ਜਾਂਦਾ, ਇਕੁਅਲ ਆ ਜਾਂਦੇ ਨੇ ਤਿੰਨੇ ਟਰਮਸ। ਤਾਂ ਡੀ ਆਪਸ਼ਨ ਜਿਹੜੀ ਹੈ ਕਰੈਕਟ ਹੈ। ਨੈਕਸਟ ਆ ਸਾਡੇ ਕੋਲ ਜੀ 9th ਕੁਐਸਚਨ। 9th ਕੁਐਸਚਨ ਦੇ ਵਿੱਚ ਕੀ ਕਿਹਾ ਗਿਆ ਦੇਖ ਲੈਂਦੇ ਹਾਂ। ਇਫ ਦਾ ਮੀਨ ਆਫ ਦਾ ਨੰਬਰਸ ਦਿਸ ਵਨ ਇਜ਼ 82 ਦੈਨ ਦਾ ਮੀਨ ਆਫ ਦਿਸ ਇਜ਼। ਇਹ ਕੁਐਸਚਨ ਤੁਹਾਨੂੰ ਨਾ ਉਲਝਾਉਣ ਵਾਸਤੇ ਜਿਹੜਾ ਥੋੜ੍ਹਾ ਜਿਹਾ ਉਹ ਕੰਪਲੀਕੇਟ ਜਿਹਾ ਬਣਾ ਦਿੱਤਾ, ਲੇਕਿਨ ਕੁਐਸਚਨ ਬੜਾ ਹੀ ਸਿੰਪਲ ਹੈ। ਕਹਿੰਦੇ ਸਾਡੇ ਕੋਲ ਇਹ ਨੰਬਰ ਦੇ ਰੱਖੇ ਨੇ, ਇਹਨਾਂ ਦਾ ਮੀਨ 82 ਹੈ, ਠੀਕ ਹੈ ਜੀ ਮੰਨ ਲਿਆ। ਕਹਿੰਦੇ ਤੁਸੀਂ ਇਹਦਾ ਮੀਨ ਫਾਈਂਡ ਆਊਟ ਕਰਨਾ। ਜੇ ਅਸੀਂ ਮੀਨ ਇਹਦਾ ਫਾਈਂਡ ਆਊਟ ਕਰਨਾ ਅਤੇ ਸਾਨੂੰ ਇਹਦੇ ਤੋਂ ਕੀ ਲੈਣਾ ਦੇਣਾ, ਇਹ ਤਾਂ ਵੈਸੇ ਹੀ ਉਲਝਾਉਣ ਵਾਸਤੇ ਤੁਹਾਨੂੰ ਦੇ ਰੱਖਿਆ ਗਾ। ਹੁਣ ਆਪਾਂ ਮੀਨ ਜੇ ਫਾਈਂਡ ਆਊਟ ਕਰਨਾ ਤਾਂ x ਬਾਰ ਸਾਡੇ ਕੋਲ ਬਰਾਬਰ ਆ ਜਾਏਗਾ 130 + 126 + 68 + 50 + 1 ਅਤੇ ਇਹਨੂੰ ਡਿਵਾਈਡ ਕਰ ਦਾਂਗੇ ਨੰਬਰ ਆਫ ਟਰਮਸ ਜੋ ਕਿ ਸਾਡੀਆਂ ਨੇ 5। ਜੋ ਅਸੀਂ ਐਡ ਕਰਾਂਗੇ ਤਾਂ ਸਾਡੇ ਕੋਲ ਆ ਜੂ ਰਾਜੇ 375 ਡਿਵਾਈਡਡ ਬਾਏ 5 ਦੇ। ਤਾਂ ਸਾਡੇ ਕੋਲ ਆਨਸਰ ਆ ਗਿਆ ਰਾਜੇ 75। ਤਾਂ ਡੀ ਆਪਸ਼ਨ ਜਿਹੜੀ ਹੈ ਸਾਡੀ ਕਰੈਕਟ ਆ ਜੂ। ਤਾਂ ਬੜਾ ਹੀ ਸਿੰਪਲ ਕੁਐਸਚਨ ਸੀ, ਲੇਕਿਨ ਉਹਨੂੰ ਥੋੜ੍ਹਾ ਜਿਹਾ ਕੰਪਲੀਕੇਟਡ ਬਣਾ ਦਿੱਤਾ ਗਿਆ ਸਟੇਟਮੈਂਟ ਦੀ ਗੱਲ ਕਰੀਏ ਤਾਂ। ਨੈਕਸਟ ਆ ਸਾਡੇ ਕੋਲ ਜੇ 10th ਕੁਐਸਚਨ। ਕਹਿੰਦੇ ਇਫ ਦਾ ਮੀਨ ਆਫ ਦਾ ਫਸਟ n ਨੈਚੁਰਲ ਨੰਬਰਸ ਇਜ਼ 5n/9 ਅਤੇ n ਦੀ ਵੈਲਿਊ ਕੀ ਹੋਵੇਗੀ। ਤਾਂ ਸਿੰਪਲੀ ਅਸੀਂ ਕੀ ਕਰਾਂਗੇ, ਮੀਨ ਦਾ ਫਾਰਮੂਲਾ ਲਿਖਾਂਗੇ। ਤਾਂ ਮੀਨ ਸਾਡੇ ਕੋਲ ਫਸਟ n ਨੈਚੁਰਲ ਨੰਬਰ ਦੇ ਰੱਖੀਆਂ ਨੇ, ਤਾਂ ਮੀਨ ਸਾਡੇ ਕੋਲ ਕੀ ਹੁੰਦਾ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਏ ਨੰਬਰ ਆਫ ਵੈਲਿਊਜ਼ ਦੇ। ਤਾਂ ਉਹ ਆ ਜਾਊ ਆਪਣੇ ਕੋਲ n+1 ਡਿਵਾਈਡਡ ਬਾਏ 2 ਡਿਵਾਈਡਡ ਬਾਏ n। ਇਹ ਆ ਗਿਆ ਆਪਣੇ ਕੋਲ n+1 ਡਿਵਾਈਡਡ ਬਾਏ 2 ਦੇ। ਤਾਂ ਮੀਨ ਤਾਂ ਆ ਗਿਆ, ਪਰ ਕਹਿੰਦੇ ਜਿਹੜਾ ਮੀਨ ਤੁਸੀਂ ਫਾਈਂਡ ਆਊਟ ਕਰੋਗੇ ਉਹਦੀ ਵੈਲਿਊ ਬਰਾਬਰ ਆਵੇਗੀ 5n/9 ਦੇ, ਅਤੇ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ। ਜਦੋਂ ਅਸੀਂ ਕ੍ਰਾਸ ਪ੍ਰੋਡਕਟ ਕੀਤਾ ਤਾਂ ਆਪਣੇ ਕੋਲ ਕਿੰਨਾ ਆ ਗਿਆ 9n+9 = 10n ਦੇ। ਇੱਥੋਂ ਅਸੀਂ ਕੀ ਕਰਾਂਗੇ ਰੀਅਰੇਂਜ ਕਰਾਂਗੇ ਤਾਂ ਸਾਡੇ ਕੋਲ ਆਨਸਰ ਕਿੰਨਾ ਆ ਜਾਊਗਾ ਰਾਜੇ, n ਆ ਗਿਆ ਆਪਣੇ ਕੋਲ 9 ਆ ਗਿਆ। ਤਾਂ ਇੱਥੋਂ ਕਿਹੜੀ ਆਪਸ਼ਨ ਸਹੀ ਹੈ ਆਪਣੀ, ਸੀ ਆਪਸ਼ਨ ਕਰੈਕਟ ਹੈ। 11th ਕੁਐਸਚਨ ਦੇਖ ਲੈਂਦੇ ਹਾਂ। 11th ਕੁਐਸਚਨ ਦੇ ਵਿੱਚ ਸਾਨੂੰ ਕੀ ਕਿਹਾ ਗਿਆ ਦੇਖ ਲੈਂਦੇ ਹਾਂ। The average marks of boys in the class are 52 and that of girls is 42. The average marks of boys and girls combined ਜਿਹੜੇ ਨੇ ਉਹ ਸਾਨੂੰ ਦੇ ਰੱਖੇ ਨੇ 50। ਅਸੀਂ ਪਰਸੈਂਟੇਜ ਪਤਾ ਕਰਨੀ ਆ ਬॉयज़ ਦੀ। ਹੁਣ ਤੁਹਾਨੂੰ ਪਤਾ ਜਦੋਂ ਅਸੀਂ ਪਰਸੈਂਟੇਜ ਪਤਾ ਕਰਦੇ ਹਾਂ ਤਾਂ ਉਸ ਟਾਈਮ ਦੇ ਉੱਪਰ ਅਸੀਂ ਕੀ ਫਾਈਂਡ ਆਊਟ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਮੰਨ ਲਓ ਤੁਸੀਂ ਮੈਥ ਦੀ ਪਰਸੈਂਟੇਜ ਪਤਾ ਕਰਨੀ ਹੈ ਤਾਂ ਤੁਸੀਂ ਲਿਖੋਗੇ ਉੱਪਰ ਮੈਥ ਦੇ ਮਾਰਕਸ, ਨੀਚੇ ਡਿਵਾਈਡ ਕੀ ਕਰੋਗੇ ਟੋਟਲ ਮਾਰਕਸ ਇਨਟੂ 100 ਦੇ। ਹੁਣ ਅਸੀਂ ਬॉयज़ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਉੱਪਰ ਕੀ ਕਰਾਂਗੇ ਬॉयज़ ਨੂੰ ਨੰਬਰ ਆਫ ਬॉयज़ ਨੂੰ ਡਿਵਾਈਡ ਕਰਾਂਗੇ
ਟੋਟਲ ਸਟੂਡੈਂਟਸ ਦੇ ਨਾਲ, ਟੋਟਲ ਸਟੂਡੈਂਟਸ ਜਿਹਦੇ ਵਿੱਚ ਗਰਲਸ ਅਤੇ ਬॉयज़ ਦੋਨੇ ਸ਼ਾਮਲ ਨੇ, ਅਤੇ ਉਹਨੂੰ ਮਲਟੀਪਲਾਈ ਕਰ ਦਾਂਗੇ 100 ਦੇ ਨਾਲ, ਤਾਂ ਆਪਣੇ ਕੋਲ ਪਰਸੈਂਟੇਜ ਆਫ ਬॉयज़ ਆ ਜਾਊਗੀ। ਹੁਣ ਗੱਲ ਕਰਦੇ ਕਿ ਨੰਬਰ ਆਫ ਬॉयज़ ਚਾਹੀਦੇ ਨੇ ਸਾਨੂੰ, ਅਤੇ ਨਾਲੇ ਸਾਨੂੰ ਟੋਟਲ ਨੰਬਰ ਆਫ ਸਟੂਡੈਂਟਸ ਵੀ ਚਾਹੀਦੇ ਨੇ। ਤਾਂ ਇਹਨਾਂ ਨੂੰ ਅਗਰ ਫਾਈਂਡ ਆਊਟ ਕਰ ਲਈਏ ਤਾਂ ਆਪਣੇ ਕੋਲ ਪਰਸੈਂਟੇਜ ਆ ਜਾਊਗੀ। ਸਭ ਤੋਂ ਪਹਿਲਾਂ ਗੱਲ ਕਰੀਏ ਰਾਜੇ ਕਿ ਆਪਣੇ ਕੋਲ ਐਵਰੇਜ ਮਾਰਕਸ ਆਫ ਬॉयज़ ਇਨ ਕਲਾਸ ਆਰ 52। ਇਹਦਾ ਮਤਲਬ ਐਕਸ ਬਾਰ ਜਿਹੜਾ ਹੈ ਬੀ, ਕਿਉਂਕਿ ਐਵਰੇਜ ਦੇ ਰੱਖੀ ਹੈ ਇਸੇ ਕਰਕੇ ਮੈਂ ਇਹਨੂੰ ਐਕਸ ਬਾਰ ਬੀ ਨਾਲ ਰਿਪਰਜੈਂਟ ਕਰ ਲੈਣਾ। ਐਕਸ ਬਾਰ ਬੀ ਸਾਡੇ ਕੋਲ ਕਿੰਨਾ ਦੇ ਰੱਖਿਆ 52, ਅਤੇ ਐਕਸ ਬਾਰ ਸਾਡੇ ਕੋਲ ਜੀ ਦੇ ਜਿਹੜਾ ਦੇ ਰੱਖਿਆ, ਕਿਉਂਕਿ ਮੀਨ ਦੇ ਰੱਖਿਆ ਹੈਗਾ, ਐਵਰੇਜ ਦੇ ਰੱਖੀ ਹੈ ਗਰਲਸ ਦੀ, ਉਹ ਦੇ ਰੱਖੀ ਹੈ ਰਾਜੇ 42 ਦੇ ਰੱਖੀ ਹੈ ਮਾਰਕਸ ਦੀ। ਨੈਕਸਟ ਸਾਡੇ ਕੋਲ ਕਹਿੰਦਾ ਉਹਨਾਂ ਦੀ ਜਿਹੜੀ ਕੰਬਾਈਨਡ ਹੈ ਉਹ ਵੀ ਸਾਨੂੰ ਮੀਨ ਜਾਂ ਫਿਰ ਆਪਾਂ ਐਵਰੇਜ ਦੇ ਰੱਖੀ ਆ, ਉਹ ਦੇ ਰੱਖੀ ਹੈ 50 ਦੇ ਰੱਖੀ ਹੈ। ਇਹ ਸਾਨੂੰ ਚੀਜ਼ਾਂ ਗਿਵਨ ਸੀਗੀਆਂ। ਹੁਣ ਸਾਨੂੰ ਪਤਾ ਹੈ ਕੰਬਾਈਨਡ ਜਿਹੜਾ ਹੈ ਉਹ ਮੀਨ ਦਾ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ ਆਪਣੇ ਕੋਲ, ਉਹ ਬਰਾਬਰ ਹੁੰਦਾ ਹੈ ਐਕਸ ਬਾਰ ਇਜ਼ ਇਕਲ ਟੂ ਐਕਸ ਬਾਰ ਆਫ ਬॉयज़ ਇਨਟੂ ਨੰਬਰ ਆਫ ਬॉयज़। ਜੇ ਨੰਬਰ ਆਫ ਬॉयज़ ਨੂੰ ਮੈਂ ਸਪੋਜ਼ ਐਨ ਬੀ ਨਾਲ ਰਿਪਰਜੈਂਟ ਕਰ ਰਿਹਾ, ਨੰਬਰ ਆਫ ਬॉयज़, ਅਤੇ ਮੈਂ ਰਿਪਰਜੈਂਟ ਕਰ ਰਿਹਾ ਰਾਜੇ ਐਨ ਵਾਈ ਨਾਲ ਨੰਬਰ ਆਫ ਗਰਲਜ਼ ਨੂੰ ਸਪੋਜ਼। ਠੀਕ ਹੈ ਜੀ। ਤਾਂ ਹੁਣ ਇੱਥੇ ਆਪਣੇ ਕੋਲ ਕੀ ਆ ਗਿਆ ਐਕਸ ਬਾਰ ਬੀ ਇੰਟੂ ਐਨ ਬੀ ਪਲੱਸ ਐਕਸ ਜੀ ਬਾਰ ਇੰਟੂ ਐਨ ਜੀ ਡਿਵਾਈਡਡ ਬਾਏ ਐਨ ਬੀ ਪਲੱਸ ਐਨ ਜੀ ਦੇ। ਇੱਥੋਂ ਇਹ ਫਾਰਮੂਲਾ ਸਾਨੂੰ ਪਤਾ, ਇੱਥੋਂ ਤੱਕ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਸਟੇਟਮੈਂਟ ਤੋਂ ਪੜ੍ਹ ਕੇ ਹੀ ਲਿਖ ਲਈਆਂ ਹੈ ਨਾ। ਹੁਣ ਆਪਾਂ ਨੂੰ ਜੋ ਵੈਲਿਊਜ਼ ਦੇ ਰੱਖੀਆਂ ਨੇ ਆਪਾਂ ਸਬਸਟੀਟਿਊਟ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਐਕਸ ਬਾਰ ਸਾਨੂੰ ਦੇ ਰੱਖਿਆ ਕੈਪੀਟਲ ਐਕਸ ਬਾਰ ਜੋ ਕੰਬਾਈਨਡ ਵੈਲਿਊ ਹੈ 50 ਦੇ ਰੱਖੀ ਹੈ, ਇਹ ਤੋਂ ਬਾਅਦ 52 ਐਨ ਬੀ ਪਲੱਸ ਆਪਣਾ ਐਕਸ ਜੀ ਬਾਰ ਕਿੰਨਾ ਦੇ ਰੱਖਿਆ 42 ਐਨ ਜੀ ਡਿਵਾਈਡਡ ਬਾਈ ਐਨ ਬੀ ਪਲੱਸ ਐਨ ਜੀ ਦੇ ਆ ਗਿਆ। ਹੁਣ ਅਸੀਂ ਕੀ ਕਰਾਂਗੇ ਇਹਨਾਂ ਨੂੰ ਰੀਅਰੇਂਜ ਕਰਾਂਗੇ ਹੈ ਨਾ, ਰੀਅਰੇਂਜ। ਤਾਂ ਉਸ ਤੋਂ ਰੀਅਰੇਂਜ ਕਰਕੇ ਕਹਿਣ ਦਾ ਮਤਲਬ ਕ੍ਰੋਸ ਮਲਟੀਪਲਾਈ ਕਰਕੇ ਸਾਡੇ ਕੋਲ ਕਿੰਨਾ ਆ ਗਿਆ 50 ਐਨ ਬੀ ਪਲੱਸ 50 ਐਨ ਜੀ ਇਜ਼ ਇਕਲ ਟੂ ਕੀ ਆ ਗਿਆ 52 ਐਨ ਬੀ ਪਲੱਸ 42 ਐਨ ਜੀ ਦੇ ਬਰਾਬਰ ਆ ਗਿਆ। ਹੁਣ ਅਸੀਂ ਰੀਅਰੇਂਜ ਕਰਕੇ ਰਾਜੇ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜੂਗਾ, ਉਹ ਆ ਜੂ ਜੀ 50 ਐਨ ਜੀ ਮਾਈਨਸ 42 ਐਨ ਜੀ ਇਜ਼ ਇਕਲ ਟੂ 52 ਐਨ ਬੀ ਮਾਈਨਸ 50 ਐਨ ਬੀ ਦੇ ਬਰਾਬਰ ਆ ਜੂਗਾ। ਜਦੋਂ ਅਸੀਂ ਇਹਨੂੰ ਫੇਰ ਸੋਲਵ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਗਿਆ ਇਸ ਇਕੁਅਲ। ਅਤੇ ਇੱਥੋਂ ਸਾਡੇ ਕੋਲ ਇੱਕ ਚੀਜ਼ ਕਲੀਅਰ ਹੋ ਗਈ ਕਿ ਜਿਹੜੇ ਨੰਬਰ ਆਫ ਬॉयज़ ਨੇ ਉਹ ਬਰਾਬਰ ਨੇ 4 ਟਾਈਮਸ ਨੰਬਰ ਆਫ ਗਰਲਸ ਦੇ, ਮਤਲਬ ਮੁੰਡੇ ਜ਼ਿਆਦਾ ਨੇ ਕੁੜੀਆਂ ਘੱਟ ਨੇ, ਸ਼ਰਮ ਦੀ ਗੱਲ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸਾਡੇ ਕੋਲ ਐਨ ਬੀ ਦੀ ਵੈਲਿਊ ਆ ਗਈ, ਨੰਬਰ ਆਫ ਸਾਡੇ ਕੋਲ ਬॉयज़ ਨਿਕਲਿਆ ਇੱਥੋਂ। ਅਤੇ ਜੇ ਅਸੀਂ ਗੱਲ ਕਰੀਏ ਨੰਬਰ ਆਫ ਗਰਲਸ ਦੀ ਤਾਂ ਉਹ ਬਰਾਬਰ ਆਪਣੇ ਕੋਲ ਐਨ ਬੀ ਬਾਈ 4 ਦੇ, ਮਤਲਬ ਚੌਥਾ ਹਿੱਸਾ। ਠੀਕ ਹੈ ਜੀ, ਬॉयज़ ਦਾ ਉਹ ਗਰਲਸ ਨੇ। ਹੁਣ ਆਪਾਂ ਫਾਈਂਡ ਆਊਟ ਕਰਨੀ ਹੈ ਪਰਸੈਂਟੇਜ, ਅਤੇ ਸਾਨੂੰ ਨੰਬਰ ਆਫ ਬॉयज़ ਚਾਹੀਦੇ ਸੀਗੇ। ਟੋਟਲ ਸਟੂਡੈਂਟ ਸਾਨੂੰ ਪਤਾ ਹੈ ਕਿਹਦੇ ਇਕੁਅਲ ਨੇ, ਉਹ ਇਕੁਅਲ ਨੇ ਐਨ ਬੀ ਪਲੱਸ ਐਨ ਜੀ ਦੇ। ਟੋਟਲ ਸਟੂਡੈਂਟਸ ਜਿਹੜੇ ਨੇ ਸਾਡੇ ਕੋਲ ਉਹ ਬਰਾਬਰ ਨੇ ਨੰਬਰ ਆਫ ਗਰਲਸ ਕਲਾਸ ਦੇ ਵਿੱਚ ਜਿੰਨੇ ਨੇ ਅਤੇ ਨੰਬਰ ਆਫ ਜਿੰਨੇ ਨੇ ਬॉयज़ ਨੇ ਹੈ ਨਾ, ਇਹਦੇ ਬਰਾਬਰ ਹੀ ਨੇ। ਅਤੇ ਜਿਹੜੇ ਨੰਬਰ ਆਫ ਬॉयज़ ਨੇ ਜਿਸ ਨੂੰ ਅਸੀਂ ਜਿਸ ਨੂੰ ਅਸੀਂ ਐਨ ਬੀ ਨਾਲ ਰਿਪਰਜੈਂਟ ਕੀਤਾ ਉਹ ਸਾਡੇ ਕੋਲ ਕਿਹਦੇ ਬਰਾਬਰ ਹੈ 4 ਐਨ ਜੀ ਦੇ। ਤਾਂ ਇਹ ਜਿਹੜੀਆਂ ਦੋਨੇ ਵੈਲਿਊਜ਼ ਨੇ ਅਸੀਂ ਇਸ 'ਚ ਸਬਸਟੀਟਿਊਟ ਕਰ ਦਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਊਗਾ, ਉਹ ਆ ਜਾਊਗਾ ਜੀ ਉੱਪਰ ਆਪਣੇ ਕੋਲ ਨੰਬਰ ਆਫ ਬॉयज़ 4 ਐਨ ਜੀ ਅਤੇ ਨੀਚੇ ਆਪਣੇ ਕੋਲ ਕਿੰਨਾ ਆ ਗਿਆ 4 ਐਨ, ਆਪਣੇ ਕੋਲ ਕੀ ਲਿਖਾਂਗੇ ਐਨ ਬੀ ਪਲੱਸ ਐਨ ਜੀ ਹੈ ਨਾ, ਕਿਉਂਕਿ ਨੰਬਰ ਆਫ ਬॉयज़ ਪਲੱਸ ਗਰਲਸ ਮਿਲ ਕੇ ਟੋਟਲ ਸਟੂਡੈਂਟ ਬਣਦੇ ਨੇ ਇਨਟੂ 100 ਆ ਗਿਆ। ਹੁਣ ਤੁਸੀਂ ਦੇਖੋ ਜਿਹੜਾ ਸਾਡੇ ਕੋਲ ਹੈਗਾ ਐਨ ਬੀ ਦੀ ਜਗ੍ਹਾ 'ਤੇ ਮੈਂ ਕੀ ਲਿਖ ਸਕਦਾ 4 ਐਨ ਜੀ ਲਿਖ ਸਕਦਾ, ਤਾਂ 4 ਐਨ ਜੀ ਡਿਵਾਈਡਡ ਬਾਈ 4 ਐਨ ਜੀ ਪਲੱਸ ਐਨ ਜੀ, ਸਾਰੀਆਂ ਨੰਬਰ ਆਫ ਗਰਲਸ 'ਚ ਇਕੁਏਸ਼ਨ ਬਣ ਗਈ। ਕੱਢ ਅਸੀਂ ਬॉयज़ ਰਹੇ ਹਾਂ ਅਤੇ ਹੈਲਪ ਸਾਨੂੰ ਗਰਲਸ ਕਰ ਰਹੀਆਂ ਨੇ ਫਾਈਂਡ ਆਊਟ ਕਰਨ ਲਈ। ਤਾਂ ਆਪਣੇ ਕੋਲ ਕਿੰਨਾ ਆ ਗਿਆ ਰਾਜੇ 4/5 ਇੰਟੂ 100, ਤਾਂ ਇਹ ਆ ਗਿਆ ਆਪਣੇ ਕੋਲ 80%। ਤਾਂ 80% ਸਾਡੇ ਕੋਲ ਕੀ ਨੇ ਨੰਬਰ ਆਫ ਬॉयज़। ਅਗਰ ਕੋਈ ਵੀ ਡਾਊਟ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛੋ, ਲੇਕਿਨ ਕੋਈ ਡਾਊਟ ਕਰਨ ਵਾਲੀ ਚੀਜ਼ ਨਹੀਂ ਹੈ, ਇਹ ਜਸਟ ਕੀ ਆਪਣੇ ਕੋਲ ਕਨਸੈਪਚੁਅਲ ਜਾਂ ਕੁਐਸਚਨ ਹੈ। ਇਸ ਨੂੰ ਸੋਲਵ ਕਰਨ ਵਾਸਤੇ ਜਸਟ ਫਾਰਮੂਲੇ ਯੂਜ਼ ਕੀਤੇ ਸੀਗੇ ਅਸੀਂ, ਹੋਰ ਕੁਛ ਨਹੀਂ। ਨੈਕਸਟ ਆ ਸਾਡੇ ਕੋਲ 12th ਕੁਐਸਚਨ। ਕਹਿੰਦਾ ਸੈਕਿੰਡ ਡਿਸਾਈਲ ਆਫ 3 5 6 8 10 12 15 18 20 22 ਸੈਕਿੰਡ ਡਿਸਾਈਲ ਪਤਾ ਕਰਨਾ ਹੈ, ਮਤਲਬ D2 ਪਤਾ ਕਰਨਾ ਅਸੀਂ।
बड़ा ही ईजी है पर लेकिन सब तो पहला सानू स्टैप 1 पता होना चाहिए भी की करना है। स्टैप 1 साडे कोल की है कि सारी वैल्यूज़ नू इनक्रीजिंग ऑर्डर दे विच अरेंज कर लेना है। तो असी देख रहे हैं कि साडा डाटा ऑलरेडी जिहड़ा है इनक्रीजिंग ऑर्डर च दे रखा है। फिर असी जस्ट की यूज़ करना है फॉर्मूला जो साडे कोल बराबर है n+1। हुण आपां डिसाइल पता करना है तो डिसाइल के केस च 10वां हिस्सा हुंदा है तो मल्टीप्लाई की हुंदा है k दे, मतलब जो डिसाइल पता करना है तो सैकेंड पता करना तो 2 आ जाएगा। ये असी फॉर्मूले ऑलरेडी डिस्कस किए हैं। अगर नहीं तुसी वीडियो देखी तो कंसैप्ट ऑफ फ्रैक्टाइल्स जाके जरूर देखो लैक्चर मेरा। उस तो बाद हुण असी की करांगे वैल्यू सबस्टिट्यूट करांगे तो अपने कोल की ना जो 2 इंटू नंबर ऑफ टर्म्स देख लिए 1 2 3 4 5 6 7 8 9 तो 10 वैल्यूज़ ने तो 11 बाय अपने कोल कितना आ गया 10। तो ये आ गया अपने कोल जे 2 मल्टीप्लाई बाय 1.1 तो 2.2th वैल्यू आ गई। हुण मैं तुहानूं दस्सिया सी कि 2.2th वैल्यू नूं किद्दां सॉल्व करदे आ। तो सब तो पहला सैकेंड वैल्यू फिर ਉਹਦੇ ਵਿੱਚੋਂ 0.2 ऐड कर देना है, फिर थर्ड वैल्यू माइनस कर देना है सैकेंड ਨੂੰ। तो साढ़े कोल कितना आजू सैकेंड वैल्यू अपने कोल कितनी है 5 दे रखी है ऊपर सीरीज़ च देखो इस 5 अपने कोल प्लस 0.2 थर्ड वैल्यू कितनी दे रखी है अपने कोल 6 तो सैकेंड वैल्यू ने उस माइनस कर देना जो कि 5 है। तो आंसर कितना आ गया 5 प्लस 0.2 तो अपने को आंसर आ गया 5.2 आ गया। किहड़ी ऑप्शन करैक्ट है बी ऑप्शन। तो बड़े ही ईजी सवाल ने जी, उम्मीद करदा सारे सही होणगे हुण तक। नैक्सट है जी अपने कोल 13th क्वेश्चन। 13th क्वेश्चन देखने च डरावना लग रहा लेकिन ईजी है। कहते अर्थमैटिक मीन जे अगर इस ऑबजरवेशनस का आ साडे कोल लिख रही रखिया ने उहदा 1 दे रखा है तो कहते अर्थमैटिक मीन ऑफ दिस डरावनी इक्वेशन इज़। तो इस डरावनी इक्वेशन का अर्थमैटिक मीन की होवेगा आपां देख लैने आ। सब तो पहला असी अर्थमैटिक मीन लिख लैने इस ऑबजरवेशन का 1 इज़ इक्वल टू मैं अर्थमैटिक मीन की जगह तो डायरैक्ट 1 लिखता, नहीं तो अर्थमैटिक मीन इज़ इक्वल टू सम ऑफ ऑल वैल्यूज़ डिवाइडेड बाय नंबर ऑफ वैल्यूज़ लिखता, फिर मैं वो वैल्यू करता तो मैं डायरैक्ट ही लिख लिया जी। असी उत्थे शो थोड़ा करना है। फिर की अपने कोल x1 प्लस x2 प्लस x3 अप टू xn डिवाइडेड बाय साडे कोल की है नंबर ऑफ टर्म्स। तो नंबर ऑफ टर्म्स साडे कोल इत्थे कितनियां ने n। तो अपने कोल कितना आ गया इत्थों आप थोड़ा जिहा रीअरेंज कर लीए। रीअरेंज नहीं करना तो इनू फस्ट इक्वेशन लिख लो, देखते हैं अगे की करना है। हुण अपने कोल अर्थमैटिक मीन पता करने लिए कहा गया है। अर्थमैटिक मीन पता करो ये जी डरावनी इक्वेशन है जिसनों असी लिख लिया जी सम ऑफ आल वैल्यूज़ डिवाइडेड बाय नंबर ऑफ वैल्यूज़ दे तो के जिहड़ा साडे कोल वो ग्रेटर दैन की दे रखा 0 दे रखा ना। इत्थे इहदा भी कोई ना कोई मतलब होगा ही। इहदा मतलब यह जी इत्थे के 0 आ गया तो यह तो सॉल्व ही नहीं होना, नॉट डिफाइंड बन जाऊगा। चलो जी हुण अपने कोल आह वैल्यू होगी, इन थोड़ा जिहा ठीक करके लिखते हैं। असी सब तो पहला 1/k 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 ये सारा 1/k की कर लिया कॉमन कढ़ लिया तो अपने कोल अंदर की बन जूगा 1/k असी कॉमन कढ़ लिया तो साडे कोल अंदर की बन गया x1 प्लस x2 प्लस x3 प्लस अप टू xn तो ये नीचे की दिता असी डिवाइड दे विच n दिता होया सी। हुण जे तुसी फस्ट इक्वेशन नूं ध्यान नाल देखो तो ये सारी वैल्यूज़ की जगह ते असी की पुट कर सकते हैं 1 पुट कर सकते हैं जो सानू गिवन सीगा। तो आ सारी वैल्यू साडे कोल कितनी आ गई 1 आ गई। तो आंसर अपने कोल अर्थमैटिक मीन जिहड़ा आ गया डरावनी इक्वेशन का वो आ गया रजे 1/k बचा ना। तो आप हम चलते हैं ऑप्शन च कहते हैं भी वो ग्रेटर दैन 0 है। हुण देखो रजे के की वैल्यू जी उन्होंने ग्रेटर दैन 0 दे रखी आपां नूं है ना। इत्थे जे असी के 1 पुट करांगे तो यदा आंसर 1 आउंदा है तो जे असी के पुट करांगे 2 तो यदा आंसर आउंदा 0.5 जो कि लैस दैन 1 आगा। तो ना तो सानू पता भी वो 1 के बराबर हो सकता है, मतलब कहने का मतलब कि के की वैल्यू सानू पता नहीं तो के की वैल्यू जो असी पुट करांगे कुछ भी तो 1 भी हो सकता आंसर, मतलब अर्थमैटिक मीन तो लैस दैन 1 भी हो सकता है, ग्रेटर दैन तो 1 तो नहीं होना गा। तो चलो हुण असी देखते हैं भी किहड़ी ऑप्शन सही है। तो आप देखिया भी कोई भी ऑप्शन जिहड़ी है सानू इत्थे नहीं मैच हो रही तो नन ऑफ दीज जिहड़ा करैक्ट आंसर है। नैक्सट है जी अपने कोल 14th क्वेश्चन। फाइंड करना सी 15th परसेंटाइल। यही सेम इक्वेशन जिहड़ी है इक्वेशन नहीं डाटा दे रखा जिहड़ा। उस तो बाद असी गल करिए परसेंटाइल की तो परसेंटाइल की 15वीं P15 कढ़न का साडे कोल फॉर्मूला की हुंदा है। 5 गलत लिखा गया थोड़ा जा, वह फार्मूला हुंदा रजे n+1 n अपने कोल कितना 10+1 डिवाइडेड बाय 100 क्योंकि 100 हिस्से होंगे ने
इंटू के अपने कोल कितना है 15, तो ये अपने कोल आ गया 11/100 इंटू 15, तो ये अपने कोल आ गया जी 15 गुणा 1, ये आ गया अपने कोल 0.11 दे, तो 15 ਨੂੰ 0.11 ਨਾਲ ਮਲਟੀਪਲਾਈ ਕੀਤਾ ਤਾਂ ਆ ਜੂਗਾ ਆਪਣੇ ਕੋਲ 1.65 ਦੇ ਇਕੁਅਲ। ਹੁਣ ਕੀ ਕਰਾਂਗੇ ਰਾਜੇ P15 ਜਿਹੜਾ ਆਪਣੇ ਕੋਲ 1.65 ਟਰਮ ਆ ਗਈ, ਤਾਂ ਆਪਾਂ ਨੂੰ 1.65 ਜਿਹੜੀ ਫਾਈਂਡ ਆਊਟ ਕਰਾਂਗੇ ਕਿਸ ਤਰ੍ਹਾਂ। ਲੇਕਿਨ ਸਭ ਤੋਂ ਪਹਿਲਾਂ ਅਸੀਂ ਦੇਖ ਲੈਣਾ ਵੀ ਡਾਟਾ ਜਿਹੜਾ ਅਸੈਂਡਿੰਗ ਆਰਡਰ ਦੇ ਵਿੱਚ ਹੈ, ਇੰਕਰੀਜ਼ਿੰਗ ਆਰਡਰ ਦੇ ਵਿੱਚ ਹੈ ਕਿ ਨਹੀਂ। ਵਾਧੇ ਕ੍ਰਮ ਦੇ ਵਿੱਚ ਡਾਟਾ ਹੋਣਾ ਚਾਹੀਦਾ ਸਾਡਾ, ਫਿਰ ਹੀ ਆਪਾਂ 1.65 ਟਰਮ ਐਕੂਰੇਟ ਫਾਈਂਡ ਆਊਟ ਕਰ ਪਾਵਾਂਗੇ, ਨਹੀਂ ਤਾਂ ਗਲਤ ਫਾਈਂਡ ਹੋ ਜਾਊਗੀ। ਤਾਂ ਫਸਟ ਟਰਮ प्लस 0.65 इंटू सैकेंड माइनस फस्ट, यही फॉर्मूला जोड़ा मैं करवाया सूँ। फस्ट टर्म अपन कितनी दे रखी 3 प्लस 0.65 तो सैकेंड टर्म साढ़े कोल कितनी है 5 माइनस 3 आ जाऊ। तो अगे सॉल्व करांगे तो साढ़े कोल आ गया जी 3 प्लस 0.65 इंटू 2 दे। जो असीं सॉल्व करांगे फरदर तो आ जाऊगा अपने कोल 3 प्लस ये आ गया जी 1.3 आ गया, तो आंसर अपने कोल कितना आ गया जी 4.3। किहड़ी ऑप्शन है अपने कोल सी ऑप्शन। तो इस तरह जिहड़े फॉर्मूले ने उन्हां दी वरतों करके सिंपल जिहा चैप्टर है करी चलो तो आंसर कड्ढी चलो तो नंबर बनाई चलो। नैक्सट आ 15th क्वेश्चन साडे कोल। 15th क्वेश्चन दे विच क्या गया कहंदे इफ द मीन ऑफ फस्ट n नैचुरल नंबरस इज़ n² बाय 81 तो n की वैल्यू दसनी है की होवेगी। 15th क्वेश्चन ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਾਈਂਡ ਆਊਟ ਕਰਾਂਗੇ ਮੀਨ ਸਾਡੇ ਕੋਲ ਬਰਾਬਰ ਕਿਹਦੇ ਆ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। ਤੇ ਫਸਟ n ਨੈਚੁਰਲ ਨੰਬਰ ਲਈ ਅਸੀਂ ਮੀਨ ਫਾਈਂਡ ਆਊਟ ਆਲਰੇਡੀ 2-3 ਵਾਰ ਕੀਤਾ, ਉਹ ਬਰਾਬਰ ਹੈ n+1 ਡਿਵਾਈਡਡ ਬਾਈ 2 ਦੇ। ਤੇ ਇਹਦੀ ਵੈਲਿਊ ਗਿਵਨ ਸਾਨੂੰ ਦੇ ਰੱਖੀ ਹੈ n² ਬਾਈ 81 ਦੇ। ਅਸੀਂ ਕੀ ਕਰਾਂਗੇ ਇੱਥੋਂ ਰੀਅਰੇਂਜ ਕਰਾਂਗੇ n+1 ਡਿਵਾਈਡਡ ਬਾਈ 2 ਬਰਾਬਰ ਹੈ n² ਬਾਈ 81 ਦੇ। ये साढ़े को आजू 2n² इज इक्वल टू 81n प्लस 81 दे। अगर इसनू फरदर रीअरेंज करांगे 2n² माइनस 81n माइनस 81 इज इक्वल टू कि आ गया 0 दे आ गया। इनू असी इक्वेशन 1 का नाम दे दिता। हुण अजे असीं फाइंड आउट करनी है वैल्यू n की। ਹੁਣ ਇੱਥੋਂ ਅਗਰ ਅਸੀਂ ਦੋ ਮੈਥਡ ਨੇ ਫੈਕਟਰ ਬਣਾ ਸਕਦੇ ਹਾਂ ਜਾਂ ਫਿਰ ਆਪਾਂ ਕੁਆਡਰੇਟਿਕ ਇਕੁਏਸ਼ਨ ਆ ਤਾਂ ਫੈਕਟਰ ਜਿਵੇਂ ਫਾਈਂਡ ਆਊਟ ਕਰਾਂਗੇ -b ਪਲੱਸ ਮਾਈਨਸ √b² ਮਾਈਨਸ 4ac/2a ਦੇ। ਇੱਦਾਂ ਫੈਕਟਰ ਫਾਈਂਡ ਆਊਟ ਕਰ ਲਾਂਗੇ n ਦੀ ਵੈਲਿਊ ਆ ਜੂ। ਇਹ ਮੈਥਡ ਮੈਨੂੰ ਥੋੜ੍ਹਾ ਜਿਹਾ ਲੈਂਥੀ ਲੱਗਾ ਕਿਉਂਕਿ ਰਜੇ ਆਪਾਂ b² ਕਰਨਾ ਹੈ, ਮਤਲਬ 81 ਦਾ ਸਕੇਅਰ ਕਰਨਾ ਹੈ, ਫਿਰ -4 × a × c ਤਾਂ ਮਲਟੀਪਲੀਕੇਸ਼ਨ ਕਾफ़ी ਹੈ। ਤਾਂ ਇੱਥੇ ਤੁਸੀਂ ਅਲਟਰਨੇਟ यूज़ कर सकते हो, वो कर सकते हो बाय ऑप्शन दे नाल कि ऑप्शन जिहड़ी है फस्ट इक्वेशन दे विच भरदे जाओ, जिहड़ी लैफ्ट हैंड साइड ते राइट हैंड साइड नूं ऑप्शन सैटिस्फाई कर गई, मतलब जिहदी वैल्यू पुट करके ऑप्शन दी आंसर साडे कोल 0 आ गया, वो तो अपने कोल की है करैक्ट है, अदरवाइज की है इनकरैक्ट। तो पहला ए ऑप्शन भरते हैं तो अपने को 2 × असी ऑप्शन जो बाई ऑप्शन मैथड लवांगे तो असी LHS नूं यूज़ करांगे तो प्रूफ करांगे RHS के बराबर जो कि साडे कोल 0 है। 2 × 9² माइनस 81 × 9 माइनस 81 इज इक्वल टू 0 नहीं लिखना जी क्योंकि असी LHS लैके चल रहे हैं तो गलती नहीं करनी। उस तो बाद अपने कोल कितना आ गया 9 कॉमन कट लिया, 2 × 9 माइनस 81 माइनस 9 आ गया। इत्थे असी कैलकुलेशन करन नहीं बैठ जाना। पहला दसना चाहना अगर तुसी कैलकुलेशन कीतियां भी 2 ਨੂੰ 9 ਨਾਲ मल्टीप्लाई किया फिर -1 किया ना तो इत्थे तुसी जी टाइम वेस्ट करोगे। तुसी इत्थे सिंपली सोच के देखो भी 2 ਨੂੰ 9 ਨਾਲ मल्टीप्लाई किया कुछ वैल्यू आऊगी, वो वैल्यू जी है वो 90 तो क्योंकि 81 ते 9 जोड़े ने ऐड हो जाएंगे तो 90 बन जाएंगे। वो जी वैल्यू है अपने को 2 तो इनू 9 ਨੂੰ मल्टीप्लाई करके 18 आ गया। 18 चो जो 90 माइनस करांगे तो वैल्यू है नॉट इक्वल टू 0 आएगी। कुछ ना कुछ तो वैल्यू आएगी 0 नहीं आएगी। यदा मतलब ए ऑप्शन साड़ी गलत है, सैटिस्फाई नहीं करती। बी ऑप्शन साड़ी कहती है 81 भर दो तो असी 81 जोड़ा सबसीट्यूट कर दिता तो आंसर आ गया अपने को ए -81। 81 ਨੂੰ ਅਸੀਂ कॉमन कढ़ लिया तो 2 × 81 माइनस 81 माइनस 1। ਹੁਣ ਜਦੋਂ ਅਸੀਂ ਇਹ ਅੰਦਰਲੀ ਟਰਮ ਨੂੰ ਸੋਲਵ ਕਰਾਂਗੇ ਇਹ ਵੀ नॉट इक्वल टू की आएगी 0 ਦੇ ਆਵੇਗੀ, ਬਣ ਹੀ ਨਹੀਂ ਸਕਦੀ कि 0 अपने को क्योंकि 81 ਨੂੰ 2 ਨਾਲ मल्टीप्लाई करांगे तो अपने को कितना आजू 162 आजू तो 162 तो इनू प्लस करके 82 बनता है।
ਇਹਨਾਂ ਦੋਨਾਂ ਟਰਮ ਨੂੰ। ਤਾਂ 62 ਦੇ ਵਿੱਚੋਂ 162 ਦੇ ਵਿੱਚੋਂ ਆਪਾਂ 82 ਮਾਈਨਸ ਕਰਾਂਗੇ ਤਾਂ ਨੋਟ ਇਕੁਅਲ ਟੂ 0 ਹੀ ਆਊਗਾ ਨਾ। ਤਾਂ ਇਹਦਾ ਮਤਲਬ ਰਾਜੇ ਬੀ ਆਪਸ਼ਨ ਵੀ ਜਿਹੜੀ ਹੈ ਸਾਡੀ ਸੈਟਿਸਫਾਈ ਨਹੀਂ ਹੋ ਰਹੀਗੀ, ਤਾਂ ਬੀ ਆਪਸ਼ਨ ਵੀ ਗਲਤ ਹੈ। ਸੀ ਜਦੋਂ ਸਬਸਟੀਟਿਊਟ ਕਰਾਂਗੇ, ਕਹਿਣ ਦਾ ਮਤਲਬ 27 ਭਰਾਂਗੇ ਜਦੋਂ n ਦੀ ਜਗ੍ਹਾ 'ਤੇ, ਤਾਂ ਆਪਣੇ ਕੋਲ ਆ ਜੂ 81 × 27 ਮਾਈਨਸ 81। ਤਾਂ 27 ਕਾਮਨ ਕੱਢ ਲਿਆ ਜੀ ਆਪਾਂ, ਤਾਂ ਅੰਦਰ ਆ ਗਿਆ 2 × 27 ਮਾਈਨਸ ਆਪਣਾ ਕਿੰਨਾ ਆ ਗਿਆ 81 ਦੇ ਆ ਗਿਆ, ਅਤੇ ਆਪਣਾ ਮਾਈਨਸ ਕੀ ਆ ਗਿਆ 3 ਆ ਗਿਆ, ਕਿਉਂਕਿ 27 ਕਾਮਨ ਕੱਢ ਲਿਆ। ਹੁਣ ਅਸੀਂ ਦੇਖਾਂਗੇ ਰਾਜੇ ਜਦੋਂ ਆ ਆਪਣੇ ਕੋਲ ਕੀ ਬਣ ਗਿਆ 84 ਬਣ ਗਿਆ, ਮਾਈਨਸ 81 ਮਾਈਨਸ 3 ਕਿੰਨਾ ਬਣ ਗਿਆ ਮਾਈਨਸ ਦਾ 84। ਅਤੇ ਜਦੋਂ ਅਸੀਂ 27 ਨੂੰ 2 ਨਾਲ ਮਲਟੀਪਲਾਈ ਕੀਤਾ ਤਾਂ ਆਪਣੇ ਕੋਲ 84 ਤਾਂ ਬਣ ਨਹੀਂ ਰਿਹਾ ਗਾ, ਹੈ ਨਾ। ਤਾਂ ਇਹਦਾ ਮਤਲਬ ਇਹ ਆਨਸਰ ਕੀ ਆ ਜਾਊਗਾ ਨੋਟ ਇਕੁਅਲ ਟੂ 0 ਦੇ ਆ ਜਾਊਗਾ। ਤਾਂ ਆਪਣੇ ਕੋਲ ਜਿਹੜੀ ਹੈ ਸੀ ਆਪਸ਼ਨ ਵੀ ਗਲਤ ਆ ਗਈ। ਤਾਂ ਆਪਸ਼ਨ ਆਨਸਰ ਕੀ ਆ ਗਿਆ ਨਨ ਆਫ ਦੀਸ, ਵੀ n ਦੀ ਵੈਲਿਊ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਨੈਕਸਟ ਆ ਰਾਜੇ ਸਾਡੇ ਕੋਲ 16th ਕੁਐਸਚਨ। 16ਵੇਂ ਕੁਐਸਚਨ 'ਚ ਸਾਨੂੰ ਕੀ ਕਿਹਾ ਗਿਆ, 16ਵੇਂ ਕੁਐਸਚਨ 'ਚ ਕਹਿੰਦੇ ਇਫ x ਲੈਸ ਦੈਨ y, y ਕਿਹੜਾ ਆਪਣੇ ਕੋਲ ਲੈਸ ਦੈਨ 2x ਹੈ, ਐਂਡ ਮੀਡੀਅਨ ਆਫ x y 2x ਆਰ 15 12 ਰਿਸਪੈਕਟਿਵਲੀ। ਤਾਂ ਆਪਣੇ ਕੋਲ ਇੱਕ ਕੰਡੀਸ਼ਨ ਦੇ ਰੱਖੀ ਹੈ ਵੀ x ਜਿਹੜਾ ਉਹ y ਤੋਂ ਛੋਟਾ ਹੈ ਅਤੇ y ਜਿਹੜਾ ਉਹ 2x ਤੋਂ ਛੋਟਾ ਹੈ, ਅਤੇ y ਦੀ ਵੈਲਿਊ x ਅਤੇ 2x 'ਚ ਲਾਈ ਕਰਦੀ ਹੈ, ਕਹਿਣ ਦਾ ਮਤਲਬ। ਅਤੇ ਕਹਿੰਦੇ ਜਦੋਂ ਸਾਨੂੰ ਆਹ ਸੀਰੀਜ਼ ਦੇ ਰੱਖੀ ਆਹ, ਇਹਦਾ ਜਿਹੜਾ ਮੀਨ ਹੈ ਉਹ 15 ਗਾ ਆਪਣੇ ਕੋਲ x ਬਾਰ, ਅਤੇ ਮੀਡੀਅਨ ਜਿਹੜਾ ਆਪਣੇ ਕੋਲ x ਮੀਡੀਅਨ ਉਹ 12 ਗਾ। ਤਾਂ ਆਪਾਂ x ਦੀ ਵੈਲਿਊ ਫਾਈਂਡ ਆਊਟ ਕਰਨੀ ਹੈ 16ਵੇਂ ਕੁਐਸਚਨ 'ਚ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਮੀਨ ਫਾਈਂਡ ਆਊਟ ਕਰਾਂਗੇ। ਮੀਨ ਆ ਜੂ ਆਪਣੇ ਕੋਲ x + y + 2x ਡਿਵਾਈਡਡ ਬਾਈ 3 ਦੇ। x ਬਾਰ ਦੀ ਜਿਹੜੀ ਵੈਲਿਊ ਆਪਾਂ ਨੂੰ 15 ਗਿਵਨ ਹੈ, ਤਾਂ ਉਹ ਵੈਲਿਊ ਸਬਸਟੀਟਿਊਟ ਕਰ ਦਾਂਗੇ। ਤਾਂ ਆਪਣੇ ਕੋਲ x + y + 2x + x ਆਪਣੇ ਕੋਲ 3x ਬਣ ਗਿਆ, ਅਤੇ 15 ਤੀਆ ਕਿੰਨਾ ਆ ਗਿਆ 45। ਤਾਂ ਇੱਥੋਂ ਰਾਜੇ ਆਪਣੇ ਕੋਲ ਇਕੁਏਸ਼ਨ ਬਣ ਗਈ 3x + y = ਕਿਹਦੇ ਆ ਗਿਆ 15 ਦੇ 45 ਦੇ ਆ ਗਿਆ। ਅਤੇ ਆਪਾਂ ਨੂੰ ਜਿਹੜਾ ਮੀਡੀਅਨ ਹੈ x ਮੀਡੀਅਨ ਦੀ ਗੱਲ ਕਰੀਏ, ਇਸ ਇਕੁਏਸ਼ਨ ਦਾ ਇਸ ਐਕਸਪ੍ਰੈਸ਼ਨ ਦਾ, ਇਸ ਸੀਰੀਜ਼ ਦਾ ਐਕਸਪ੍ਰੈਸ਼ਨ ਇਕੁਏਸ਼ਨ ਕਹੀ ਹੈ ਨਾ, ਇਸ ਸੀਰੀਜ਼ ਦਾ ਮੀਡੀਅਨ ਕਿੰਨਾ ਆ ਗਿਆ ਆਪਣੇ ਕੋਲ ਉਹ 12 ਦੇ ਰੱਖਿਆ ਹੈ। ਅਤੇ ਆਪਾਂ ਜੇ ਫਾਈਂਡ ਆਊਟ ਕਰਨਾ ਹੋਵੇ ਮੀਡੀਅਨ ਆਫ x y 2x, ਉਹ ਆਪਣੇ ਕੋਲ ਕੀ ਹੁੰਦੀ ਹੈ ਮਿਡਲ ਟਰਮ ਹੁੰਦੀ ਹੈ ਨਾ। 3 ਟਰਮਸ ਨੇ n + 1 ਡਿਵਾਈਡਡ ਬਾਈ 2, ਤਾਂ ਆਪਣੇ ਕੋਲ 4/2 ਆ ਗਿਆ, ਅਤੇ ਸੈਕਿੰਡ ਟਰਮ ਆਪਣਾ ਕੀ ਹੈ ਮੀਡੀਅਨ ਵਿਚ ਇਜ਼ y। ਤਾਂ ਆਪਣੇ ਕੋਲ x ਮੀਡੀਅਨ ਦੀ ਵੈਲਿਊ 12 ਗਿਵਨ ਹੈ, ਜਿਹਨੂੰ ਅਸੀਂ ਸੀਰੀਜ਼ ਦੀ ਮਦਦ ਦੇ ਨਾਲ ਕੀ ਫਾਈਂਡ ਆਊਟ ਕਰ ਲਿਆ y। ਤਾਂ ਇੱਥੋਂ y ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 12 ਆ ਗਈ। ਹੁਣ ਆਪਣੇ ਕੋਲ ਫਸਟ ਇਕੁਏਸ਼ਨ ਜਿਹੜੀ ਸੀਗੀ 3x + y = 45, ਇਹਦੇ ਵਿੱਚ ਇਹ ਵੈਲਿਊ ਸਬਸਟੀਟਿਊਟ ਕਰ ਦਾਂਗੇ, ਤਾਂ ਆਪਣੇ ਕੋਲ 3x + 12 = ਕਿਹਦੇ ਆ ਜੂ 45 ਦੇ। ਅਤੇ ਇੱਥੋਂ 3x ਕਿੰਨਾ ਆ ਗਿਆ ਆਪਣੇ ਕੋਲ 45 ਮਾਈਨਸ ਕਿੰਨਾ ਆ ਗਿਆ 12, ਤਾਂ ਆਪਣੇ ਕੋਲ 33 ਆ ਗਿਆ ਜੀ। x ਕਿੰਨਾ ਆ ਗਿਆ ਆਪਣੇ ਕੋਲ 11 ਆ ਗਿਆ। ਤਾਂ ਇੱਥੋਂ x ਦੀ ਵੈਲਿਊ 11 ਪੁੱਟ ਕਰ ਦਿਓ। ਜੇ y ਪੁੱਛੀ ਹੁੰਦੀ ਤਾਂ y 12 ਆਪਸ਼ਨ 'ਚ 12 ਦੇਖ ਕੇ y ਸਿਲੈਕਟ ਕਰ ਲੈਣਾ ਸੀ। ਨੈਕਸਟ ਹੈ ਸਾਡੇ ਕੋਲ 17th ਕੁਐਸਚਨ। If 10 is the mean of set of 7 observations and 5 is the mean of 3 observations, then the mean of combined set is। ਆਪਾਂ ਨੂੰ ਜਿਹੜਾ ਹੈ 10 ਦੇ ਰੱਖਿਆ ਮੀਨ ਆਫ 7 ਆਬਜ਼ਰਵੇਸ਼ਨ, ਮਤਲਬ n1 ਆਪਾਂ ਨੂੰ ਦੇ ਰੱਖਿਆ 7, ਅਤੇ x1 ਬਾਰ ਦੇ ਰੱਖਿਆ ਆਪਾਂ ਨੂੰ 10, n2 ਦੇ ਰੱਖਿਆ ਆਪਾਂ ਨੂੰ 3, ਅਤੇ x2 ਬਾਰ ਜੀ ਦੇ ਰੱਖਿਆ 5 ਦੇ ਇਕੁਅਲ। ਅਤੇ ਅਸੀਂ ਕੰਬਾਈਨਡ ਫਾਈਂਡ ਆਊਟ ਕਿਵੇਂ ਕਰਾਂਗੇ, n1 x1 ਬਾਰ ਪਲੱਸ n2 x2 ਬਾਰ ਡਿਵਾਈਡਡ ਬਾਈ n1 ਪਲੱਸ n2 ਦੇ। ਤਾਂ ਆਪਣੇ ਕੋਲ ਰਜੇ ਇੱਥੋਂ ਆਨਸਰ ਕਿੰਨਾ ਆ ਗਿਆ, ਡੈਟ ਇਜ਼ 70 + 15 ਡਿਵਾਈਡਡ ਬਾਈ ਆਪਣੇ ਕੋਲ ਆ ਗਿਆ 15, 3 ਹੈ ਅਤੇ 7 ਹੈ 10 ਆ ਗਿਆ ਜੀ। ਇਹ ਆ ਗਿਆ ਰਜੇ ਆਪਣੇ ਕੋਲ 85/10, ਤਾਂ ਆਪ ਆਨਸਰ ਆ ਗਿਆ 8.5। ਤਾਂ ਸੀ ਆਪਸ਼ਨ 17 ਦੀ ਕੀ ਹੈ ਆਨਸਰ ਹੈ। 18th ਕੁਐਸਚਨ ਆਪਾਂ ਨੂੰ ਕਹਿੰਦੇ ਆ ਤਾਂ ਮੀਡੀਅਨ ਆਫ 21 ਆਬਜ਼ਰਵੇਸ਼ਨਸ ਇਜ਼ 18। ਮੀਡੀਅਨ ਦੇ ਰੱਖਿਆ 21 ਆਬਜ਼ਰਵੇਸ਼ਨ ਦਾ। ਇਫ 2 ਆਬਜ਼ਰਵੇਸ਼ਨਸ 15 ਐਂਡ 24 ਇਨਕਲੂਡਡ ਟੂ ਦਾ ਆਬਜ਼ਰਵੇਸ਼ਨ। ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਕਹਿੰਦੇ ਵੀ ਸਾਡੇ ਕੋਲ ਮੀਡੀਅਨ ਹੈ ਕਿੰਨੀ ਆਬਜ਼ਰਵੇਸ਼ਨ ਦਾ 21 ਆਬਜ਼ਰਵੇਸ਼ਨ ਦਾ, ਉਹ ਆਪਾਂ ਨੂੰ ਦੇ ਰੱਖਿਆ ਐਕਸ ਮੀਡੀਅਨ ਕਿੰਨਾ ਦੇ ਰੱਖਿਆ 18 ਦੇ ਰੱਖਿਆ, ਮਤਲਬ ਐਨ ਦੀ ਵੈਲਿਊ ਕਿੰਨੀ ਦੇ ਰੱਖੀ ਹੈ 21 ਦੇ ਰੱਖੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦੇ 15 ਅਤੇ 24 ਇਹਨੂੰ ਐਡ ਕਰ ਦਿੱਤਾ ਉਸ ਆਬਜ਼ਰਵੇਸ਼ਨਸ ਦੇ ਵਿੱਚ। ਤਾਂ ਦੱਸੋ ਮੀਡੀਅਨ ਜਿਹੜਾ ਉਹ ਨਵੀਂ ਸੀਰੀਜ਼ ਦਾ ਕੀ ਹੋਵੇਗਾ।
ਰਾਜੇ ਕੁਐਸਚਨ ਜਿਹੜਾ ਹੈ ਬੜਾ ਹੀ ਸਿੰਪਲ ਹੈ। ਦੇਖੋ ਆਪਣੇ ਕੋਲ ਕੋਈ ਸੀਰੀਜ਼ ਦੇ ਰੱਖੀ ਹੈ ਜਿਹਦੇ ਵਿੱਚ ਆਪਾਂ ਨੂੰ ਮੀਡੀਅਨ ਦੇ ਰੱਖਿਆ 18। ਮੀਡੀਅਨ ਦਾ ਮਤਲਬ ਸੈਂਟਰਲ ਵੈਲਿਊ, ਮਤਲਬ 18 ਸੈਂਟਰ ਚਲਾਈ ਕਰਦਾ। 21 ਆਬਜ਼ਰਵੇਸ਼ਨ ਜਿਹੜੀਆਂ ਟੋਟਲ ਨੰਬਰ ਆਫ ਵੈਲਿਊਜ਼ 21 ਦਾ ਜਿਹੜਾ ਮੀਡੀਅਨ ਹੈ ਸੈਂਟਰਲ ਵੈਲਿਊ ਹੈ 18 ਹੈ। ਠੀਕ ਹੈ ਜੀ। ਕਹਿੰਦੇ ਹੁਣ 15 ਐਡ ਕਰਤਾ, 15 ਐਡ ਕੀਤਾ। 15 ਆਪਾਂ ਨੂੰ ਪਤਾ 18 ਤੋਂ ਪਹਿਲਾਂ ਤਾਂ ਇੱਥੇ ਲਾਈ ਕਰੂਗਾ। ਆਪਾਂ ਨੂੰ ਨਹੀਂ ਪਤਾ ਨਾਲ ਹੋਵੇ ਥੋੜ੍ਹਾ ਇੱਕ ਟਰਮ ਛੱਡ ਕੇ, ਲੇਕਿਨ ਆਪਾਂ ਨੂੰ ਇਹ ਪਤਾ ਵੀ ਲੈਫਟ 'ਤੇ ਜਿਹੜਾ ਲਾਈ ਕਰਦਾ 15 ਹੈ ਨਾ। ਉਸ ਤੋਂ ਬਾਅਦ ਗੱਲ ਕਰੀਏ 24 ਦੀ, ਤਾਂ 24 ਜਿਹੜਾ 18 ਤੋਂ ਵੱਡਾ ਉਹ ਲਾਈ ਕਰੂਗਾ ਆਪਣੇ ਰਾਈਟ ਹੈਂਡ ਸਾਈਡ 'ਤੇ। ਇਹ ਗੱਲ ਤਾਂ ਕਲੀਅਰ ਹੋ ਗਈ। ਹੁਣ ਦੇਖੋ ਜੀ ਤੁਸੀਂ ਕੀ ਕੀਤਾ, ਆ ਆਪਣਾ ਤਰਾਜੂ ਹੈ, ਠੀਕ ਹੈ ਜੀ, ਤਰਾਜੂ ਹੈ। ਤੁਸੀਂ ਕੀ ਕੀਤਾ, 1 ਵੱਟਾ ਇੱਧਰ ਪਾਤਾ 5 ਕਿਲੋ ਦਾ, 1 ਵੱਟਾ ਇੱਧਰ ਪਾਤਾ 5 ਕਿਲੋ ਦਾ, ਠੀਕ ਹੈ ਜੀ। ਤਾਂ ਤਰਾਜੂ ਜਿਹੜਾ ਉਹ ਵਿਚਾਲੇ ਹੀ ਖੜੂਗਾ, ਠੀਕ ਹੈ ਜੀ। ਅਤੇ ਤੁਸੀਂ ਦੋਨੇ ਵੱਟੇ ਚੱਕ ਤੇ ਤਾਂ ਵੀ ਤਰਾਜੂ ਵਿਚਾਲੇ ਖੜੂਗਾ। ਜੇ ਤੁਸੀਂ 10 ਕਿਲੋ ਦਾ ਵੱਟਾ ਇੱਧਰ ਪਾਤਾ, 10 ਕਿਲੋ ਦਾ ਇੱਧਰ ਪਾਤਾ ਤਾਂ ਵੀ ਤਰਾਜੂ ਖੜੂਗਾ। ਤੁਸੀਂ ਕੀ ਕੀਤਾ, ਪਹਿਲਾਂ 5 ਕਿਲੋ ਦਾ ਵੱਟਾ ਪਾਇਆ ਇਸ ਤਰਾਜੂ 'ਚ, ਠੀਕ ਹੈ ਜੀ। ਇੱਧਰ 5 ਕਿਲੋ ਦਾ ਵੱਟਾ ਪਾਇਆ, ਦੋਨੇ ਵਿਚਾਲੇ ਖੜੇ ਸੀ। ਫਿਰ ਤੁਸੀਂ ਕਿਹਾ ਜੀ ਇੱਧਰ ਵੀ 5 ਕਿਲੋ ਵਧਾ ਦਿਓ, ਇੱਧਰ ਵੀ ਹੋਰ 5 ਕਿਲੋ ਵਧਾ ਦਿਓ, ਤਾਂ ਫਰਕ ਤਾਂ ਕੁਛ ਨਹੀਂ ਪੈਣਾ ਨਾ। ਉਹ ਲੈਫਟ ਹੈਂਡ ਸਾਈਡ 'ਤੇ ਇੱਕ ਟਰਮ ਐਡ ਕਰਤੀ, ਇੱਕ ਟਰਮ ਰਾਈਟ ਹੈਂਡ ਸਾਈਡ 'ਤੇ ਐਡ ਕਰਤੀ। ਸੈਂਟਰਲ ਵੈਲਿਊ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਹਾਂ ਇੱਥੇ ਮੀਨ ਹੁੰਦਾ, ਮੀਨ ਜ਼ਰੂਰ ਚੇਂਜ ਹੋਣਾ ਸੀ, ਤਾਂ ਮੀਡੀਅਨ ਰਜੇ ਕੋਈ ਫਰਕ ਨਹੀਂ ਪੈਣਾ, 18 ਹੀ ਰਹੂਗਾ। ਆਨਸਰ ਆਊਗਾ ਬੀ। ਨੈਕਸਟ ਸਾਡੇ ਕੋਲ 19th ਕਹਿੰਦੇ ਦ ਮੀਡੀਅਨ ਆਫ ਫੋਲੋਇੰਗ ਮਾਰਕਸ ਆਫ 9 ਸਟੂਡੈਂਟਸ ਇਨ ਕਲਾਸ ਇਜ਼। ਤਾਂ ਮੀਡੀਅਨ ਫਾਈਂਡ ਆਊਟ ਕਰਨਾ ਹੈ। ਟੋਟਲ ਸਾਡੇ ਕੋਲ 9 ਬੱਚੇ ਨੇ, ਤਾਂ 9 ਬੱਚਿਆਂ ਦਾ ਮੀਡੀਅਨ ਫਾਈਂਡ ਆਊਟ ਕਰਨਾ ਹੈ। ਸਿੰਪਲ ਜਿਹਾ ਕੁਐਸਚਨ ਹੈ, ਪਰ ਸਭ ਤੋਂ ਪਹਿਲਾਂ ਜਿਹੜਾ ਸਟੈਪ 1 ਹੈ ਬਹੁਤ ਮਿਸ ਕਰ ਜਾਂਦੇ ਅਸੀਂ, ਉਹ ਹੈ ਵੀ ਇਹਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲਓ, ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖ ਲਓ। ਸਭ ਤੋਂ ਪਹਿਲਾਂ ਜਦੋਂ ਅਸੀਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਾਂਗੇ ਇਸ ਪੂਰੀ ਦੀ ਸੀਕੁਐਂਸ ਨੂੰ, ਤਾਂ ਸਾਡੇ ਕੋਲ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਅਸੀਂ ਵੈਲਿਊ ਲਿਖਾਂਗੇ ਉਹ ਕੀ ਹੋਵੇਗੀ। ਸਭ ਤੋਂ ਪਹਿਲਾਂ ਸਮੋਲੈਸਟ ਵੈਲਿਊ ਫਾਈਂਡ ਆਊਟ ਕਰ ਲੈਣੀ ਅਸੀਂ, ਤਾਂ 21 ਸਭ ਤੋਂ ਛੋਟਾ ਹੈ। ਫਿਰ ਉਸ ਤੋਂ ਬਾਅਦ ਕੀ ਆਪਣੇ ਕੋਲ 21 ਤੋਂ ਬਾਅਦ 24, ਫਿਰ 27, ਫਿਰ ਆਪਣੇ ਕੋਲ 30, ਫਿਰ 32, ਫਿਰ ਆਪਣੇ ਕੋਲ 34 ਅਤੇ 35 ਅਤੇ 38 ਅਤੇ 48, ਠੀਕ ਹੈ ਜੀ। ਤਾਂ ਆਪਣੇ ਕੋਲ ਟੋਟਲ 9 ਵੈਲਿਊਜ਼ ਨੇ, ਟੋਟਲ 9 ਵੈਲਿਊਜ਼ ਨੇ। ਤਾਂ ਰਾਜੇ ਆਪਣੇ ਕੋਲ ਮੀਡੀਅਨ ਦੇਖੋਗੇ ਤਾਂ 4 ਵੈਲਿਊਜ਼ ਇੱਧਰ ਛੱਡ ਦਿਓ, ਠੀਕ ਹੈ ਜੀ, ਅਤੇ 4 ਵੈਲਿਊਜ਼ ਇੱਧਰ ਛੱਡ ਦਿਓ, ਤਾਂ ਆਪਣੇ ਕੋਲ ਕਿੰਨਾ ਆ ਗਿਆ ਮੀਡੀਅਨ 32। ਅਗਰ ਤੁਸੀਂ ਫਾਈਂਡ ਆਊਟ ਕਰਨਾ ਗਾ ਤਾਂ ਫਾਈਂਡ ਆਊਟ ਕਿਵੇਂ ਕਰ ਸਕਦੇ ਆ, n+1 ਡਿਵਾਈਡਡ ਬਾਈ 2th ਟਰਮ, ਇਹ ਆਪਣੇ ਕੋਲ ਮੀਡੀਅਨ ਹੁੰਦਾ। ਤਾਂ 10/2 ਮਤਲਬ 5ਵੀਂ ਟਰਮ ਮੀਡੀਅਨ ਹੋਊਗਾ, ਤਾਂ 32 ਕੀ ਆਪਣਾ ਆਨਸਰ ਹੈ। ਪਰ ਜਿਹੜੇ ਬੱਚੇ ਗਲਤੀ ਕਰ ਜਾਂਦੇ ਨੇ ਉਹ ਸਟੈਪ 1 ਲਿਖਣ 'ਚ ਗਲਤੀ ਕਰ ਜਾਂਦੇ ਨੇ। ਉਸ ਟਾਈਮ 'ਤੇ ਜਿਹੜਾ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ, ਜਦੋਂ ਅਸੀਂ ਮੀਡੀਅਨ ਫਾਈਂਡ ਆਊਟ ਕਰਨਾ ਤਾਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ। ਕੁਆਰਟਾਈਲਸ ਫਾਈਂਡ ਆਊਟ ਕਰਨਾ, ਡਿਸਾਈਲ ਫਾਈਂਡ ਆਊਟ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਉਹਨੂੰ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖ ਲਓ। 20ਵਾਂ ਸਵਾਲ ਸਾਡੇ ਕੋਲ ਹੈ, ਇਫ ਦਾ ਮੀਨ ਆਫ ਸਕੁਏਅਰਸ ਆਫ ਫਸਟ n ਨੈਚੁਰਲ ਨੰਬਰਸ ਇਜ਼। ਸਾਨੂੰ ਕਹਿੰਦੇ ਮੀਨ ਜਿਹੜਾ ਹੈ ਸਾਡੇ ਕੋਲ ਸਕੁਏਅਰਸ ਆਫ ਫਸਟ n ਨੈਚੁਰਲ ਨੰਬਰ, ਮਤਲਬ ਕਿ 1 ਸਕੁਏਅਰ 2 ਸਕੁਏਅਰ 3 ਸਕੁਏਅਰ ਅਪ ਟੂ ਸੋ n ਸਕੁਏਅਰ, ਇਹ ਸਾਨੂੰ ਸੀਰੀਜ਼ ਦੇ ਰੱਖੀ ਹੈ ਜਿਹਦਾ ਮੀਨ ਹੈ ਉਹ 105 ਦੇ ਰੱਖਿਆ। ਇਹ ਆਪਣੇ ਕੋਲ xi ਹੈ ਅਤੇ x ਬਾਰ ਆਪਾਂ ਨੂੰ ਦੇ ਰੱਖਿਆ 105। ਦੈਨ ਦ ਮੀਡੀਅਨ ਆਫ ਫਸਟ n ਨੈਚੁਰਲ ਨੰਬਰ ਇਜ਼। ਤਾਂ ਮੀਡੀਅਨ ਪਤਾ ਕਰਨਾ ਹੈ ਫਸਟ n ਨੈਚੁਰਲ ਨੰਬਰ ਦਾ, ਮਤਲਬ 1 2 3 ਅਪ ਟੂ n, ਇਹਦੀ ਸੀਰੀਜ਼ ਦਾ ਮੀਡੀਅਨ ਪਤਾ ਕਰਨਾ ਹੈ। ਤੇ ਜੇ ਮੀਡੀਅਨ ਵਾਸਤੇ ਸਾਨੂੰ ਸਭ ਤੋਂ ਜ਼ਰੂਰੀ ਹੈ ਨੰਬਰ ਆਫ ਟਰਮਸ। ਸਾਨੂੰ ਪਤਾ ਮੀਡੀਅਨ ਇਹਦੇ ਬਰਾਬਰ ਹੁੰਦਾ, ਤਾਂ n ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। ਕਹਿਣ ਦਾ ਮਤਲਬ ਜੇ n ਆਪਾਂ ਨੂੰ ਪਤਾ ਲੱਗ ਗਿਆ, ਨੰਬਰ ਆਫ ਟਰਮਸ ਪਤਾ ਲੱਗ ਗਈਆਂ, ਅਸੀਂ ਇੱਥੇ ਫਿਲ ਕਰਾਂਗੇ ਤਾਂ ਮੀਡੀਅਨ ਜਿਹੜਾ ਦੱਸ ਦਾਂਗੇ ਵੀ ਇਹ ਟਰਮ ਜਿਹੜੀ ਹੈ ਮੀਡੀਅਨ ਹੈ ਸਾਡਾ। ਹੁਣ ਸਵਾਲ ਪੈਦਾ ਹੁੰਦਾ ਵੀ n ਕਿਵੇਂ ਫਾਈਂਡ ਆਊਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਮੀਨ ਬਰਾਬਰ ਹੁੰਦਾ ਹੈ ਸਮ ਆਫ ਆਲ ਵੈਲਿਊਜ਼ ਦੇ। ਕਹਿਣ ਦਾ ਮਤਲਬ 1 ਸਕੁਏਅਰ 2 ਸਕੁਏਅਰ ਪਲੱਸ 3 ਸਕੁਏਅਰ ਅਪ ਟੂ n ਸਕੁਏਅਰ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼ ਦੇ। ਹੁਣ ਰਾਜੇ ਇੱਥੇ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ, ਉਹ ਇਹ ਪ੍ਰੋਬਲਮ ਹੁੰਦੀ ਹੈ ਕਿ ਸਾਨੂੰ ਨਾ ਕਈ ਵਾਰ ਪਤਾ ਹੀ ਨਹੀਂ ਚੱਲਦਾ ਵੀ ਕਰਨਾ ਕੀ ਹੈ। ਸਟੇਟਮੈਂਟ ਪੜ੍ਹ ਕੇ ਅਗਰ ਤੁਹਾਨੂੰ ਕਈ ਵਾਰ ਨਹੀਂ ਪਤਾ ਲੱਗਦਾ ਤਾਂ ਤੁਸੀਂ ਐਜ਼ ਇਟ ਇਜ਼ ਚੀਜ਼ਾਂ ਨੂੰ ਲਿਖਣਾ ਸ਼ੁਰੂ ਕਰ ਦਿਓ। ਹੁਣ x ਬਾਰ 105 ਦੇ ਰੱਖਿਆ, ਅਸੀਂ ਇੱਥੇ ਹੀ ਰੁਕ ਜਾਵਾਂਗੇ। ਤੁਸੀਂ ਕੀ ਕਰੋ, ਫਾਰਮੂਲਾ ਲਿਖ ਲਓ ਮੀਨ ਦਾ। ਜਦੋਂ ਫਾਰਮੂਲਾ ਲਿਖ ਲਾਂਗੇ ਤੁਹਾਨੂੰ ਸਮਝ ਲੱਗ ਜੂਗੀ ਵੀ ਕੀ ਗਿਵਨ ਹੈ। ਹੁਣ ਮੀਨ ਆਪਾਂ ਨੂੰ ਕਿੰਨਾ ਗਿਵਨ ਹੈ, ਉਹ ਗਿਵਨ ਹੈ 105। ਤਾਂ ਨੰਬਰ ਆਫ ਵੈਲਿਊਜ਼ n ਦਿੱਤੀਆਂ ਨੇ, ਤਾਂ ਇੱਥੇ ਆਪਣੇ ਕੋਲ 105 ਆ ਗਿਆ। 105 ਹੈ ਜੀ, ਇਹ 10 ਦੀ ਪਾਵਰ 5 ਨਹੀਂ, ਗਲਤੀ ਨਹੀਂ ਕਰਨੀ ਜਿੱਦਾਂ ਪੇਪਰ ਬਣਾਇਆ ਸੀ ਸਾਡਾ ਉੱਦਾਂ ਨਹੀਂ ਗਲਤੀ ਕਰਨੀ 41 61 ਦਾ। ਤਾਂ ਆਪਣੇ ਕੋਲ 105 ਇੰਟੂ n ਬਰਾਬਰ ਹੈ ਸਾਡੇ ਕੋਲ। ਹੁਣ ਇਹ ਆਪਣੇ ਕੋਲ ਕੀ ਆ, ਸਮ ਆਫ ਸਕੁਏਅਰਸ ਆਫ ਫਸਟ n ਨੈਚੁਰਲ ਨੰਬਰ, ਅਤੇ ਸਾਨੂੰ ਪਤਾ ਇਹ ਬਰਾਬਰ ਹੁੰਦਾ ਆਪਣੇ ਕੋਲ n+1 2n+1
ਡਿਵਾਈਡਡ ਬਾਏ 6 ਦੇ, ਤੇ ਆ n ਤੇ n ਕੈਂਸਲ ਆਊਟ ਹੋ ਗਏ, ਤਾਂ ਮੈਂ ਇਹਨਾਂ ਨੂੰ ਮਿਟਾ ਦਾਂ ਤਾਂ ਆਪਣੇ ਕੋਲ n+1 2n+1 ਬਰਾਬਰ ਕੀ ਦੇ ਆ ਗਿਆ 6 ਦੇ ਆ ਗਿਆ, ਜਗ੍ਹਾ ਥੋੜ੍ਹੀ ਪੈ ਗਈ, ਤਾਂ n+1 2n+1 ਬਰਾਬਰ ਕੀ ਆ ਗਿਆ 105 × 6, ਤਾਂ ਉਹ ਆਪਣੇ ਕੋਲ ਕਿੰਨਾ ਆ ਗਿਆ ਜੀ 630 ਆ ਗਿਆ। ਜਦੋਂ ਇਹਨੂੰ ਸੋਲਵ ਕਰਾਂਗੇ ਆਪਣੇ ਕੋਲ ਆ ਜੂ 2n² + 3n+1 = 630 ਦੇ, ਇਹਨੂੰ ਰੀਅਰੇਂਜ ਕਰਾਂਗੇ 2n² + 3n - 629 = ਆ ਗਿਆ 0 ਦੇ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਫੈਕਟਰ ਫਾਈਂਡ ਆਊਟ ਕਰ ਸਕਦੇ ਹਾਂ, ਜਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਰਾਜੇ, ਹੁਣ ਇੱਥੇ ਧਿਆਨ ਹੁਣ ਇੱਥੇ ਜਿਵੇਂ ਆਪਾਂ ਕੁਐਸਚਨ ਕੀਤਾ ਸੀ, ਅਸੀਂ ਕੀਤਾ ਬਾਏ ਆਪਸ਼ਨ ਕਰ ਲਿਆ ਸੀ, ਪਰ ਇਸ ਕੇਸ 'ਚ ਅਸੀਂ ਬਾਏ ਆਪਸ਼ਨ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਆਨਸਰ ਹੈ ਨਾ ਸਾਨੂੰ ਹੱਦ ਆਨਸਰ ਦੇ ਰੱਖੇ ਇਹ ਮੀਡੀਅਨ ਹੈ, ਇਹ ਐਨ ਨਹੀਂ ਹੈਗਾ ਗਾ, ਤਾਂ ਕਿਤੇ ਤੁਸੀਂ ਗਲਤੀ ਨਾਲ ਬਾਏ ਆਪਸ਼ਨ ਨਾ ਕਰਨ ਬੈਠ ਜਿਓ, ਠੀਕ ਹੈ ਜੀ, ਕਿਉਂਕਿ ਇਹ ਆਪਾਂ ਨੂੰ ਮੀਡੀਅਨ ਦੇ ਰੱਖੇ ਨੇ 8 9 10 11, ਨਾ ਕਿ ਐਨ ਦੀ ਵੈਲਿਊ ਦੇ ਰੱਖੀ ਹੈ, ਮੀਡੀਅਨ ਦੇ ਰੱਖੇ ਨੇ ਵੀ ਮੀਡੀਅਨ 8 ਹੈ 9 ਹੈ 10 ਹੈ ਕਿ 11। ਚਲੋ ਜੀ ਅਸੀਂ ਹੁਣ ਦੇਖਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ n ਫਾਈਂਡ ਆਊਟ ਕਰਾਂਗੇ ਕੁਆਡਰੇਟਿਕ ਇਕੁਏਸ਼ਨ ਦਾ, ਉਹ ਬਰਾਬਰ ਹੋਊਗਾ -b + -√b² - 4ac। ਤੁਸੀਂ ਕਰੋਗੇ ਜਦੋਂ ਤੁਹਾਡੇ ਕੋਲ n ਦੀਆਂ ਦੋ ਵੈਲਿਊਜ਼ ਆ ਜਾਣਗੀਆਂ, ਇੱਕ ਵੈਲਿਊ ਆ ਜੂਗੀ ਪਲੱਸ 'ਚ ਅਤੇ ਇੱਕ ਵੈਲਿਊ ਆ ਜੂਗੀ ਮਾਈਨਸ 'ਚ, ਤਾਂ ਮੈਂ ਜਿਹੜੀ ਪਲੱਸ ਵਾਲੀ ਹੈ ਉਹੀ ਰੱਖੂੰਗਾ, ਮਾਈਨਸ ਵਾਲੀ ਕੀ ਕਰ ਦਾਂਗੇ ਐਲੀਮੀਨੇਟ ਕਰ ਦਾਂਗੇ, ਕਿਉਂਕਿ ਜਿਹੜੀ ਨੰਬਰ ਆਫ ਵੈਲਿਊਜ਼ ਨੇ ਉਹ ਸਾਡੇ ਕੋਲ ਕਿਹਦੇ ਵਿੱਚ ਹੈ ਪਲੱਸ 'ਚ ਹੁੰਦੀਆਂ ਨਾ, ਨੈਗੇਟਿਵ ਕੀ ਹੋਣਗੀਆਂ ਪਲੱਸ ਆ ਜੂਗਾ। ਉਸ ਤੋਂ ਬਾਅਦ ਰਾਜੇ ਆਪਣੇ ਕੋਲ n ਕਿੰਨਾ ਆ ਗਿਆ 17 ਆ ਗਿਆ, ਠੀਕ ਹੈ ਜੀ। ਹੁਣ ਆਪਣੇ ਕੋਲ ਪਹੁੰਚਦੇ ਹਾਂ ਮੀਡੀਅਨ ਵਾਲੇ ਪਾਸੇ, ਤਾਂ ਮੀਡੀਅਨ ਵਾਲੇ ਪਾਸੇ ਕਹਿੰਦੇ ਜੀ ਸਾਡੇ ਕੋਲ ਨੰਬਰ ਆਫ ਟਰਮਸ ਜਿਹੜੀਆਂ ਨੇ ਕਿੰਨੀਆਂ ਆ ਗਈਆਂ 1 2 3 ਅਪ ਟੂ 17, ਤਾਂ ਟੋਟਲ ਨੰਬਰ ਆਫ ਟਰਮਸ ਆਪਣੇ ਕੋਲ 17 ਆ ਗਿਆ। ਮੀਡੀਅਨ ਕਿੰਨਾ ਆਊਗਾ, ਮੀਡੀਅਨ ਆਊਗਾ 17 + 1/2 ਦੀ ਪਾਵਰ 2 ਹੈ ਨਾ ਵੈਲਿਊ, ਇਹ ਆ ਜੂ ਆਪਣੇ ਕੋਲ 18/2, ਤਾਂ 9th ਵੈਲਿਊ ਆਪਣੇ ਕੋਲ ਕੀ ਆ ਗਈ ਮੀਡੀਅਨ ਆ ਗਈ। ਹੁਣ ਇਸ ਜਿਹੜੀ ਆਪਣੇ ਕੋਲ ਸੀਰੀਜ਼ ਹੈ ਇਸ 'ਚ 9ਵੀਂ ਟਰਮ ਕਿਹੜੀ ਹੈ ਉਹ 9 ਹੀ ਤਾਂ ਹੈ, ਤਾਂ ਬੀ ਆਨਸਰ ਆ ਗਿਆ ਜੀ 20th ਕੁਐਸਚਨ ਦਾ ਮੀਡੀਅਨ ਫਾਈਂਡ ਆਊਟ ਕਰ ਲਿਆ ਸੀ 9 ਆ ਗਿਆ। 21ਵੇਂ ਸਵਾਲ ਦੇ ਵਿੱਚ ਸਾਡੇ ਕੋਲ ਇੱਥੇ ਕਰੈਕਸ਼ਨ ਹੈ, ਅਰਥਮੈਟਿਕ ਮੀਨ ਨਹੀਂ ਹੈਗਾ, ਇੱਥੇ ਆਪਣੇ ਕੋਲ ਮੀਡੀਅਨ ਦੇ ਰੱਖਿਆ। ਹੁਣ ਕੁਐਸਚਨ ਦੁਬਾਰਾ ਰਿਪੀਟ ਕਰਦੇ ਹਾਂ, ਇਫ ਦਾ ਮੀਡੀਅਨ ਆਫ ਆਬਜ਼ਰਵੇਸ਼ਨਸ x1 x2 x3 ਅਪ ਟੂ xn ਇਜ਼ ਅਲਫਾ ਐਂਡ ਆਰ ਗਿਵਨ ਇਨ ਦਿਸ ਆਰਡਰ। ਬੇਸਿਕਲੀ ਇਹ ਸਾਡੇ ਕੋਲ ਇਨਕਰੀਜ਼ਿੰਗ ਆਰਡਰ ਦੇ ਰੱਖਿਆ, ਤਾਂ ਇੱਥੇ ਅਸੀਂ ਜਿਹੜਾ ਹੈ ਚਿੰਤਾ ਕਰਨ ਦੀ ਲੋੜ ਨਹੀਂ, ਮੀਡੀਅਨ ਅਪਲਾਈ ਕਰ ਸਕਦੇ ਹਾਂ, ਕਿਉਂਕਿ ਇਨਕਰੀਜ਼ਿੰਗ ਆਰਡਰ ਸਾਨੂੰ ਇਸ ਆਰਡਰ ਰਾਹੀਂ ਪਤਾ ਚੱਲ ਗਿਆ ਨਾ, ਗਿਵਨ ਆਰਡਰ ਰਾਹੀਂ ਵੀ ਇਹ ਇਨਕਰੀਜ਼ਿੰਗ ਹੈ। ਕਹਿੰਦੇ ਦੈਨ ਮੀਡੀਅਨ ਆਫ ਦਿਸ ਸੀਕੁਐਂਸ ਇਜ਼, ਤਾਂ ਸਾਨੂੰ ਦੋ ਸੀਰੀਜ਼ ਦੇ ਰੱਖੀਆਂ ਨੇ, ਆਹ ਸੀਰੀਜ਼ ਦੇ ਰੱਖੀ ਇੱਕ, ਤਾਂ ਇੱਕ ਆਹ ਸੀਰੀਜ਼ ਦੇ ਰੱਖੀ ਹੈ, ਇਹਨੂੰ ਅਸੀਂ S2 ਮੰਨ ਲਓ, ਇਹਨੂੰ S1 ਮੰਨ ਲਓ। S1 ਸੀਰੀਜ਼ ਦਾ ਜਿਹੜਾ ਮੀਡੀਅਨ ਆ ਉਹ ਅਲਫਾ ਦੇ ਰੱਖਿਆ, S2 ਸੀਰੀਜ਼ ਦਾ ਜਿਹੜਾ ਮੀਡੀਅਨ ਹੈ ਉਹ ਅਸੀਂ ਕੀ ਕਰਨਾ ਹੈ ਕੈਲਕੂਲੇਟ ਕਰਨਾ ਹੈ। ਸਭ ਤੋਂ ਪਹਿਲਾਂ S1 ਸੀਰੀਜ਼ ਦੀ ਗੱਲ ਕਰੀਏ ਤਾਂ ਸਾਡੇ ਕੋਲ ਟੋਟਲ 8 ਵੈਲਿਊਜ਼ ਨੇ, ਕਹਿਣ ਦਾ ਮਤਲਬ ਈਵਨ ਨੰਬਰ ਆਫ ਟਰਮਸ ਨੇ, ਈਵਨ ਨੰਬਰ ਆਫ ਟਰਮਸ। ਹੁਣ ਸਾਡੇ ਕੋਲ ਈਵਨ ਨੰਬਰ ਆਫ ਟਰਮਸ ਲਈ ਮੀਡੀਅਨ ਜਿਹੜਾ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ n/2th ਵੈਲਿਊ ਪਲੱਸ n/2 ਪਲੱਸ 1th ਵੈਲਿਊ ਅਤੇ ਡਿਵਾਈਡਡ ਬਾਈ 2। ਕਿਸ ਤਰ੍ਹਾਂ ਕੀਤਾ, ਕਿਉਂਕਿ ਅਸੀਂ ਮੀਡੀਅਨ ਦੀ ਦੋ ਵੈਲਿਊ ਫਾਈਂਡ ਆਊਟ ਕਰਦੇ ਸੀਗੇ, ਇੱਕ ਤਾਂ n/2th ਵੈਲਿਊ, ਫਿਰ n/2 ਪਲੱਸ 1th ਵੈਲਿਊ, ਫਿਰ ਉਹਨਾਂ ਦਾ ਕੀ ਕਰ ਲੈਂਦੇ ਸੀ ਐਵਰੇਜ, ਤਾਂ ਆਪਣੇ ਕੋਲ ਮੀਡੀਅਨ ਆ ਜਾਂਦਾ ਸੀ ਈਵਨ ਵੈਲਿਊਜ਼ ਵਾਸਤੇ, ਤਾਂ ਮੈਂ ਉਹਨਾਂ ਨੂੰ ਇਕੱਠਾ ਹੀ ਲਿਖਤਾ। ਹੁਣ ਰਾਜੇ ਆਪਣੇ ਕੋਲ ਜਿਹੜਾ ਮੀਡੀਅਨ ਹੈ S1 ਸੀਰੀਜ਼ ਲਈ ਉਹ ਕਿੰਨਾ ਆ ਗਿਆ x4 ਪਲੱਸ x5 ਡਿਵਾਈਡਡ ਬਾਈ 2 ਦੇ ਆ ਗਿਆ। ਅਗਰ S2 ਦੀ ਗੱਲ ਕਰੀਏ ਤਾਂ S2 ਵੀ ਆਪਣੇ ਕੋਲ ਕਿੰਨੀ ਹੈ ਈਵਨ ਨੰਬਰ ਆਫ ਟਰਮਸ ਨੇ, ਈਵਨ ਸੀਰੀਜ਼ ਬਣ ਰਹੀ ਹੈ ਆਪਣੇ ਕੋਲ, ਤਾਂ ਉਹਦੇ ਲਈ ਮੀਡੀਅਨ ਕੀ ਆ ਜਾਊਗਾ, ਉਹਦੇ ਲਈ ਵੀ ਮੀਡੀਅਨ ਦੀ ਵੈਲਿਊ ਸੇਮ ਆ ਜਾਊਗੀ x4 ਪਲੱਸ x5 ਡਿਵਾਈਡਡ ਬਾਈ 2। ਲੇਕਿਨ ਗੱਲ ਕਰੀਏ S1 ਦੀ, ਸੀਰੀਜ਼ 1 ਦੀ, ਉਹਦੇ ਵਿੱਚ ਸਾਨੂੰ ਜਿਹੜਾ ਮੀਡੀਅਨ ਹੈ ਉਹ ਗਿਵਨ ਦੇ ਰੱਖਿਆ ਅਲਫਾ ਦੇ ਬਰਾਬਰ ਦੇ ਰੱਖਿਆ ਹੈਗਾ, ਹੈ ਨਾ ਜੀ। ਅਤੇ S2 ਸੀਰੀਜ਼ ਦੇ ਵਿੱਚ ਸਾਨੂੰ ਕਹਿੰਦੇ ਵੀ ਪਤਾ ਕਰੋ ਵੀ ਮੀਡੀਅਨ ਕਿੰਨਾ ਹੋਊਗਾ। ਹੁਣ ਅਲਫਾ ਸਾਡੇ ਕੋਲ ਕਿਹਦੇ ਬਰਾਬਰ ਹੈ x4 ਪਲੱਸ x5 ਡਿਵਾਈਡਡ ਬਾਈ 2 ਦੇ, ਅਤੇ ਜਿਹੜੀ S2 ਸੀਰੀਜ਼ ਹੈ ਜਿਹਦਾ ਅਸੀਂ ਮੀਡੀਅਨ ਫਾਈਂਡ ਆਊਟ ਕਰਨਾ ਹੈ, ਮੈਂ ਸਪੋਜ਼ ਇਹਨੂੰ ਲਿਖ ਲਿੱਤਾ ਮੀਡੀਅਨ 1, ਇਹ ਆਪਣੇ ਕੋਲ ਮੀਡੀਅਨ 2 ਹੈਗਾ, ਤਾਂ ਕਿ ਕਨਫਿਊਜ਼ਨ ਨਾ ਹੋਵੇ। ਹੁਣ ਜਿਹੜਾ ਮੀਡੀਅਨ 1 ਹੈ ਉਹਦੀ ਵੈਲਿਊ x4 ਪਲੱਸ x5 ਡਿਵਾਈਡਡ ਬਾਈ 2 ਹੈ, ਅਤੇ ਜਿਹੜਾ ਮੀਡੀਅਨ 2 ਆ ਉਹਦੀ ਵੈਲਿਊ ਵੀ ਇਹ x4 ਪਲੱਸ x5 ਡਿਵਾਈਡਡ ਬਾਈ 2 ਹੈ, ਤਾਂ ਇੱਥੋਂ ਦਾ ਆਨਸਰ ਕਿੰਨਾ ਆ ਗਿਆ ਆਪਣੇ ਕੋਲ ਅਲਫਾ ਹੀ ਆ ਗਿਆ, ਕਿਉਂਕਿ ਇਹ ਵੀ ਅਲਫਾ ਦੇ ਬਰਾਬਰ ਹੈ, ਇਹ ਵੀ ਆਪਣੇ ਕੋਲ ਅਲਫਾ ਦੇ ਬਰਾਬਰ ਹੀ ਹੋਊਗੀ, ਕਿਉਂਕਿ ਦੋਨੇ ਸੇਮ ਹੀ ਮੀਡੀਅਨ ਨੇ। ਤਾਂ ਆਨਸਰ ਕੀ ਆ ਗਿਆ ਆਪਣੇ ਕੋਲ ਆਪਸ਼ਨ ਏ। ਨੈਕਸਟ ਆ ਸਾਡੇ ਕੋਲ 22ਵਾਂ ਕੁਐਸਚਨ, ਇਹਦੇ ਵਿੱਚ ਸਾਨੂੰ ਕਿਹਾ ਗਿਆ ਇਫ ਦਾ ਡਿਫਰੈਂਸ ਆਫ ਮੋਡ ਅਤੇ ਮੀਡੀਅਨ 24 ਦੇ ਰੱਖਿਆ, ਅਤੇ ਕਹਿੰਦੇ ਡਿਫਰੈਂਸ ਪਤਾ ਕਰੋ ਮੀਡੀਅਨ ਅਤੇ ਮੀਨ ਦੇ ਵਿੱਚ।
ਅਸੀਂ ਐਂਪੀਰੀਕਲ ਫਾਰਮੂਲਾ ਐਂਪੀਰੀਕਲ ਰਿਲੇਸ਼ਨ ਕੀਤੀ ਸੀ ਕਿ ਜਿਹੜਾ ਮੋਡ ਹੈ ਸਾਡੇ ਕੋਲ ਬਰਾਬਰ ਹੁੰਦਾ ਹੈ 3 ਮੀਡੀਅਨ ਮਾਈਨਸ 2 ਮੀਨ ਦੇ। ਹੁਣ ਇੱਥੋਂ ਅਗਰ ਗੱਲ ਕਰੀਏ ਸਾਨੂੰ ਮੋਡ ਮਾਈਨਸ ਮੀਡੀਅਨ ਜਿਹੜਾ ਹੈ ਉਹ 24 ਗਿਵਨ ਹੈ, ਇਹ ਸਾਨੂੰ ਗਿਵਨ ਟਰਮ ਦੇ ਰੱਖੀ ਹੈ ਅਤੇ ਅਸੀਂ ਮੀਡੀਅਨ ਮਾਈਨਸ ਮੀਨ ਪਤਾ ਕਰਨਾ ਹੈ, ਇਹ ਸਾਡਾ ਟਾਰਗੇਟ ਹੈ। ਹੁਣ ਅਗਰ ਗੱਲ ਕਰੀਏ 3 ਮੀਡੀਅਨ ਦੀ ਤਾਂ 3 ਮੀਡੀਅਨ ਨੂੰ ਮੈਂ 2 ਮੀਡੀਅਨ ਪਲੱਸ ਮੀਡੀਅਨ ਇਸ ਤਰ੍ਹਾਂ ਲਿਖ ਸਕਦਾ ਹਾਂ, ਕਿਉਂਕਿ ਮੈਨੂੰ ਜਿਹੜਾ ਹੈ ਅੱਗੇ ਮੀਡੀਅਨ ਨੂੰ ਇੱਧਰ ਲਿਜਾ ਕੇ ਮਾਈਨਸ ਦੇ ਵਿੱਚ ਬਣਾਉਣਾ ਹੈ, ਕਿਉਂਕਿ ਮੇਰੇ ਕੋਲ ਰਜੇ ਜੋ ਗਿਵਨ ਹੈ ਉਹਦੀ ਵਰਤੋਂ ਕਰਕੇ ਜੋ ਫਾਈਂਡ ਕਰਨਾ ਹੈ ਮੈਂ ਉੱਥੋਂ ਤੱਕ ਪਹੁੰਚਣਾ ਹੈ। ਤਾਂ ਮੈਂ ਇਹਨੂੰ ਰੀਅਰੇਂਜ ਕਰਕੇ ਲਿਖ ਸਕਦਾ ਹਾਂ ਮੋਡ ਮਾਈਨਸ ਮੀਡੀਅਨ ਇਜ਼ ਇਕੁਅਲ ਟੂ 2 ਮੀਡੀਅਨ ਮਾਈਨਸ 2 ਮੀਨ ਦੇ। ਮੈਂ ਕੀ ਕੀਤਾ 3 ਮੀਡੀਅਨ ਨੂੰ ਲਿਖ ਲਿਆ 2 ਮੀਡੀਅਨ ਪਲੱਸ ਮੀਡੀਅਨ ਦੇ, 2 ਪਲੱਸ 1 ਕਿੰਨਾ ਆਜੂ 3 ਆਜੂ, ਤਾਂ ਇਹਨੂੰ ਇਸ ਤਰ੍ਹਾਂ ਮੈਂ ਲਿਖ ਲਿਆ। ਉਸ ਤੋਂ ਬਾਅਦ ਮੈਂ ਕੀ ਕੀਤਾ ਜਿਹੜਾ ਇਕੱਲਾ ਮੀਡੀਅਨ ਸੀ ਇਹਨੂੰ ਮੋਡ ਦੀ ਸਾਈਡ ਲੈ ਗਿਆ, ਤਾਂ ਇਹ ਬਣ ਗਿਆ ਆਪਣੇ ਕੋਲ ਮੋਡ ਅਤੇ ਮੀਡੀਅਨ ਦਾ ਡਿਫਰੈਂਸ ਜੋ ਸਾਨੂੰ ਕਿੰਨਾ ਦੇ ਰੱਖਿਆ 24। ਇੱਥੇ ਵੈਲਿਊ ਸਬਸਟੀਟਿਊਟ ਕੀਤੀ ਤਾਂ ਸਾਡੇ ਕੋਲ ਆ ਗਿਆ 2 ਮੀਡੀਅਨ ਮਾਈਨਸ 2 ਮੀਨ ਇਜ਼ ਇਕਲ ਟੂ 24 ਦੇ, ਅਤੇ 2 ਕਾਮਨ ਕੱਢਿਆ ਦੋਨਾਂ ਸਾਈਡ ਤੋਂ ਤਾਂ ਇੱਧਰ ਆਪਣੇ ਕੋਲ ਕਿੰਨਾ ਰਹਿ ਜੂਗਾ 12। ਹੁਣ ਆਨਸਰ ਕੀ ਆ ਗਿਆ ਆਪਣੇ ਕੋਲ ਮੀਡੀਅਨ ਮਾਈਨਸ ਮੀਨ 12 ਆ ਗਿਆ, ਇਹੀ ਅਸੀਂ ਫਾਈਂਡ ਕਰਨਾ ਸੀ, ਤਾਂ ਇਹ ਆਪਸ਼ਨ ਇਜ਼ ਦਾ ਕਰੈਕਟ ਆਨਸਰ। ਨੈਕਸਟ ਆ ਰਜੇ ਸਾਡੇ ਕੋਲ 23ਵਾਂ MCQs। 23ਵੇਂ ਕੁਐਸਚਨ ਦੇ ਵਿੱਚ ਸਾਨੂੰ ਰਜੇ ਕਿਹਾ ਗਿਆ ਕਿ ਮੀਨ ਹੈ ਜਿਹੜਾ ਇਸ ਸੀਰੀਜ਼ ਦਾ ਇਸ ਆਬਜ਼ਰਵੇਸ਼ਨ ਦਾ x ਦੇ ਰੱਖਿਆ ਅਤੇ ਅਸੀਂ ਮੀਡੀਅਨ ਪਤਾ ਕਰਨਾ ਹੈ ਇਸ ਡਾਟਾ ਦਾ। ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕੀ ਗਿਵਨ ਹੈ। ਮੀਨ ਗਿਵਨ ਹੈ ਤਾਂ 26 ਪਲੱਸ 19 ਪਲੱਸ 15 ਪਲੱਸ 24 ਪਲੱਸ x ਡਿਵਾਈਡਡ ਬਾਈ ਕਿੰਨੀ ਟਰਮਸ ਨੇ ਸਾਡੇ ਕੋਲ 2 2 4 ਅਤੇ 5 ਬਰਾਬਰ ਹੈ x ਦੇ। ਇਹ ਸਾਨੂੰ ਗਿਵਨ ਹੈ। ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ 5x ਇਜ਼ ਇਕਲ ਟੂ 26 ਪਲੱਸ 19 ਪਲੱਸ 15 ਪਲੱਸ 24 ਪਲੱਸ x ਦੇ ਇਕੁਅਲ ਆ ਜੂ। ਇੱਥੋਂ ਸਾਡੇ ਕੋਲ 26 ਪਲੱਸ 19 ਪਲੱਸ 15 ਪਲੱਸ 24 ਬਰਾਬਰ ਕਿਹਦੇ ਆ ਗਿਆ 4x ਦੇ ਆ ਗਿਆ। ਅਤੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਪਲੱਸ ਕਰਾਂਗੇ ਤਾਂ ਸਾਡੇ ਕੋਲ ਆ ਜੂ 84 ਬਰਾਬਰ ਹੈ 4x ਦੇ। ਤਾਂ x ਦੀ ਇੱਥੋਂ ਵੈਲਿਊ ਕਿੰਨੀ ਆ ਗਈ 21 ਆ ਗਈ। x ਤਾਂ ਅਸੀਂ ਫਾਈਂਡ ਆਊਟ ਕਰ ਲਿਆ, ਤਾਂ ਸਾਡੇ ਕੋਲ ਜਿਹੜੀ ਆਹ ਗਿਵਨ ਸੀਰੀਜ਼ ਹੈ ਗਿਵਨ ਆਬਜ਼ਰਵੇਸ਼ਨ ਹੈ ਇਹ ਕੀ ਬਣ ਗਈ ਡੈਟ ਇਜ਼ 26 19 15 24 ਅਤੇ 21। ਹੁਣ ਤੁਸੀਂ ਮੀਡੀਅਨ ਫਾਈਂਡ ਆਊਟ ਕਰ ਲਓ। ਮੀਡੀਅਨ ਸਾਡੇ ਕੋਲ ਕਿੰਨਾ ਹੁੰਦਾ ਹੈ ਨੰਬਰ ਆਫ ਟਰਮਸ ਕਿੰਨੀਆਂ ਨੇ 1 2 3 4 ਅਤੇ 5। ਮੀਡੀਅਨ ਹੁੰਦਾ ਹੈ n+1/2 ਤਾਂ ਆਪਣੇ ਕੋਲ ਥਰਡ ਟਰਮ ਜਿਹੜੀ ਹੈ ਮੀਡੀਅਨ ਹੈ 15 ਅਤੇ 15 ਜਦੋਂ ਤੁਸੀਂ ਕੱਢ ਲਿਆ ਉਸ ਤੋਂ ਬਾਅਦ ਤੁਸੀਂ ਆਪਸ਼ਨਾਂ ਵੱਲ ਦੇਖੋਗੇ। ਆਪਸ਼ਨਾਂ ਵੱਲ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਕਹੋਗੇ ਵੀ ਹਾਂ ਵੀ ਮੇਰਾ ਕੁਐਸਚਨ ਜਿਹੜਾ ਹੈ ਗਲਤ ਸੋਲਵ ਕਰਤਾ ਮੈਂ, ਕਿਉਂ ਇੱਥੇ ਰੁਕ ਜਾਣਾ। ਫਿਰ ਅਸੀਂ ਦੁਬਾਰਾ ਤੋਂ ਮੀਨ ਚੈੱਕ ਕਰਾਂਗੇ, ਸਾਰਾ ਕੈਲਕੂਲੇਟ ਕਰਾਂਗੇ, ਫਿਰ ਦੇਖਾਂਗੇ 21 ਬਣਦਾ, ਫਿਰ ਆਵਾਂਗੇ ਇੱਥੇ, ਫਿਰ ਅਸੀਂ ਉਲਝ ਜਾਵਾਂਗੇ। ਤਾਂ ਹਮੇਸ਼ਾ ਜਦੋਂ ਮੀਡੀਅਨ ਫਾਈਂਡ ਆਊਟ ਕਰਨਾ ਹੈ, ਮੈਂ ਬਹੁਤ ਵਾਰ ਕਹਿਤਾ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਰਾਜੇ ਸੀਰੀਜ਼ ਨੂੰ ਜਿਹੜਾ ਹੈ ਅਸੈਂਡਿੰਗ ਆਰਡਰ ਦੇ ਵਿੱਚ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖ ਲੈਣਾ ਹੈ। ਇਸੇ ਕਰਕੇ ਤੁਹਾਡੀ ਜਿਹੜੀ ਗਲਤੀ ਹੋ ਸਕਦੀ ਹੈ। ਪਰ ਆਪਸ਼ਨ ਵਾਲੇ ਨੇ ਇੱਥੇ ਗਲਤੀ ਕੀ ਕੀਤੀ, ਅਗਰ ਮੈਂ ਆਪਸ਼ਨ ਪਾਈ ਹੁੰਦੀ ਤਾਂ ਮੈਂ ਇੱਥੇ ਜਿਹੜਾ ਹੈ ਕਿਸੇ ਇੱਕ ਆਪਸ਼ਨ ਦੀ ਜਗ੍ਹਾ 'ਤੇ ਕਿਸੇ ਵੀ ਇੱਕ ਆਪਸ਼ਨ ਦੀ ਜਗ੍ਹਾ 'ਤੇ ਸਪੋਜ਼ ਮੈਂ ਇੱਥੇ ਇੱਕ ਹੋਰ ਆਪਸ਼ਨ ਦਿੱਤੀ, ਉਹ ਮੈਂ ਦੇ ਦਿੰਦਾ ਸਪੋਜ਼ 15 ਦੇ ਦਿੰਦਾ। ਤਾਂ ਤੁਸੀਂ ਕਰਨਾ ਸੀ ਫਟਾਫਟ ਜਿਹੜੀ ਸੀਕੁਐਂਸ ਸੀਰੀਜ਼ ਦੇਖਣੀ ਸੀਗੀ ਉਹਨੂੰ ਅਸੈਂਡਿੰਗ ਆਰਡਰ 'ਚ ਤਾਂ ਲਿਖਣਾ ਨਹੀਂ ਸੀ, ਤੁਸੀਂ ਦੇਖਣਾ ਸੀ ਅੱਛਾ ਤੀਜੀ ਟਰਮ 15 ਹੈ ਤਾਂ ਚਲੋ ਜੀ 15 ਆਪਣਾ ਕਰੈਕਟ ਹੈ ਅਤੇ ਤੁਹਾਡਾ ਜਿਹੜਾ ਨੰਬਰ ਕੱਟਿਆ ਨਹੀਂ ਸੀ। ਤਾਂ ਇਹਦਾ ਮਤਲਬ ਸਭ ਤੋਂ ਪਹਿਲਾਂ ਸਟੈਪਸ ਨੂੰ ਯਾਦ ਰੱਖਣਾ ਹੈ, ਜਲਦਬਾਜ਼ੀ ਨਹੀਂ ਕਰਨੀ। ਤਾਂ ਮੀਡੀਅਨ ਫਾਈਂਡ ਆਊਟ ਕਰਨ ਵਾਸਤੇ ਅਸੀਂ ਕੀ ਕਰਾਂਗੇ ਸੀਰੀਜ਼ ਨੂੰ ਜਿਹੜੀ ਹੈ ਇਹਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲਾਂਗੇ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ, ਆਪਾਂ ਪਹਿਲਾਂ ਨਾਰਮਲ ਸੀਰੀਜ਼ ਲਿਖ ਲਈਏ 26 19 15 24 ਅਤੇ 21। ਤਾਂ ਸਭ ਤੋਂ ਛੋਟੀ ਟਰਮ ਆਪਣੇ ਕੋਲ ਕਿੰਨੀ ਆ 15, ਫਿਰ ਆਪਣੇ ਕੋਲ 19, ਫਿਰ 21, ਫਿਰ 24 ਅਤੇ 26। ਇਸ ਤਰ੍ਹਾਂ ਆਪਣੇ ਕੋਲ 5 ਟਰਮਸ ਨੇ। ਹੁਣ ਮੀਡੀਅਨ ਕਿੰਨਾ ਆ ਗਿਆ ਆਪਣੇ ਕੋਲ, ਉਹ ਆ ਗਿਆ 21 ਆ ਗਿਆ, ਕਿਉਂਕਿ ਦੇਖਣ ਦੀ ਜ਼ਰੂਰਤ ਹੀ ਨਹੀਂ ਹੈ। ਟੋਟਲ ਆਪਣੇ ਕੋਲ 5 ਟਰਮਸ ਨੇ n+1/2 6/2 ਅਤੇ ਥਰਡ ਟਰਮ ਜਿਹੜੀ ਹੈ ਆਪਣੇ ਕੋਲ ਕੀ ਆ ਗਿਆ ਮੀਡੀਅਨ। ਤਾਂ ਇਸ ਤਰ੍ਹਾਂ ਯਾਦ ਰੱਖਣਾ ਹੈ ਵੀ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ ਹੈ। ਜਦੋਂ ਅਸੀਂ ਮੀਡੀਅਨ ਨੂੰ ਕੁਆਰਟਾਈਲ ਨੂੰ ਜੋ ਵੀ ਫਰੈਕਟਾਈਲਸ ਨੇ ਉਹਨਾਂ ਨੂੰ ਫਾਈਂਡ ਆਊਟ ਕਰਨਾ ਹੈ, ਤਾਂ ਉਦੋਂ ਅਸੈਂਡਿੰਗ ਆਰਡਰ ਦੇ ਵਿੱਚ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖਣਾ ਜਿਹੜਾ ਉਹ ਭੁੱਲਣਾ ਨਹੀਂ। ਨੈਕਸਟ ਆ ਜੇ ਸਾਡੇ ਕੋਲ 24ਵਾਂ ਕੁਐਸਚਨ। 24ਵਾਂ ਕੁਐਸਚਨ ਦੇਖ ਲੈਂਦੇ ਹਾਂ। ਕਹਿੰਦੇ ਪਰਸੈਂਟੇਜ ਆਫ ਡਾਟਾ ਬਿਟਵੀਨ Q3 ਅਤੇ D6 ਇਹਦੇ ਵਿੱਚ ਫਾਈਂਡ ਆਊਟ ਕਰਨਾ ਸੀ। ਪਰਸੈਂਟੇਜ ਬਿਟਵੀਨ 2 ਫਰੈਕਟਾਈਲਸ ਅਸੀਂ ਪੜ੍ਹਿਆ ਸੀਗਾ। ਹੁਣ ਸਾਨੂੰ ਕਹਿੰਦੇ Q3 ਅਤੇ D6 ਵਿੱਚ ਪਰਸੈਂਟੇਜ ਪਤਾ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਮੋਡੂਲਸ ਲਿਖਾਂਗੇ, ਬਾਹਰ ਪਰਸੈਂਟੇਜ ਲਿਖਾਂਗੇ। ਤਾਂ
Q3 ਜਿਹੜਾ ਹੈ ਕੁਆਰਟਾਈਲ ਇਹ ਆਪਣੇ ਕੋਲ 25% ਦੇ ਹਿੱਸੇ ਬਣਾਉਂਦਾ ਹੈ ਤੇ ਡਿਸਾਈਲ ਜਿਹੜਾ ਹੈ ਇਹ ਆਪਣੇ ਕੋਲ 10% ਦੇ ਹਿੱਸੇ ਬਣਾਉਂਦਾ ਹੈ। ਤੇ ਮੈਂ ਕਿਹਾ ਸੀ ਜਿਨ੍ਹਾਂ ਪਤਾ ਕਰਨਾ ਉਹਨੂੰ ਮਲਟੀਪਲਾਈ ਕਰ ਦਿਓ ਤੇ ਮਾਈਨਸ ਕਰ ਦਿਓ। ਦੇਖਦੇ ਆ ਕਿਸ ਤਰ੍ਹਾਂ। ਤਾਂ 3 × 25 ਮਾਈਨਸ 6 × 10 ਤਾਂ ਆਪਣੇ ਕੋਲ ਆ ਗਿਆ 75 ਮਾਈਨਸ 10 ਸੌਰੀ 60 75 ਮਾਈਨਸ 60 ਇਹਦਾ ਕਰ ਦੇਣਾ ਪਰਸੈਂਟੇਜ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 15% ਆਨਸਰ ਆ ਗਿਆ। ਤੇ ਵੀਡੀਓ ਨੂੰ ਸਾਰਿਆਂ ਨੂੰ ਦੇਖਣਾ। ਫਰੈਕਟਾਈਲਸ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ। ਕਨਸੈਪਟ ਆਫ ਫਰੈਕਟਾਈਲਸ ਦੀ ਵੀਡੀਓ ਜਿਹੜੀ ਹੈ ਮੈਂ ਲੈਕਚਰ ਜਿਹੜਾ ਆਪਣਾ 4th ਲੈਕਚਰ ਹੈ ਉਹ ਪਾਇਆ ਸੀ। ਤਾਂ ਸਾਰੀ ਟੋਟਲੀ ਡੈਡੀਕੇਟਡ ਵੀਡੀਓ ਹੈ ਫਰੈਕਟਾਈਲਸ ਦੇ ਉੱਪਰ, ਪਾਰਟੀਸ਼ਨ ਵੈਲਿਊਜ਼ ਦੇ ਉੱਪਰ। ਤਾਂ ਜ਼ਰੂਰ ਦੇਖੋ ਰਾਜੇ, ਫੇਰ ਹੀ ਜਿਹੜਾ 24th ਕੁਐਸਚਨ ਸਮਝ ਵਿੱਚ ਆਊਗਾ। 25ਵਾਂ ਸਵਾਲ ਸਾਡੇ ਕੋਲ ਕਾਫੀ ਇੰਟਰਸਟਿੰਗ ਜਿਹਾ ਕੁਐਸਚਨ ਹੈ। ਕਹਿੰਦੇ ਇਫ ਅ ਕੌਂਸਟੈਂਟ ਵੈਲਿਊ 40 ਇਜ਼ ਸਬਟਰੈਕਟਡ ਫਰੋਮ ਈਚ ਆਬਜ਼ਰਵੇਸ਼ਨ ਆਫ ਅ ਸੈਟ ਦ ਮੀਨ ਆਫ ਅ ਸੈਟ ਇਜ਼। ਇਸ ਸਵਾਲ ਨੂੰ ਸਮਝਣ ਲਈ ਅਸੀਂ ਅਜ਼ੰਪਸ਼ਨ ਕਰਾਂਗੇ। ਅਸੀਂ ਮੰਨ ਲਓ ਰਾਜੇ ਸਾਡੇ ਕੋਲ A ਅਤੇ B ਦੋ ਨੰਬਰਸ ਨੇ ਆਬਜ਼ਰਵੇਸ਼ਨ ਦੇ ਵਿੱਚ। ਅਸੀਂ ਛੋਟੀ ਜਿਹੜੀ ਸੀਰੀਜ਼ ਮੰਨ ਕੇ ਚੱਲਦੇ ਹਾਂ, ਐਗਜ਼ਾਮਪਲ ਹੀ ਲੈਣੀ ਹੈ ਤਾਂ ਇੰਨੀ ਵੱਡੀ ਸੀਰੀਜ਼ ਵੀ ਸਪੋਜ਼ ਕਰਕੇ ਕੀ ਲੈਣਾ। ਤਾਂ ਆਪਾਂ A ਅਤੇ B ਸਪੋਜ਼ ਦੋ ਨੰਬਰ ਲੈ ਲਏ ਨੇ ਸੀਰੀਜ਼ ਦੇ ਵਿੱਚ, ਠੀਕ ਹੈ। ਅਤੇ ਜਦੋਂ ਅਸੀਂ ਦਾ ਮੀਨ ਫਾਈਂਡ ਆਊਟ ਕਰਾਂਗੇ, ਇਹਨੂੰ ਮੈਂ x1 ਬਾਰ ਨਾਲ ਰਿਪਰਜੈਂਟ ਕੀਤਾ, ਉਹ ਸਾਡੇ ਕੋਲ ਆ ਜਾਊ A + B/2 ਦੇ ਇਕੁਅਲ। ਅਤੇ ਹੁਣ ਕਹਿੰਦੇ ਆ ਇਫ ਅ ਕੌਂਸਟੈਂਟ ਵੈਲਿਊ 40 ਇਜ਼ ਸਬਟਰੈਕਟਡ ਫਰੋਮ ਈਚ ਆਬਜ਼ਰਵੇਸ਼ਨ। ਸਾਡੇ ਕੋਲ ਦੋ ਆਬਜ਼ਰਵੇਸ਼ਨ ਸੀਗੀਆਂ A ਅਤੇ B। ਹੁਣ ਅਸੀਂ ਕੀ ਕੀਤਾ, ਨਾਓ ਹੁਣ ਕੇਸ ਕੀ ਬਣ ਗਿਆ, A ਦੇ ਵਿੱਚੋਂ ਵੀ 40 ਮਾਈਨਸ ਕਰਤਾ, B ਦੇ ਵਿੱਚੋਂ ਵੀ 40 ਮਾਈਨਸ ਕਰਤਾ। ਤਾਂ ਸਾਡੇ ਕੋਲ ਨਵਾਂ ਜਿਹੜਾ ਮੀਨ ਹੈ ਉਹ ਆ ਜਾਊ A - 40 + B - 40 ਡਿਵਾਈਡਡ ਬਾਈ ਕੀ ਆ ਜੂ 2 ਦੇ। ਇਹ ਆਪ ਨੂੰ ਬਣ ਜੂ A + B - 80 ਡਿਵਾਈਡਡ ਬਾਈ 2 ਦੇ। ਤਾਂ ਆਨਸਰ ਆ ਗਿਆ A + B/2 - 40 ਦੇ। ਤਾਂ ਰਾਜੇ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ ਕਿ ਸਾਡੇ ਕੋਲ ਜਿਹੜਾ ਫਸਟ ਮੀਨ ਆਇਆ ਸੀਗਾ ਉਹ ਆਇਆ ਸੀ A + B/2 ਦੇ ਇਕੁਅਲ। ਅਤੇ ਜਦੋਂ x2 ਬਾਰ ਫਾਈਂਡ ਆਊਟ ਕੀਤਾ ਤਾਂ ਉਹ ਆ ਗਿਆ A + B/2 - 40। ਹੁਣ ਜਿਹੜਾ A + B/2 ਆ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ, ਇਹਨੂੰ ਲਿਖ ਸਕਦੇ ਹਾਂ ਫਸਟ ਮੀਨ ਅਤੇ -40। ਤਾਂ ਜਿਹੜਾ ਨਵਾਂ ਮੀਨ ਆਇਆ x2 ਬਾਰ ਉਹਦਾ ਉਹ ਕੀ ਆਊਗਾ, ਪਹਿਲੇ ਮੀਨ 'ਚੋਂ ਹਮੇਸ਼ਾ 40 ਘੱਟ ਹੀ ਆਊਗਾ। ਤਾਂ ਜਿਹੜਾ ਨਿਊ ਮੀਨ ਆਊਗਾ ਜਿਹੜਾ ਅਸੀਂ ਫਾਈਂਡ ਆਊਟ ਕਰਨਾ ਸੀ ਉਹ ਹਮੇਸ਼ਾ ਡਿਕਰੀਜ਼ਡ ਹੋਊਗਾ ਬਾਏ 40 ਦੇ ਨਾਲ। ਤਾਂ ਇਸ ਲਈ B ਜਿਹੜੀ ਹੈ ਇਹਦੀ ਕਰੈਕਟ ਆਪਸ਼ਨ ਹੈ। ਨੈਕਸਟ ਆ ਸਾਡੇ ਕੋਲ 26ਵਾਂ ਕੁਐਸਚਨ। ਕਹਿੰਦੇ ਇਫ A B C D ਆਪਣੇ ਕੋਲ ਨੋਨ ਜ਼ੀਰੋ ਇੰਟੀਜਰਸ ਨੇ ਸੱਚ ਦੈਟ A is less than B, B is less than C and C is less than D। ਨੋਨ ਇੰਟੀਜਰਸ ਦੇ ਰੱਖੇ ਨੇ A B C D ਐਂਡ ਮੀਨ ਐਂਡ ਮੀਡੀਅਨ ਆਫ A B C D ਆਰ ਬੋਥ ਇਕੁਅਲ ਟੂ 0। ਤਾਂ ਮਤਲਬ ਮੀਨ ਵੀ ਅਤੇ ਮੀਡੀਅਨ ਵੀ ਦੋਨਾਂ ਦੇ ਕੀ ਦੇ ਰੱਖੇ ਨੇ, 0 ਦੇ ਰੱਖੇ ਨੇ। ਦੈਨ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ। 26ਵੇਂ ਕੁਐਸਚਨ ਦੇ ਵਿੱਚ ਅਸੀਂ ਦੇਖੀਏ ਵੀ ਸਾਨੂੰ ਜਿਹੜਾ ਆ ਆਰਡਰ ਦੇ ਰੱਖਿਆ, ਇਹ ਆਰਡਰ ਦਾ ਮਤਲਬ ਹੈ ਵੀ ਸਾਡਾ ਡਾਟਾ ਇਨਕਰੀਜ਼ਿੰਗ ਹੈ, ਵਾਧੇ ਕ੍ਰਮ ਦੇ ਵਿੱਚ ਹੈ। ਅਤੇ ਮੀਡੀਅਨ ਦੀ ਗੱਲ ਕਰੀਏ ਅਤੇ ਮੀਨ ਦੀ ਗੱਲ ਕਰੀਏ, ਮੀਨ ਸਾਡੇ ਕੋਲ ਆ ਜਾਊਗਾ ਇਸ ਡਾਟਾ ਵਾਸਤੇ A + B + C + D ਡਿਵਾਈਡਡ ਬਾਏ 4। ਅਤੇ ਮੀਨ ਸਾਨੂੰ ਕਿਹਦੇ ਇਕੁਅਲ ਦੇ ਰੱਖਿਆ, 0 ਦੇ। ਇਕੁਏਸ਼ਨ ਨੰਬਰ 2। ਮੀਡੀਅਨ ਦੀ ਗੱਲ ਕਰੀਏ, x ਮੀਡੀਅਨ ਆ ਜਾਊ ਆਪਣੇ ਕੋਲ B + C ਡਿਵਾਈਡਡ ਬਾਈ 2 = 0 ਸਾਨੂੰ ਦੇ ਰੱਖਿਆ। B + C ਡਿਵਾਈਡਡ ਬਾਈ 2 ਕਿਵੇਂ ਆਇਆ, ਇਹ ਤੁਸੀਂ ਆਪ ਪਤਾ ਕਰਨਾ ਹੈ। ਨੈਕਸਟ ਸਾਡੇ ਕੋਲ ਕੀ ਆ ਜੂ ਰਾਜੇ, ਹੁਣ ਸਾਨੂੰ ਪਤਾ ਹੈ ਵੀ ਮੀਨ ਜਿਹੜਾ ਸਾਡਾ ਉਹ ਵੀ 0 ਹੈ, ਮੀਡੀਅਨ ਵੀ 0 ਹੈ। ਤਾਂ ਇੱਥੋਂ A + B + C + D ਕਿੰਨਾ ਆ ਗਿਆ, 0। ਸੈਕਿੰਡ ਇਕੁਏਸ਼ਨ ਤੋਂ। ਥਰਡ ਇਕੁਏਸ਼ਨ ਤੋਂ ਸਾਡੇ ਕੋਲ B + C ਕਿੰਨਾ ਆ ਗਿਆ, 0। ਅਤੇ ਜਾਂ ਫਿਰ ਆਪਾਂ B ਨੂੰ ਲਿਖ ਸਕਦੇ ਹਾਂ -C ਦੇ ਇਕੁਅਲ। ਇਹਨੂੰ ਸਪੋਜ਼ 4th ਇਕੁਏਸ਼ਨ ਸਬਸਟੀਟਿਊਟ ਕਰ ਲਓ, ਅਜ਼ਿਊਮ ਕਰ ਲਓ। ਤਾਂ ਇਹ ਜਦੋਂ ਆਪਣਾ B ਬਰਾਬਰ ਆ ਗਿਆ -C ਦੇ, ਉਹਨੂੰ ਅਸੀਂ 4th ਇਕੁਏਸ਼ਨ 'ਚ ਸਬਸਟੀਟਿਊਟ ਕਰ ਦਾਂਗੇ। ਤਾਂ ਸਾਡੇ ਕੋਲ 4th ਇਕੁਏਸ਼ਨ ਬਣ ਜਾਏਗੀ A - C + C + D = 0। ਤਾਂ ਇੱਥੇ ਆਪਣੇ ਕੋਲ C ਅਤੇ C ਕੈਂਸਲ ਆਊਟ ਹੋ ਗਏ। ਤਾਂ A + D ਕਿਹਦੇ ਇਕੁਅਲ ਆ ਗਿਆ, 0 ਦੇ ਇਕੁਅਲ ਆ ਗਿਆ। ਇੱਥੋਂ ਆਪਣੇ ਕੋਲ A ਦੀ ਵੈਲਿਊ ਕਿੰਨੀ ਆ ਗਈ, -D ਆ ਗਈ। ਤਾਂ ਦੋ ਆਨਸਰ ਆ ਗਏ ਆਪਣੇ ਕੋਲ ਰਾਜੇ। ਮੀਡੀਅਨ ਤੋਂ ਤਾਂ ਆਪਣੇ ਕੋਲ ਫਾਈਂਡ ਆਊਟ ਕੀਤਾ ਸੀ B = -C ਦੇ, ਅਤੇ ਮੀਨ ਤੋਂ ਅਸੀਂ ਫਾਈਂਡ ਆਊਟ ਕੀਤਾ A = -D ਦੇ। ਅਤੇ ਦੋਨੇ ਹੀ ਆਪਸ਼ਨ ਜਿਹੜੀਆਂ ਨੇ ਸਾਡੇ ਕੋਲ ਕਰੈਕਟ ਨੇ। 27ਵਾਂ ਕੁਐਸਚਨ ਕੀ ਹੈ ਸਾਡੇ ਕੋਲ, ਦੇਖ ਲੈਂਦੇ ਹਾਂ। 27th ਕੁਐਸਚਨ 'ਚ ਸਾਨੂੰ ਕਿਹਾ ਇਫ 10 ਇਜ਼ ਦਾ ਮੀਨ ਆਫ ਸੈਟ ਆਫ 7 ਆਬਜ਼ਰਵੇਸ਼ਨਸ
and 5 is the mean of another set of 3 observation, then the mean of these two sets together is। ਤਾਂ ਰਾਜੇ ਸਭ ਤੋਂ ਪਹਿਲਾਂ ਸਾਡੇ ਕੋਲ 10 ਦੇ ਰੱਖਿਆ ਮੀਨ x1 ਬਾਰ ਜਿਹੜਾ 10 ਦੇ ਰੱਖਿਆ ਤੇ ਅਬਜ਼ਰਵੇਸ਼ਨਸ ਕਿੰਨੀਆਂ ਦੇ ਰੱਖੀਆਂ ਨੇ 7। ਅਗਰ ਗੱਲ ਕਰੀਏ x2 ਬਾਰ ਦੀ ਉਹ ਦੇ ਰੱਖਿਆ 5 ਤੇ n2 ਦੀ ਗੱਲ ਕਰੀਏ ਉਹ ਆਪਾਂ ਦੇ ਰੱਖਿਆ 3 ਤੇ ਅਸੀਂ ਕੀ ਕਰਨਾ ਫਾਈਂਡ ਕਰਨਾ ਮੀਨ ਆਫ ਥੀਸ ਟੂਗੈਦਰ ਦੀ ਸੈਟਸ ਟੇਕਿੰਗ ਟੂਗੈਦਰ। ਤਾਂ ਸਾਨੂੰ ਇੱਥੇ ਕਿਹਾ ਗਿਆ ਕੰਬਾਈਨਡ ਮੀਨ ਦਾ ਫਾਰਮੂਲਾ ਲਗਾਓ। ਕੰਬਾਈਨਡ ਮੀਨ ਦਾ ਫਾਰਮੂਲਾ ਆਪਣੇ ਕੋਲ ਆ ਗਿਆ x ਬਾਰ ਇਜ਼ ਇਕੁਅਲ ਟੂ x1 ਬਾਰ n1 प्लस x2 बार n2 डिवाइडेड बाय n1 प्लस n2 ਦੇ। ਤਾਂ 27ਵੇਂ ਦਾ ਆਨਸਰ ਤੁਸੀਂ ਖੁਦ ਮੈਨੂੰ ਦੱਸਣਾ ਵੀ ਕਿੰਨਾ ਆਇਆ ਮੈਨੂੰ ਕਮੈਂਟ ਬਾਕਸ ਦੇ ਵਿੱਚ। 28th ਕੁਐਸਚਨ ਜਿਹੜਾ ਰਜੇ ਸਾਨੂੰ ਦੇ ਰੱਖਿਆ ਕਹਿੰਦੇ ਇਫ ਵੀ ਹੈਵ 3 ਵੈਲਿਊਜ਼ p q r and arithmetic mean of 1 by p 1 by q 1 by r is this one, then harmonic mean is। ਤਾਂ ਰਜੇ ਕੁਐਸਚਨ ਦੇ ਵਿੱਚ ਸਾਨੂੰ ਕੀ ਗਿਵਨ ਹੈ ਇੱਕ ਤਾਂ ਸਾਨੂੰ ਸੀਰੀਜ਼ ਦੇ ਰੱਖਿਆ p q ਤੇ r ਦੀ ਹੈ ਨਾ। ਵੀ ਹੈਵ 3 ਵੈਲਿਊਜ਼ ਅਰਥਮੈਟਿਕ ਮੀਨ ਆਪਾਂ ਨੂੰ ਕਿੰਨਾ ਦੇ ਰੱਖਿਆ ਉਹ ਦੇ ਰੱਖਿਆ 1 ਬਾਏ p ਪਲੱਸ 1 ਬਾਏ q ਪਲੱਸ 1 ਬਾਏ r ਡਿਵਾਈਡਡ ਬਾਏ 3। ਜਿਹੜਾ ਇਹ ਅਰਥਮੈਟਿਕ ਮੀਨ ਹੈ ਇਹ ਆਪਣੇ ਕੋਲ 1 ਬਾਏ p 1 ਬਾਏ q ਤੇ 1 ਬਾਏ r ਦਾ ਹੈ। ਹੁਣ ਤੁਹਾਨੂੰ p q r ਜਿਹੜਾ ਇਹ ਉਲਝਾਉਣ ਵਾਸਤੇ ਦੱਸਿਆ ਹੋਇਆ ਸੀ ਵੀ ਬੱਚੇ ਦੇਖਣ ਵੀ ਇੱਥੇ ਤਾਂ p ਹੈ ਇੱਥੇ q ਹੈ ਤੇ ਇੱਥੇ r ਹੈ। ਨਹੀਂ ਇਹ ਜਸਟ ਇਹ ਕਿਹਾ ਵੀ p q r 3 ਵੈਲਿਊਜ਼ ਨੇ। ਅਰਥਮੈਟਿਕ ਮੀਨ ਆਫ ਦਿਸ ਸੀਕੁਐਂਸ ਦਿਸ ਸੀਰੀਜ਼ ਆਪਣੇ ਕੋਲ ਕਿੰਨਾ ਦੇ ਰੱਖਿਆ 1 ਬਾਏ p ਪਲੱਸ 1 ਬਾਏ q ਪਲੱਸ 1 ਬਾਏ r ਦੇ ਰੱਖਿਆ। ਤਾਂ ਇੱਥੇ ਕਨਫਿਊਜ਼ ਨਹੀਂ ਹੋ ਜਾਣਾ ਕਿ ਸਾਨੂੰ p q r ਦਾ ਅਰਥਮੈਟਿਕ ਮੀਨ ਦੇ ਰੱਖਿਆ ਜਾਂ ਫਿਰ 1 ਬਾਏ p 1 ਬਾਏ q ਜਾਂ ਫਿਰ 1 ਬਾਏ r ਦਾ ਅਰਥਮੈਟਿਕ ਮੀਨ ਦੇ ਰੱਖਿਆ। ਤਾਂ ਇਹ ਸਿਰਫ ਅਲਝਾਉਣ ਵਾਸਤੇ ਸਾਨੂੰ ਜਿਹੜੀ ਆ ਆਹ ਦੇ ਰੱਖੀ ਆ ਵੈਲਿਊਜ਼। ਨੈਕਸਟ ਆਪਣੇ ਕੋਲ ਸਾਨੂੰ ਰਜੇ ਅਸੀਂ ਇੱਕ ਪ੍ਰੋਪਰਟੀ ਪੜ੍ਹੀ ਸੀਗੀ ਕਿ ਅਗਰ ਕਿਸੇ ਵੀ 3 ਨੰਬਰ ਦੇ ਰੱਖੇ ਨੇ ਸਾਡੇ ਕੋਲ A B C ਸਭ ਤੋਂ ਪਹਿਲਾਂ ਉਹਨਾਂ ਦਾ ਰੈਸੀਪ੍ਰੋਕਲ ਫਾਈਂਡ ਆਊਟ ਕਰ ਲਓ। ਰੈਸੀਪ੍ਰੋਕਲ ਫਾਈਂਡ ਆਊਟ ਕਰਕੇ ਉਹਨਾਂ ਦਾ ਅਰਥਮੈਟਿਕ ਮੀਨ ਫਾਈਂਡ ਆਊਟ ਕਰ ਲਓ। ਅਰਥਮੈਟਿਕ ਮੀਨ ਸਾਡੇ ਕੋਲ ਆ ਜਾਊਗਾ 1 ਬਾਏ A 1 ਬਾਏ C ਡਿਵਾਈਡਡ ਬਾਏ ਆਪਣੇ ਕੋਲ ਕਿੰਨਾ ਆ ਜਾਊਗਾ ਨੰਬਰ ਆਫ ਟਰਮ 3 ਦੇ। ਅਤੇ ਜਿਹੜਾ ਹਾਰਮੋਨਿਕ ਮੀਨ ਹੋਵੇਗਾ ਉਹ ਸਾਡੇ ਕੋਲ ਕਿਹਦੇ ਬਰਾਬਰ ਸੀ ਇਹ ਪ੍ਰੋਪਰਟੀ ਮੈਂ ਤੁਹਾਨੂੰ ਕਰਵਾਈ ਸੀਗੀ। ਤਾਂ ਪ੍ਰੋਪਰਟੀ ਦੇ ਅਕੋਰਡਿੰਗ ਹਾਰਮੋਨਿਕ ਮੀਨ ਕੀ ਹੋਊਗਾ ਰੈਸੀਪ੍ਰੋਕਲ ਹੋਊਗਾ ਅਰਥਮੈਟਿਕ ਮੀਨ ਦੇ 1 ਬਾਏ A 1 ਬਾਏ B ਪਲੱਸ 1 ਬਾਏ C। ਹੁਣ ਇਹੀ ਚੀਜ਼ ਜਿਹੜੀ ਹੈ ਸੇਮ ਅਪਲਾਈ ਹੁੰਦੀ ਹੈ ਇਸ ਕੁਐਸਚਨ 'ਚ। ਇਸ ਕੁਐਸਚਨ 'ਚ ਸਾਨੂੰ 3 ਵੈਲਿਊਜ਼ ਦੇ ਰੱਖੀਆਂ ਸੀ P Q ਤੇ R। ਫਿਰ ਕਹਿੰਦੇ ਜੀ ਉਹਨਾਂ ਦਾ ਰੈਸੀਪ੍ਰੋਕਲ ਕਰਤਾ। ਉਹਨਾਂ ਦਾ ਰੈਸੀਪ੍ਰੋਕਲ ਦਾ ਜਦੋਂ ਅਸੀਂ ਅਰਥਮੈਟਿਕ ਮੀਨ ਫਾਈਂਡ ਆਊਟ ਕੀਤਾ ਤਾਂ ਸਾਡੇ ਕੋਲ 1 ਬਾਏ P ਪਲੱਸ 1 ਬਾਏ Q ਪਲੱਸ 1 ਬਾਏ R ਡਿਵਾਈਡਡ ਬਾਏ 3 ਆ ਗਿਆ। ਜਦੋਂ ਆਪਾਂ ਨੂੰ ਪਤਾ ਹਾਰਮੋਨਿਕ ਮੀਨ ਫਾਈਂਡ ਆਊਟ ਕਰਦੇ ਹਾਂ ਤਾਂ ਅਸੀਂ ਕੀ ਕਰਦੇ ਹਾਂ ਅਰਥਮੈਟਿਕ ਮੀਨ ਦਾ ਰੈਸੀਪ੍ਰੋਕਲ ਕਰ ਦਿੰਦੇ ਹਾਂ। ਤਾਂ ਸਾਡੇ ਕੋਲ ਕੀ ਆ ਜਾਊਗਾ ਰੈਸੀਪ੍ਰੋਕਲ ਕਰਕੇ 3/1 ਬਾਏ P ਪਲੱਸ 1 ਬਾਏ Q ਪਲੱਸ 1 ਬਾਏ R। ਕਿੰਨਾ ਈਜ਼ੀ ਸੀ ਤਾਂ ਆਪਸ਼ਨ C ਇਹਦਾ ਕਰੈਕਟ ਆਨਸਰ ਹੈ। ਨੈਕਸਟ ਜੀ ਸਾਡੇ ਕੋਲ 29ਵਾਂ ਕੁਐਸਚਨ ਚੂਜ਼ 1 ਕਰੈਕਟ ਆਪਸ਼ਨ GM is equal to x1 x2 x3 xn ਦੀ ਪਾਵਰ n for n given numbers। सेकेंड ऑप्शन है GM इज इक्वल टू x1 x2 x3 xn दी पावर 1 बाय 2n फॉर n नंबर्स। थर्ड ऑप्शन है GM इज इक्वल टू x1 x2 x3 दी पावर xn दी पावर 1 बाय n फॉर n नंबर्स। ये तरह जो फॉर्मूला ही है C आ जोड़ा करैक्ट है जोमैट्रिक मीन वास्ते। नैक्सट है साढ़े कोल 30th क्वेश्चन 30वां सवाल इफ द मीन ऑफ स्केयर्स ऑफ फर्स्ट n नैचुरल नंबर इज़ 105 दैन द मीडियन ऑफ फर्स्ट n नैचुरल नंबर इज़। ये तुसी आप आंसर दसना 30वें का की होएगा क्योंकि ये रजे रिपीट हो गया क्वेश्चन मैंने लगता है पर फिर भी तुसी जिहड़ा इहनूं सॉल्व करके मैनूं आंसर कमेंट बॉक्स दे विच जरूर दसना है। नैक्सट है साढ़े कोल 31वां क्वेश्चन द वैल्यू ऑफ Q3 क्वार्टाइल थर्ड क्वार्टाइल की गल हो रही है फॉर द फॉलोइंग डिस्ट्रीब्यूशन इज़। क्वार्टाइल थर्ड की वैल्यू फाइंड आउट करनी है असी सानू मार्क्स दे रखे ने ग्रुप्स दे विच ते नंबर ऑफ स्टूडेंट्स दे रखे ने। 31वें क्वेश्चन दे विच सानू थर्ड क्वार्टाइल फाइंड आउट कर लिखा गया है तो मार्क्स दे रखे ने ग्रुप दे विच ते नंबर ऑफ स्टूडेंट सानू दसे हुए ने। थर्ड क्वार्टाइल जाने कि Q3 कड्ढन का फार्मूला है L प्लस 3n डिवाइडेड बाय 4 माइनस C डिवाइडेड बाय F इंटू I दे। इत्थे साडे कोल स्मॉल f जिहड़ा है वो रिप्रजेंट कर रहा है फ्रीकैंसी ऑफ द क्वार्टाइल क्लास। C कैपिटल रिप्रजेंट कर रहा है क्यूमुलेटिव फ्रीकैंसी नूं ते I विड्थ नूं जिन्हों असीं H भी लिख सकते हाँ। L रिप्रजेंट कर रहा है लोअर इंटरवल ऑफ द क्वार्टाइल क्लास। सब तो पहला असी फाइंड आउट करांगे क्यूमुलेटिव फ्रीकैंसी नूं जो साडे कोल बराबर है 5
11 26 36 41 45 47 ਤੇ 48 ਇਹ ਸਾਡੇ ਕੋਲ ਕਿਊਮੂਲੇਟਿਵ ਫ੍ਰੀਕੁਐਂਸੀ ਆ ਗਈ। ਹੁਣ ਸਭ ਤੋਂ ਪਹਿਲਾਂ ਸਟੈਪ 1 ਕੀ ਹੁੰਦਾ ਸੀ ਕਿ ਅਸੀਂ ਫਾਈਂਡ ਆਊਟ ਕਰਨਾ ਸੀ ਕੁਆਰਟਾਈਲ ਕਲਾਸ ਨੂੰ, ਜੋ ਅਸੀਂ ਫਾਈਂਡ ਆਊਟ ਕਰਾਂਗੇ 3n/4 ਦੇ ਨਾਲ। n ਸਾਡੇ ਕੋਲ ਵੈਲਿਊ ਹੈ 48 ਅਤੇ ਇਹ ਆਪਣੇ ਕੋਲ ਆ ਜੂ 3 × 48 ਡਿਵਾਈਡਡ ਬਾਏ ਕੀ ਆ ਜੂਗਾ 4 ਦੇ। ਆਨਸਰ ਕਿੰਨਾ ਆ ਗਿਆ ਆਪਣੇ ਕੋਲ 36 ਆ ਗਿਆ। ਤਾਂ 36 ਆ ਗਿਆ ਆਪਣੇ ਕੋਲ। ਤਾਂ 36 ਦੇਖਦੇ ਹਾਂ ਹੁਣ 36 ਲਾਈ ਕਰ ਰਿਹਾ ਇਸ ਕਲਾਸ ਦੇ ਵਿੱਚ। ਅਤੇ ਇਹ ਆਪਣੇ ਕੋਲ ਕਿਹੜੀ ਹੈ ਪਹਿਲੀ ਦੂਜੀ ਤੀਜੀ ਚੌਥੀ ਜਿਹੜੀ ਆਪਣੇ ਕੋਲ ਕਲਾਸ ਹੈ 1 2 3 4 ਮਤਲਬ ਆਹ ਸਾਡੀ ਕੀ ਹੋਊਗੀ ਕੁਆਰਟਾਈਲ ਕਲਾਸ ਹੋਊਗੀ। ਤਾਂ ਆਪਣੇ ਕੋਲ ਲੋਅਰ ਵੈਲਿਊ ਕਿੰਨੀ ਆ ਗਈ 20, ਸਮੋਲ f ਦੀ ਵੈਲਿਊ ਕਿੰਨੀ ਆ ਗਈ 10। ਕਿਊਮੂਲੇਟਿਵ ਫ੍ਰੀਕੁਐਂਸੀ ਜਿਹੜੀ ਹੁੰਦੀ ਹੈ ਉਹ ਉਸ ਤੋਂ ਇੱਕ ਪਹਿਲਾਂ ਵਾਲੀ ਹੁੰਦੀ ਹੈ ਕੁਆਰਟਾਈਲ ਕਲਾਸ ਤੋਂ। ਤਾਂ 26 ਆ ਗਈ ਆਪਣੀ ਕਿਊਮੂਲੇਟਿਵ ਫ੍ਰੀਕੁਐਂਸੀ ਕੈਪੀਟਲ C ਦੀ ਵੈਲਿਊ। ਵਿਡਥ ਜਿਹੜੀ ਆਈ ਆਪਣੇ ਕੋਲ ਉਹ ਕਿੰਨੀ ਹੈ ਉਹ ਹੈਗੀ ਆਪਣੇ ਕੋਲ 5 ਦੇ ਰੱਖੀਏ। ਤਾਂ ਇਹ ਸਾਰੀ ਵੈਲਿਊਜ਼ ਜਿਹੜੀਆਂ ਅਸੀਂ ਇਹ ਫਾਰਮੂਲੇ 1 ਦੇ ਵਿੱਚ ਕੀ ਕਰਾਂਗੇ ਸਬਸਟੀਟਿਊਟ ਕਰਾਂਗੇ। ਤਾਂ ਆਪਣੇ ਕੋਲ ਕੀ ਆ ਜਾਊਗਾ ਰਾਜੇ ਇੱਥੇ ਹੀ ਮੈਂ ਸਬਸਟੀਟਿਊਟ ਕਰ ਰਿਹਾ। ਤਾਂ ਆ ਜੂ ਲੋਅਰ ਵੈਲਿਊ 20 ਹੈ ਪਲੱਸ 36 ਮਾਈਨਸ 26 ਡਿਵਾਈਡਡ ਬਾਈ 10 ਇੰਟੂ ਕੀ ਆ ਗਿਆ 5 ਦੇ। ਤਾਂ ਇਹ ਸਾਡੇ ਕੋਲ ਸੋਲਵ ਕਰਕੇ ਜੋ ਆਨਸਰ ਆ ਗਿਆ ਦੈਟ ਇਜ਼ 25 ਆ ਗਿਆ। ਤਾਂ ਆਪਣੇ ਕੋਲ ਆਪਸ਼ਨ ਸੀ ਕੀ ਹੈ ਕਰੈਕਟ 1 ਹੈ। ਨੈਕਸਟ ਰਾਜੇ ਸਾਡੇ ਕੋਲ 32ਵਾਂ ਕੁਐਸਚਨ। 32ਵੇਂ ਕੁਐਸਚਨ ਦੇ ਵਿੱਚ ਸਾਨੂੰ ਮੋਡ ਫਾਈਂਡ ਆਊਟ ਕਰਨ ਲਈ ਕਿਹਾ ਗਿਆ ਹੈ। ਮੋਡ ਹੈ ਸਾਡੇ ਕੋਲ 120। ਸਭ ਤੋਂ ਵੱਧ ਰਿਪੀਟ ਜਿਹੜੀ ਵੈਲਿਊ ਹੋ ਰਹੀ ਹੈ ਉਹ ਹੈ ਆਪਣੇ ਕੋਲ 120। 33ਵੇਂ ਕੁਐਸਚਨ ਦੇ ਵਿੱਚ ਸਾਨੂੰ ਰੂਟ ਮੀਨ ਸਕੇਅਰ ਡੈਵੀਏਸ਼ਨ ਫਰੋਮ ਮੀਨ ਇਜ਼ ਕਾਲਡ ਪੁੱਛਿਆ ਗਿਆ। ਰਾਜੇ ਅਸੀਂ ਨਾਮ ਪੜ੍ਹੇ ਸੀਗੇ, ਅਸੀਂ ਕੁਆਰਟਾਈਲ ਡੈਵੀਏਸ਼ਨ ਦਾ ਨਾਮ ਪੜ੍ਹਿਆ ਸੀ। ਇੱਕ ਤਾਂ ਅਸੀਂ ਕਿਹਾ ਸੀ ਇਹਨੂੰ ਕੁਆਰਟਾਈਲ ਡੈਵੀਏਸ਼ਨ ਦੇ ਨਾਮ ਨੂੰ ਜਿਹੜਾ ਯਾਦ ਰੱਖਣਾ ਹੈ ਉਹ ਤੁਹਾਨੂੰ ਯਾਦ ਵੀ ਹੋਣਾ ਚਾਹੀਦਾ ਹੈ। ਇੱਕ ਅਸੀਂ ਸਟੈਂਡਰਡ ਡੈਵੀਏਸ਼ਨ ਦਾ ਨਾਮ ਪੜ੍ਹਿਆ ਸੀਗਾ ਕਿ ਸਟੈਂਡਰਡ ਡੈਵੀਏਸ਼ਨ ਨੂੰ ਅਗਰ ਯਾਦ ਰੱਖਣਾ ਹੋਵੇ ਉਹਦੇ ਫਾਰਮੂਲੇ ਨੂੰ ਤਾਂ ਅਸੀਂ ਕਿਹਾ ਸੀ ਰੂਟ ਆਫ ਮੀਨ ਆਫ ਸਕੇਅਰ ਡੈਵੀਏਸ਼ਨ। ਕਿ ਅਸੀਂ ਕਿਹਾ ਸੀ ਵੀ ਜਿਵੇਂ ਫਾਰਮੂਲਾ ਯਾਦ ਰੱਖਣਾ ਹੈ ਉਵੇਂ ਉਹਨੂੰ ਨਾਮ ਬਣਾ ਲਿੱਤਾ ਕਿ ਰੂਟ ਆਫ ਮੀਨ ਆਫ ਸਕੇਅਰ ਡੈਵੀਏਸ਼ਨ। ਅਤੇ ਅਸੀਂ ਸਟੈਂਡਰਡ ਡੈਵੀਏਸ਼ਨ ਨੂੰ ਸਿਗਮਾ ਨਾਲ ਰਿਪਰਜੈਂਟ ਕੀਤਾ ਸੀ ਅਤੇ ਅਸੀਂ ਕਿਹਾ ਸੀ ਕਿ ਸਿਗਮਾ XI ਮਾਈਨਸ X ਬਾਰ ਦਾ ਹੋਲ ਸਕੇਅਰ। ਇਹ ਆਪਣੇ ਕੋਲ ਕੀ ਸੀਗਾ ਰੂਟ ਮੀਨ ਸਕੇਅਰ ਡੈਵੀਏਸ਼ਨ ਡਿਵਾਈਡਡ ਬਾਈ n ਤੇ ਇਹ ਆਪਾਂ ਸਟੈਂਡਰਡ ਡੈਵੀਏਸ਼ਨ ਦਾ ਨਾਮ ਰੱਖਿਆ ਸੀ। ਤਾਂ ਆਪਣੇ ਕੋਲ ਆਨਸਰ ਕੀ ਹੈ ਸਟੈਂਡਰਡ ਡੈਵੀਏਸ਼ਨ। 34ਵਾਂ ਕੁਐਸਚਨ ਕਹਿੰਦੇ ਵੇਰੀਐਂਸ ਪਤਾ ਕਰੋ ਇਸ ਡਾਟਾ ਦਾ। ਤਾਂ ਵੇਰੀਐਂਸ ਕੱਢਣ ਲਈ ਸਭ ਤੋਂ ਪਹਿਲਾਂ ਅਸੀਂ ਕੀ ਫਾਈਂਡ ਆਊਟ ਕਰਾਂਗੇ ਅਸੀਂ ਫਾਈਂਡ ਆਊਟ ਕਰਾਂਗੇ ਸਟੈਂਡਰਡ ਡੈਵੀਏਸ਼ਨ। ਅਗਰ ਗੱਲ ਕਰੀਏ ਸਟੈਂਡਰਡ ਡੈਵੀਏਸ਼ਨ ਦੀ ਤਾਂ ਸਟੈਂਡਰਡ ਡੈਵੀਏਸ਼ਨ ਦਾ ਜਿਹੜਾ ਫਾਰਮੂਲਾ ਸੀ ਉਹ ਕਿਹਾ ਸੀ ਅਸੀਂ ਕਿ ਮੋਡੂਲਸ ਆਫ D ਸਕੇਅਰ ਰੂਟ ਆਫ 1/12 n ਸਕੇਅਰ ਮਾਈਨਸ 1 ਦੇ ਸੀਗਾ। ਜੋ ਅਸੀਂ ਕਿਹਾ ਸੀ ਸੀਰੀਜ਼ ਅਗਰ ਆਪਣੀ AP 'ਚ ਹੋਵੇ ਤਾਂ ਇਸ ਤਰ੍ਹਾਂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਸਟੈਂਡਰਡ ਡੈਵੀਏਸ਼ਨ ਨੂੰ। ਅਤੇ ਸਟੈਂਡਰਡ ਡੈਵੀਏਸ਼ਨ ਦਾ ਸਕੇਅਰ ਕਰ ਦਈਏ ਤਾਂ ਉਹ ਆਪਣੇ ਕੋਲ ਬਰਾਬਰ ਹੁੰਦਾ ਵੇਰੀਐਂਸ ਦੇ ਜਾਂ ਫਿਰ ਵੇਰੀਏਸ਼ਨ ਦੇ। ਤਾਂ ਅਸੀਂ ਸਿਗਮਾ ਸਕੇਅਰ ਫਾਈਂਡ ਆਊਟ ਕਰਨਾ ਹੈ। ਲੇਕਿਨ ਅਸੀਂ ਜਦੋਂ ਗੱਲ ਕੀਤੀ ਸੀਗੀ ਕਿ ਅਗਰ ਆਪਣੇ ਕੋਲ ਜਿਹੜੀ ਸੀਰੀਜ਼ ਗਿਵਨ ਹੈ ਡਾਟਾ ਗਿਵਨ ਹੈ ਉਹ ਅਗਰ ਈਵਨ ਹੈ ਜਾਂ ਫਿਰ ਔਡ ਹੈ ਤਾਂ ਅਸੀਂ ਡਾਇਰੈਕਟ ਕਿਹਾ ਸੀ ਕਿ ਫਾਰਮੂਲਾ ਲੱਗੂਗਾ 1/3 n ਸਕੇਅਰ ਮਾਈਨਸ 1 ਸਟੈਂਡਰਡ ਡੈਵੀਏਸ਼ਨ ਕੱਢਣ ਦਾ ਫਾਰਮੂਲਾ। ਅਤੇ ਜੇ ਅਸੀਂ ਡਾਇਰੈਕਟ ਫਾਰਮੂਲਾ ਜੇ ਸਾਨੂੰ ਯਾਦ ਹੈ ਫਿਰ ਤਾਂ ਅਸੀਂ ਰਾਜੇ ਇਹਨੂੰ ਯੂਜ਼ ਕਰਾਂਗੇ ਕਿਉਂਕਿ ਇਹ ਡਾਇਰੈਕਟ ਫਾਰਮੂਲਾ ਹੈ। ਅਤੇ ਜਿਹੜੀ ਆਪਣੀ ਗਿਵਨ ਸੀਰੀਜ਼ ਆ ਉਹ ਆਪਾਂ ਨੂੰ ਕੀ ਦੇ ਰੱਖੀ ਹੈ ਸੀਰੀਜ਼ ਜਿਹੜੀ ਆ ਈਵਨ ਦੇ ਰੱਖੀ ਹੈ ਨਾ ਸਾਰੇ ਨੰਬਰ ਈਵਨ ਨੇ। ਤਾਂ ਉਹਦੇ ਵਾਸਤੇ ਅਸੀਂ ਯੂਜ਼ ਕੀਤਾ ਸੀ ਆਹ ਵਾਲਾ ਫਾਰਮੂਲਾ। ਲੇਕਿਨ ਤੁਸੀਂ ਉੱਪਰ ਵਾਲੇ ਫਾਰਮੂਲੇ ਨੂੰ ਯੂਜ਼ ਕਰਕੇ ਵੀ ਜਿਹੜਾ ਸੇਮ ਹੀ ਆਨਸਰ ਨਿਕਲੂਗਾ। ਪਰ ਪ੍ਰੋਬਲਮ ਕੀ ਆ ਕਿ ਉਹ ਸਟੈਪ ਜਿਹੜਾ ਇੱਕ ਵੱਧ ਜੂਗਾ ਇਹ 'ਚ ਕੀ ਸਟੈਪ ਘੱਟ ਜੂਗਾ। ਤਾਂ ਪਹਿਲੇ ਫਾਰਮੂਲੇ 'ਚ ਸਟੈਪ ਜਿਹੜਾ ਇੱਕ ਵੱਧ ਜੂ ਸੈਕਿੰਡ ਫਾਰਮੂਲੇ 'ਚ ਇੱਕ ਸਟੈਪ ਘੱਟ ਜੂ। ਤਾਂ ਜੇ ਤੁਹਾਨੂੰ ਫਾਰਮੂਲਾ ਉੱਥੇ ਯਾਦ ਹੈ ਸੈਕਿੰਡ ਤਾਂ ਤੁਸੀਂ ਡਾਇਰੈਕਟ ਭਰ ਦਿਓ। ਤਾਂ ਇੱਥੇ ਸਿਗਮਾ ਸਕੇਅਰ ਆਪਣੇ ਕੋਲ ਕਿੰਨਾ ਆ ਜੂਗਾ 1/3 n ਸਕੇਅਰ ਮਾਈਨਸ 1 ਦੇ। n ਕਿੰਨਾ ਆਪਣੇ ਕੋਲ ਕਿੰਨੀਆਂ ਟਰਮਸ ਨੇ ਟੋਟਲ 3 4 5 ਟਰਮਸ ਨੇ। ਤਾਂ 25 ਮਾਈਨਸ 1 ਤਾਂ ਆਨਸਰ ਆ ਗਿਆ 8 ਆ ਗਿਆ। ਤਾਂ B ਆਪਸ਼ਨ ਕੀ ਆ ਗਈ 34ਵੇਂ ਦਾ ਆਨਸਰ ਆ ਗਿਆ। 35ਵਾਂ ਕੁਐਸਚਨ ਸਾਡੇ ਕੋਲ ਹੈ ਮੀਨ ਡੈਵੀਏਸ਼ਨ ਆਫ ਦਾ ਨੰਬਰਸ। ਇਹਦਾ ਮੀਨ ਡੈਵੀਏਸ਼ਨ ਫਾਈਂਡ ਆਊਟ ਕਰਨਾ ਹੈ। ਤਾਂ ਮੀਨ ਡੈਵੀਏਸ਼ਨ ਜਾਂ ਫਿਰ ਮੀਨ ਡੈਵੀਏਸ਼ਨ ਅਬਾਊਟ ਮੀਨ ਵੀ ਕਹਿ ਦਿੰਦੇ ਆ। ਮੀਨ ਡੈਵੀਏਸ਼ਨ ਅਬਾਊਟ ਮੀਨ ਉਹਦਾ ਕੱਢਣ ਦਾ ਫਾਰਮੂਲਾ ਸਾਡੇ ਕੋਲ ਹੁੰਦਾ ਹੈ ਮੀਨ ਵੈਸੇ ਹੁੰਦਾ ਕਿ ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਇੱਥੇ ਸਿਗਮਾ ਜਿਹੜਾ ਹੈ ਉਹ ਸਮ ਨੂੰ ਰਿਪਰਜੈਂਟ ਕਰ ਰਿਹਾ। ਅਤੇ ਲੇਕਿਨ ਆਪਾਂ ਫਾਈਂਡ ਆਊਟ ਕਰਨਾ ਮੀਨ ਡੈਵੀਏਸ਼ਨਸ ਦਾ। ਅਤੇ ਡੈਵੀਏਸ਼ਨ ਨੂੰ ਅਸੀਂ ਲਿਖਦੇ ਹਾਂ XI ਮਾਈਨਸ X ਬਾਰ ਦਾ ਮੋਡੂਲਸ। ਤਾਂ ਇਹ ਆਪਣਾ ਕੀ ਹੈ ਫਾਰਮੂਲਾ ਹੈ ਮੀਨ ਡੈਵੀਏਸ਼ਨ ਅਬਾਊਟ ਮੀਨ ਦਾ ਜੋ ਅਸੀਂ ਆਲਰੇਡੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀਗਾ ਰਾਜੇ। ਹੁਣ ਅਸੀਂ ਸਭ ਤੋਂ ਪਹਿਲਾਂ XI ਦੇਖ ਲੈਂਦੇ ਕੀ ਆਪਣੇ ਕੋਲ 3 4 5 6 ਅਤੇ 7।
ਤੇ ਆਪਣੇ ਕੋਲ x ਬਾਰ ਮੀਨ ਕਿੰਨਾ ਆ ਗਿਆ, ਮੀਨ ਆਪਣੇ ਕੋਲ ਆ ਗਿਆ ਸਮ ਆਫ ਇਹ x ਬਾਰ ਜੋ ਹੈ ਇਹ ਆਪਣੇ ਕੋਲ ਹੈਗਾ ਐਕਚੁਅਲ ਮੀਨ, ਜੋ ਐਕਚੁਅਲ ਮੀਨ ਹੈ ਇਸ ਸੀਰੀਜ਼ ਦਾ ਉਹ ਆਪਣੇ ਕੋਲ ਹੈ 3 + 4 + 5 + 6 + 7 ਡਿਵਾਈਡਡ ਬਾਈ ਨੰਬਰ ਆਫ ਟਰਮਸ 5 ਦੇ। ਇਹ ਆਪਣੇ ਕੋਲ ਕਿੰਨਾ ਆ ਗਿਆ 25/5 ਤੇ ਮੀਨ ਕਿੰਨਾ ਆ ਗਿਆ 5। ਤਾਂ ਸੈਕਿੰਡ ਜਿਹੜਾ ਆਪਣੇ ਕੋਲ ਕਾਲਮ ਬਣੂਗਾ xi ਮਾਈਨਸ x ਬਾਰ ਦਾ, ਉਹ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿਉਂਕਿ ਰਜੇ ਹੁਣ ਅਸੀਂ ਮੋਡੂਲਸ ਫਾਈਂਡ ਆਊਟ ਕਰਨਾ ਹੈ xi ਮਾਈਨਸ x ਬਾਰ ਦਾ, ਤਾਂ ਮੈਂ ਡਾਇਰੈਕਟ ਜਿਹੜਾ ਵੈਲਿਊ ਨੂੰ ਪੋਜ਼ੀਟਿਵ ਕਰਕੇ ਹੀ ਇੱਥੇ ਲਿਖੂੰਗਾ 2 1 0 1 2। ਇਹ ਆਪਣੇ ਕੋਲ xi ਮਾਈਨਸ x ਬਾਰ ਦੇ ਮੋਡ ਦੀ ਵੈਲਿਊ ਆ ਗਈ। ਤੇ ਜਦੋਂ ਇਹਨਾਂ ਦਾ ਸਮ ਕਰਾਂਗੇ ਤਾਂ ਸਾਡੇ ਕੋਲ ਉੱਪਰ ਵਾਲੀ ਟਰਮ ਜਿਹੜੀ ਆ ਜੂਗੀ ਸਿਗਮਾ xi ਮਾਈਨਸ x ਬਾਰ ਦਾ ਮੋਡੂਲਸ ਕਿੰਨਾ ਆ ਗਿਆ ਆਪਣੇ ਕੋਲ 2 + 1 3 + 4 ਤੇ 2 ਕਿੰਨਾ ਆ ਗਿਆ 6 ਆ ਗਿਆ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ 6/5 ਆ ਗਿਆ। ਜਦੋਂ ਆਪਾਂ ਇਹਨੂੰ ਕੀ ਕਰਾਂਗੇ ਸੋਲਵ ਆਊਟ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 1.2 ਆ ਜਾਊਗਾ। 36ਵੇਂ ਪ੍ਰਸ਼ਨ ਦੇ ਵਿੱਚ ਸਾਨੂੰ ਕਿਹਾ ਵੀ ਇਫ ਦਾ ਮੋਡ ਆਫ ਆਬਜ਼ਰਵੇਸ਼ਨ ਦਿਸ ਡਾਟਾ ਇਜ਼ 3 ਮੀਡੀਅਨ ਆਫ ਦਾ ਆਬਜ਼ਰਵੇਸ਼ਨ ਇਜ਼ 36th ਕੁਐਸਚਨ ਕਾਫੀ ਇੰਟਰਸਟਿੰਗ ਕੁਐਸਚਨ ਹੈ। x ਦੀ ਵੈਲਿਊ ਅਸੀਂ ਸਭ ਤੋਂ ਪਹਿਲਾਂ ਫਾਈਂਡ ਆਊਟ ਕਰਨੀ ਹੈ। 3 ਸਾਨੂੰ ਮੋਡ ਦੇ ਰੱਖਿਆ, ਮੋਡ ਦਾ ਮਤਲਬ ਹੁੰਦਾ ਉਹ ਵੈਲਿਊ ਜਿਹੜੀ ਵਾਰ-ਵਾਰ ਰਿਪੀਟ ਹੁੰਦੀ ਹੈ। ਸਭ ਤੋਂ ਵੱਧ ਅਗਰ ਕਾਊਂਟ ਕਰੀਏ ਤਾਂ 5 ਜਿਹੜੇ ਨੇ ਸਾਡੇ ਕੋਲ ਉਹ 4 ਟਾਈਮ ਰਿਪੀਟ ਹੋ ਰਿਹਾ, 4 ਜਿਹੜਾ ਹੈ ਉਹ ਵੀ 4 ਟਾਈਮ ਰਿਪੀਟ ਹੋ ਰਿਹਾ ਤੇ 3 ਜਿਹੜਾ ਹੈ ਉਹ ਵੀ ਇਸ ਟਾਈਮ 4 ਟਾਈਮ ਰਿਪੀਟ ਹੋ ਰਿਹਾ, 4 ਵਾਰ 3 ਦੀ ਵੈਲਿਊ ਜਿਹੜੀ ਆ ਰਹੀ ਹੈ। ਤਾਂ ਸਭ ਤੋਂ ਵੱਧ ਜਿਹੜੀ ਵੈਲਿਊ ਰਿਪੀਟ ਹੋਊਗੀ ਉਹੀ ਸਾਡੇ ਕੋਲ ਮੋਡ ਹੁੰਦਾ ਹੈ। ਤਾਂ x ਦੀ ਵੈਲਿਊ ਇਸ ਤਰੀਕੇ ਦੇ ਨਾਲ ਆਪਣੇ ਕੋਲ ਕਿੰਨੀ ਆਊਗੀ 3। ਕਿਉਂ? ਕਿਉਂਕਿ ਜਿਹੜਾ 5 ਨੰਬਰ ਹੈ ਇਹ 4 ਵਾਰ ਰਿਪੀਟ ਹੋ ਰਿਹਾ 1 2 3 ਤੇ 4। ਹੁਣ ਜੇ ਅਗਰ ਗੱਲ ਕਰੀਏ 4 ਨੰਬਰ ਦੀ, 4 ਆਪਣੇ ਕੋਲ ਕਿੰਨੇ ਵਾਰ ਰਿਪੀਟ ਹੋ ਰਿਹਾ 4 ਰਿਪੀਟ ਹੋ ਰਿਹਾ 1 2 3 ਤੇ 4 ਵਾਰ। ਤੇ ਹੁਣ ਫਿਰ ਦੇਖੀਏ 3 ਕਿੰਨੇ ਵਾਰ ਰਿਪੀਟ ਹੋ ਰਿਹਾ 1 2 3 ਤੇ 4। ਸਾਰੀਆਂ ਵੈਲਿਊਜ਼ 4 ਵਾਰ ਰਿਪੀਟ ਹੋ ਰਹੀਆਂ ਨੇ। ਮੋਡ ਦਾ ਮਤਲਬ ਹੈ ਉਹ ਵੈਲਿਊ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਰਿਪੀਟ ਹੋਵੇ। ਹੁਣ 3 ਜੇ ਹੈ 4 ਵਾਰ ਰਿਪੀਟ ਹੋ ਰਿਹਾ ਤਾਂ 3 ਸਾਨੂੰ ਮੋਡ ਵੀ ਦੇ ਰੱਖਿਆ, ਤਾਂ ਇਹਦਾ ਮਤਲਬ ਜਿਹੜਾ x ਹੈ ਜੇ ਇਹ 3 ਹੋਊਗਾ ਤਾਂ ਹੀ ਆਪਣੇ ਕੋਲ ਮੋਡ 3 ਬਣੂਗਾ, ਕਿਉਂਕਿ ਸਭ ਤੋਂ ਵੱਧ ਉਹਦੀ ਫ੍ਰੀਕੁਐਂਸੀ ਬਣ ਜੂਗੀ 5 ਬਣ ਜੂਗੀ। ਹੁਣ ਅਗਰ x ਦੀ ਜਗ੍ਹਾ 3 ਲਿਖ ਦਈਏ ਤਾਂ ਮੋਡ ਦੀ ਜਿਹੜੀ ਉਹ 3 ਬਣ ਜੂਗਾ। ਤਾਂ ਇਹ ਆਪਣੇ ਕੋਲ ਕੰਡੀਸ਼ਨ ਦਿੱਤੀ ਹੋਈ ਸੀਗੀ, ਉਹਦਾ ਯੂਜ਼ ਕਰਕੇ ਅਸੀਂ x ਨੂੰ ਫਾਈਂਡ ਆਊਟ ਕਰ ਲਿਆ। x ਫਾਈਂਡ ਆਊਟ ਕਰ ਲਿਆ ਤਾਂ ਹੁਣ ਕੀ ਕਰਾਂਗੇ ਮੀਡੀਅਨ ਨੂੰ ਫਾਈਂਡ ਆਊਟ ਕਰਨ ਲਈ ਇਹਨੂੰ ਕੀ ਕਰਾਂਗੇ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲਾਂਗੇ, ਵਾਧੇ ਕ੍ਰਮ ਦੇ ਵਿੱਚ। 3 ਆਪਣੇ ਕੋਲ 5 ਵਾਰ ਆ ਰਿਹਾ 1 2 3 4 5। ਉਸ ਤੋਂ ਸਾਡੇ ਕੋਲ 4 ਆ ਰਿਹਾ 4 ਵਾਰ, ਫਿਰ ਉਸ ਤੋਂ ਸਾਡੇ ਕੋਲ 5 ਆ ਰਿਹਾ 4 ਵਾਰ। ਤਾਂ ਹੁਣ ਆਪਾਂ ਫਾਈਂਡ ਆਊਟ ਕਰਨਾ ਮੀਡੀਅਨ। ਟੋਟਲ ਨੰਬਰ ਆਫ ਟਰਮਸ ਸਾਡੇ ਕੋਲ ਕਿੰਨੀਆਂ ਨੇ 13 ਨੇ। ਤੇ ਮੀਡੀਅਨ ਕਿਹਦੇ ਬਰਾਬਰ ਹੁੰਦਾ n + 1 ਡਿਵਾਈਡਡ ਬਾਈ 2th ਟਰਮ ਦੇ। ਤਾਂ ਆਪਣੇ ਕੋਲ 7ਵੀਂ ਟਰਮ ਜਿਹੜੀ ਹੈ ਉਹ ਕੀ ਹੈ ਮੀਡੀਅਨ ਹੈ। ਤਾਂ 4 ਆਪਣੇ ਕੋਲ ਕੀ ਆ ਗਿਆ ਮੀਡੀਅਨ ਆ ਗਿਆ। ਇੱਥੋਂ ਅਸੀਂ ਮੀਡੀਅਨ ਕੈਲਕੂਲੇਟ ਕਰ ਲਿਆ b ਆ ਗਿਆ। ਨੈਕਸਟ ਆ ਜੀ ਸਾਡੇ ਕੋਲ 37ਵਾਂ ਪ੍ਰਸ਼ਨ। ਕੁਐਸਚਨ ਦੇ ਵਿੱਚ ਜਿਹੜੀ ਸਾਨੂੰ ਗਿਵਨ ਸੀਰੀਜ਼ ਹੈ ਉਹ AP 'ਚ ਦੇ ਰੱਖੀ ਹੈ ਤੇ ਨੰਬਰ ਆਫ ਟਰਮਸ ਜਿਹੜੀਆਂ ਨੇ ਉਹ ਸਾਡੇ ਕੋਲ ਔਡ ਟਰਮਸ ਨੇ 2n + 1 ਟਰਮਸ। ਔਡ ਟਰਮਸ ਵਾਸਤੇ ਸਟੈਂਡਰਡ ਡੈਵੀਏਸ਼ਨ ਜਿਸ ਨੂੰ ਅਸੀਂ ਸਿਗਮਾ ਵੀ ਕਹਿੰਦੇ ਆ, ਉਹਦਾ ਫਾਰਮੂਲਾ d ਮੋਡੂਲਸ ਸਕੁਏਅਰ ਰੂਟ ਆਫ 1/12 n² - 1। ਜਿਹੜੀ d ਦੀ ਵੈਲਿਊ ਆਪਣੇ ਕੋਲ ਡਿਫਰੈਂਸ ਉਹ d ਦੇ ਰੱਖਿਆ, ਫਸਟ ਨੰਬਰ ਜਿਹੜਾ ਉਹ ਵੀ a ਦੇ ਰੱਖਿਆ ਤੇ ਨੰਬਰ ਆਫ ਵੈਲਿਊਜ਼ ਦੀ ਗੱਲ ਕਰੀਏ ਉਹ ਆਪਣੇ ਕੋਲ ਹੈ n + 1। ਇੱਥੇ ਮੈਂ ਨੰਬਰ ਆਫ ਵੈਲਿਊਜ਼ ਨੂੰ m ਨਾਲ ਰਿਪਰੈਜ਼ੈਂਟ ਕਰ ਰਿਹਾ ਜਿਸ ਦੀ ਵੈਲਿਊ ਆਪਣੇ ਕੋਲ n + 1 ਦੇ ਰੱਖੀ ਹੈ। ਇਹ ਸਾਰੀ ਵੈਲਿਊਜ਼ ਜਦੋਂ ਅਸੀਂ ਸਬਸਟੀਟਿਊਟ ਕਰਾਂਗੇ ਤਾਂ d 1/12 n ਦੀ ਜਗ੍ਹਾ ਤੇ 2n + 1, ਇੱਥੇ 2n + 1 ਆਏਗਾ। ਨੰਬਰ ਆਫ ਵੈਲਿਊ ਸਾਡੇ ਕੋਲ 2n + 1 ਦਾ ਸਕੁਏਅਰ ਕਰਾਂਗੇ 4n² + 1 + 4n ਤੇ ਫਿਰ ਆਹ ਵਾਲਾ -1 -1 + 1 ਕੈਂਸਲ ਆਊਟ ਹੋ ਗਏ। ਆਪਣੇ ਕੋਲ ਆ ਗਿਆ d ਸਕੁਏਅਰ ਰੂਟ ਆਫ 1/12 × 4n। ਅੰਦਰ ਆਪਣੇ ਕੋਲ n + 1 ਬਚਿਆ। ਇਹ ਆਨਸਰ ਆ ਗਿਆ ਆਪਣੇ ਕੋਲ d ਸਕੁਏਅਰ ਰੂਟ ਆਫ 1/3 n + 1। ਜਿਹੜੀ ਆਪਸ਼ਨ C ਦੇ ਰੱਖੀ ਹੈ ਇਸ ਦੇ ਵਿੱਚ ਜਿਹੜਾ ਸਕੁਏਅਰ ਰੂਟ ਹੈ ਰਾਜੇ ਉਹ ਪੂਰੇ ਦੇ ਉੱਪਰ ਹੈ। C ਆਪਣਾ ਕੀ ਹੈ ਕਰੈਕਟ ਆਨਸਰ ਹੈ। ਨੈਕਸਟ ਸਾਡੇ ਕੋਲ 38th ਕੁਐਸਚਨ। 38ਵੇਂ ਕੁਐਸਚਨ ਵਾਸਤੇ ਸਾਨੂੰ ਜਿਹੜਾ ਹੈ ਪੈਨ ਚੱਕਣ ਦੀ ਵੀ ਜ਼ਰੂਰਤ ਨਹੀਂ। ਸਾਨੂੰ ਕਹਿੰਦੇ x ਜਿਹੜਾ ਹੈ <6 ਦੇ ਰੱਖਿਆ ਤੇ 17.5
ਜਿਹੜਾ ਮੋਡ ਦੇ ਰੱਖਿਆ ਸਾਨੂੰ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦਾ। ਅਸੀਂ ਫਾਈਂਡ ਕੀ ਕਰਨਾ, ਮਾਡਲ ਕਲਾਸ ਫਾਈਂਡ ਆਊਟ ਕਰਨੀ ਹੈ। ਮਾਡਲ ਕਲਾਸ ਉਹ ਕਲਾਸ ਹੁੰਦੀ ਹੈ ਜਿਹਦੀ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਹੁੰਦੀ ਹੈ। ਅਸੀਂ ਇਹ ਪੜ੍ਹਿਆ ਸੀਗਾ। ਸਾਨੂੰ ਕਲਾਸ ਇੰਟਰਵਲ ਦੇ ਰੱਖਿਆ 0 to 5, 5 to 10, 10 to 15, 15 to 20, 20 to 25 ਅਤੇ ਫ੍ਰੀਕੁਐਂਸੀ ਦੇ ਰੱਖੀ ਹੈ 5, 2, 3, 6 ਅਤੇ x। ਇਹਦਾ ਮਤਲਬ ਸਾਨੂੰ ਜੇ x ਦੀ ਵੈਲਿਊ ਪਤਾ ਲੱਗ ਜੇ ਤਾਂ ਸਾਨੂੰ ਇਹ ਅੰਦਾਜ਼ਾ ਹੋ ਜੂ ਵੀ ਕਿਹੜੀ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ, ਅਤੇ ਉਹੀ ਸਾਡੀ ਕੀ ਹੋਵੇਗੀ, ਮਾਡਲ ਕਲਾਸ ਹੋਵੇਗੀ। ਲੇਕਿਨ ਜਿਹੜੀ ਆਹ ਸ਼ਰਤ ਹੈ x ਲੈਸ ਦੈਨ 6, ਇਸ ਸ਼ਰਤ ਨੇ ਸਾਨੂੰ ਬਹੁਤ ਈਜ਼ੀ ਕਰ ਦਿੱਤਾ ਕੁਐਸਚਨ ਨੂੰ ਸੋਲਵ ਕਰਨ ਵਾਸਤੇ। ਹੁਣ ਸਮਝਾਉਣ ਵਾਸਤੇ ਦੱਸ ਰਿਹਾ ਜੇ, ਨਹੀਂ ਤਾਂ ਵਰਨਾ ਇਹਦੇ ਵਾਸਤੇ ਤਾਂ ਪੈਨ ਵੀ ਚੱਕਣ ਦੀ ਜ਼ਰੂਰਤ ਨਹੀਂ। ਕਹਿੰਦੇ x ਦੀ ਵੈਲਿਊ ਹੈ ਜਿਹੜੀ ਉਹ 6 ਤੋਂ ਘੱਟ ਹੋਊਗੀ, ਮਤਲਬ ਤੁਸੀਂ ਇਸ x ਦੀ ਜਗ੍ਹਾ 'ਤੇ 5 ਪੁੱਟ ਕਰ ਸਕਦੇ ਹੋ, 4 ਪੁੱਟ ਕਰ ਸਕਦੇ ਹੋ, 3 ਪੁੱਟ ਕਰ ਸਕਦੇ ਹੋ, 2 ਪੁੱਟ ਕਰ ਸਕਦੇ ਹੋ, 1 ਪੁੱਟ ਕਰ ਸਕਦੇ ਹੋ। ਤਾਂ ਕਹਿਣ ਦਾ ਮਤਲਬ ਆਹ ਇੰਟਰਵਲ ਹੈ, ਇਹਦੇ ਵਿੱਚ ਜਿਹੜੇ ਬੱਚੇ ਨੇ ਉਹ ਕਿੰਨੇ ਵਾਰ ਰਿਪੀਟ ਹੋ ਰਹੇ ਨੇ, ਉਹ ਰਿਪੀਟ ਹੋ ਰਹੇ ਨੇ 5 ਵਾਰ, 4 ਵਾਰ ਹੋ ਸਕਦਾ, 3 ਵਾਰ ਹੋ ਸਕਦਾ, 2 ਵਾਰ ਹੋ ਸਕਦਾ, 1 ਵਾਰ। ਲੇਕਿਨ ਅਗਰ ਗੱਲ ਕਰੀਏ ਇਸ ਇੰਟਰਵਲ ਦੀ, ਤਾਂ ਇਸ ਇੰਟਰਵਲ ਦੇ ਵਿੱਚ ਸਭ ਤੋਂ ਜ਼ਿਆਦਾ ਬੱਚੇ ਰਿਪੀਟ ਹੋ ਰਹੇ ਨੇ। ਫ੍ਰੀਕੁਐਂਸੀ ਜਿਹੜੀ ਹੈ 15 ਤੋਂ ਲੈ ਕੇ 20 ਇੰਟਰਵਲ ਦੀ ਸਭ ਤੋਂ ਜ਼ਿਆਦਾ ਰਹੂਗੀ, x ਦੀ ਵੈਲੂ ਚਾਹੇ ਕੁਛ ਵੀ ਹੋਵੇ। ਤਾਂ ਇਹਦਾ ਮਤਲਬ ਸਾਡੀ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਵਾਲੀ ਕਲਾਸ ਕਿਹੜੀ ਹੈ, ਉਹ ਹੈਗੀ 15 to 20। ਉਹੀ ਸਾਡੀ ਕੀ ਹੋਊਗੀ, ਮਾਡਲ ਕਲਾਸ। ਤਾਂ ਬੜਾ ਹੀ ਈਜ਼ੀ ਕੁਐਸਚਨ ਸੀਗਾ ਰਾਜੇ, ਜਸਟ ਅਸੀਂ ਧਿਆਨ ਨਾਲ ਦੇਖਣਾ ਸੀ ਸਟੇਟਮੈਂਟ ਦੇ ਵਿੱਚ ਲਿਖਿਆ ਕੀ ਹੋਇਆ। ਆਹ ਗੱਲ ਵੀ ਸਾਨੂੰ ਉਲਝਾਉਣ ਵਾਸਤੇ ਦੱਸੀ ਹੋਈ ਸੀਗੀ, ਸਾਡਾ ਇਹਦੇ ਵਿੱਚ ਕੋਈ ਕੰਮ ਨਹੀਂ ਆਇਆ, ਯੂਜ਼ ਨਹੀਂ ਆਇਆ। ਅਸੀਂ ਮਾਡਲ ਕਲਾਸ ਪਤਾ ਕਰਨੀ ਸੀ। ਮਾਡਲ ਕਲਾਸ ਉਹ ਕਲਾਸ ਹੁੰਦੀ ਹੈ ਜਿਹਦੇ ਵਿੱਚ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੋਵੇ। ਅਸੀਂ ਦੇਖਿਆ ਵੀ ਇੱਥੇ x ਹੈ, ਸਾਨੂੰ ਨਹੀਂ ਪਤਾ x ਕਿੰਨਾ ਹੈ, x ਜਿਹੜਾ ਕੁਝ ਵੀ ਹੋ ਸਕਦਾ ਹੈ, ਪਰ ਜਦੋਂ ਅਸੀਂ ਸਟੇਟਮੈਂਟ ਪੜ੍ਹੀ ਤਾਂ ਉਹਦੇ ਵਿੱਚ ਲਿਖਿਆ ਸੀ ਵੀ x 6 ਤੋਂ ਘੱਟ ਹੀ ਹੈ। ਕਹਿਣ ਦਾ ਮਤਲਬ ਵੀ ਇਹਦੀ ਫ੍ਰੀਕੁਐਂਸੀ 5 ਹੋ ਸਕਦੀ ਹੈ, 4 3 ਹੋ ਸਕਦੀ ਹੈ, 2 ਹੋ ਸਕਦੀ ਹੈ, 1 ਹੋ ਸਕਦੀ ਹੈ, ਲੇਕਿਨ 6 ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਹਦਾ ਮਤਲਬ ਸਭ ਤੋਂ ਵੱਧ ਫ੍ਰੀਕੁਐਂਸੀ 6 ਦੀ ਹੀ ਰਹੂਗੀ। ਇਸੇ ਕਰਕੇ ਸਾਡਾ ਉਹ ਕੀ ਹੈ, ਆਨਸਰ ਆ ਗਿਆ। ਮੀਨ ਕੈਲਕੂਲੇਟ ਕਿਵੇਂ ਕਰਾਂਗੇ, ਸਮ ਆਫ ਆਲ ਵੈਲਿਊਜ਼ ਡਿਵਾਈਡਡ ਬਾਈ ਨੰਬਰ ਆਫ ਵੈਲਿਊਜ਼। ਫਸਟ n ਨੈਚੁਰਲ ਨੰਬਰ ਦਾ ਸਮ ਹੁੰਦਾ ਹੈ n+1 ਡਿਵਾਈਡਡ ਬਾਈ 2। ਨੰਬਰ ਆਫ ਵੈਲਿਊਜ਼ ਕਿੰਨੀਆਂ ਨੇ, n, ਤਾਂ ਮੀਨ ਆਪਣੇ ਕੋਲ ਆ ਗਿਆ n+1 ਡਿਵਾਈਡਡ ਬਾਈ 2 ਦੇ। ਵੈਸੇ ਤਾਂ ਇੱਥੋਂ ਹੀ ਸਮ ਜਿਹੜਾ ਆਪਣਾ ਖਤਮ ਹੋ ਜਾਣਾ ਚਾਹੀਦਾ, ਵੇਰੀਐਂਸ ਸੋਲਵ ਕਰਨ ਦੀ ਜ਼ਰੂਰਤ ਹੀ ਨਹੀਂ। ਕਿਉਂਕਿ ਉਹਨਾਂ ਨੇ ਪੁੱਛਿਆ ਸੀ ਮੀਨ ਅਤੇ ਵੇਰੀਐਂਸ ਰਿਸਪੈਕਟਿਵਲੀ, ਮਤਲਬ ਪਹਿਲਾਂ ਮੀਨ ਲਿਖਿਆ ਹੋਣਾ ਚਾਹੀਦਾ, ਫਿਰ ਵੇਰੀਐਂਸ ਲਿਖਿਆ ਹੋਣਾ ਚਾਹੀਦਾ। ਤਾਂ ਅਗਰ ਤੁਸੀਂ ਆਪਸ਼ਨਸ 'ਚ ਦੇਖੋਗੇ ਤਾਂ ਮੀਨ ਪਹਿਲਾਂ ਜਿਹੜਾ ਹੈ ਸਿਰਫ A ਆਪਸ਼ਨ ਦੇ ਵਿੱਚ ਲਿਖਿਆ ਹੈ, ਪਰ ਤੁਸੀਂ ਇੱਥੋਂ ਵੇਰੀਐਂਸ ਵੀ ਜੇ ਕੱਢਣਾ ਤਾਂ ਸਿਗਮਾ ਸਕੇਅਰ ਬਰਾਬਰ ਹੁੰਦਾ ਹੈ ਫਸਟ n ਨੈਚੁਰਲ ਨੰਬਰ ਵਾਸਤੇ 1/12 n² - 1 ਦੇ ਇਕੁਅਲ ਹੁੰਦਾ ਹੈ। ਆ ਗਿਆ ਆਪਣਾ ਆਪਸ਼ਨ A ਕਰੈਕਟ ਆ ਗਿਆ। 40ਵਾਂ ਕੁਐਸਚਨ ਕੀ ਹੈ ਸਾਡੇ ਕੋਲ, ਕਹਿੰਦੇ ਵੇਰੀਐਂਸ ਦੱਸੋ ਫਸਟ 5 ਨੈਚੁਰਲ ਨੰਬਰ ਦਾ। ਡਾਇਰੈਕਟ ਵੀ ਫਾਰਮੂਲਾ ਹੈ, ਲੇਕਿਨ ਆਪਾਂ ਸਿਗਮਾ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ 1/12 n² - 1 ਇਸ ਫਾਰਮੂਲੇ ਦੀ ਹੈਲਪ ਦੇ ਨਾਲ। ਤਾਂ 1/12 ਦਾ ਸਕੇਅਰ ਰੂਟ, n ਆਪਣੇ ਕੋਲ ਦੇ ਰੱਖਿਆ 5, ਤਾਂ ਆਪਣੇ ਕੋਲ ਕਿੰਨਾ ਆ ਗਿਆ 24/12, ਆਨਸਰ ਆ ਗਿਆ ਸਕੇਅਰ ਰੂਟ ਆਫ 2। ਲੇਕਿਨ ਅਸੀਂ ਫਾਈਂਡ ਆਊਟ ਕਰਨਾ ਰਜੇ ਵੇਰੀਐਂਸ। ਕਾਫੀ ਵਾਰ ਗਲਤੀ ਕਰ ਜਾਂਦੇ ਨੇ ਸਟੂਡੈਂਟ, ਕੀ ਕਰਦੇ ਨੇ ਵੇਰੀਐਂਸ ਫਾਈਂਡ ਆਊਟ ਕਰਨਾ ਨਾ ਤਾਂ ਸਿਗਮਾ ਕੱਢ ਕੇ ਹੀ ਛੱਡ ਦਿੰਦੇ ਨੇ, ਜਦ ਕਿ ਵੇਰੀਐਂਸ ਸਿਗਮਾ ਸਕੇਅਰ ਦੇ ਬਰਾਬਰ ਹੁੰਦਾ ਹੈ, ਜੋ ਕਿ ਸਾਡੇ ਕੋਲ ਕੀ ਆ ਗਿਆ ਸਕੇਅਰ ਰੂਟ ਆਫ 2 ਦਾ ਸਕੇਅਰ। ਤਾਂ ਆਪਣੇ ਕੋਲ ਆ ਗਿਆ ਆਨਸਰ 2 ਆਪਸ਼ਨ B। ਤਾਂ 40 ਕੁਐਸਚਨ ਇਸ ਵੀਡੀਓ 'ਚ ਕਰਾਂਗੇ, 40 ਕੁਐਸਚਨ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਤਾਂ ਟੋਟਲ ਸਾਡੇ 80 ਕੁਐਸਚਨ ਜਿਹੜੇ ਸੋਲਿਊਸ਼ਨ ਵੀਡੀਓ ਦੇ ਕੰਪਲੀਟ ਹੋ ਜਾਣਗੇ।